ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਕੋਲ ਤਕਰੀਬਨ ਘੰਟਾ ਸਵਾ ਘੰਟੇ ਦਾ ਸਮਾਂ ਹੈਗਾ। ਉਹਦੇ 'ਚ ਆਪਾਂ ਕੋਸ਼ਿਸ਼ ਕਰਨੀ ਹੈ ਕਿ ਗੁਰੂ ਮਹਾਰਾਜ ਦਾ ਜਿਹੜਾ ਆਪਾਂ ਅੱਜ ਪੂਰਾ ਮਨਾ ਰਿਹਾ ਹੈ, ਸਿੱਖ ਕੌਮ ਲਈ ਇਸ ਤੋਂ ਵੱਡਾ ਦਿਨ ਕੋਈ ਹੋ ਨਹੀਂ ਸਕਦਾ। ਜਿਹਦੇ ਆਪਾਂ ਇਹਦੇ ਬਾਰੇ ਥੋੜ੍ਹਾ ਜਿਹਾ ਆਪਾਂ ਰਿਫਲੈਕਟ ਕਰੀਏ, ਇਸ ਤੋਂ ਵੱਡਾ ਦਿਨ ਸਾਡੇ ਲਈ ਕੋਈ ਸਾਡੀ ਜ਼ਿੰਦਗੀ 'ਚ ਹੋ ਨਹੀਂ ਸਕਦਾ। ਜਿਸ ਦੇ ਪਰਥਾਏ ਅਸੀਂ ਅੱਜ ਤੁਸੀਂ ਇੱਥੇ ਮਨਾ ਰਹੇ ਹੋ, ਗੁਰੂ ਨਾਨਕ ਸਾਹਿਬ ਦੀ ਆਮਦ। ਕਿਉਂ ਇਸ ਤਰ੍ਹਾਂ ਸੋਚੀ ਆਪਣੇ ਆਪ ਨੂੰ। ਇਹ ਸਭ ਸਾਡੇ ਲਈ ਸਭ ਤੋਂ ਵੱਡਾ ਦਿਨ ਕਿਉਂ ਹੈ? ਅਸੀਂ ਕਿਉਂ ਇੱਦਾਂ ਕਹਿ ਰਹੇ? ਕੋਈ ਦੱਸ ਸਕਦਾ? ਜਾਂ ਕੋਈ ਤੁਹਾਡੇ ਮਨ 'ਚ ਕਿਸ ਤਰ੍ਹਾਂ ਹੈਗਾ? ਜਾਂ ਤੁਸੀਂ ਵੀ ਇੱਦਾਂ ਹੀ ਫੀਲ ਕਰਦੇ ਹੋ ਜਿੱਦਾਂ ਅਸੀਂ ਕਰ ਰਹੇ ਹਾਂ? ਤੇ ਤੁਹਾਡੇ ਮੁਤਾਬਕ ਇਸ ਤਰ੍ਹਾਂ ਕਿਉਂ ਠੀਕ ਹੈ? ਜੇ ਇਫ ਯੂ ਐਗਰੀ ਵਿਦ ਇਟ, ਕਿਉਂ? ਸਾਨੂੰ ਸਾਰਿਆਂ ਨੂੰ ਇੱਕ ਸਭ ਤੋਂ ਵੱਡੀ ਗੱਲ ਪਰਮੇਸ਼ਰ ਨਾਲ ਜੋੜਿਆ, ਜਿਹੜਾ ਸਭ ਤੋਂ ਵੱਡਾ ਫੈਕਟ ਹੀ ਦੁਨੀਆ ਭਰਮਾਂ ਦੇ ਵਿੱਚ ਇੰਨੀ ਜ਼ਿਆਦਾ ਭੱਜੀ ਫਿਰਨ ਲਈ ਸੀਗੀ। ਜਿਹੜੇ ਦੀਵੇ ਹੀ ਦੁਨੀਆ ਦੇ ਉੱਤੇ ਉਦੋਂ ਬੜੇ ਛੋਟੇ ਜੋਗੀ ਜਾਗੀ, ਪਰ ਜਿਹੜਾ ਮਹਾਰਾਜ ਗੁਰੂ ਨਾਨਕ ਸਾਹਿਬ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣਾ, ਜਿਉਂ ਕਰ ਸੂਰਜ ਨਿਕਲਿਆ ਉਹ ਦੀਵੇ ਜਿਹੜੇ ਸੀ ਪਹਿਲਾਂ ਬਹੁਤ ਸੀ, ਪਰ ਮਹਾਰਾਜ ਦੇ ਆਉਣ ਨਾਲ ਮਹਾ ਗਿਆਨ ਪਹਿਲਾਂ ਵੀ ਛੋਟੇ ਛੋਟੇ ਗਿਆਨ ਹੈਗੇ ਸੀ ਦੁਨੀਆ ਦੇ, ਪਰ ਜਿਹੜਾ ਸਭ ਤੋਂ ਵੱਡਾ ਗਿਆਨ ਬਾਣੀ ਦਾ ਗਿਆਨ ਗੁਰੂ ਨਾਨਕ ਸਾਹਿਬ ਲੈ ਕੇ ਆਏ, ਇੱਕ ਓਂਕਾਰ ਦਾ ਗਿਆਨ। ਉਹਦਾ ਕਰਕੇ ਇਹ ਨਵੀਂ ਫਿਲਾਸਫੀ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜਿਹੜੀ ਲੈ ਕੇ ਆਏ ਸਾਡੇ ਵਾਸਤੇ, ਸਭ ਨੂੰ ਪੈਦਾ ਕਰਕੇ ਗੁਰੂ ਨਾਨਕ ਸਾਹਿਬ ਨੇ ਇੱਕ ਪਰਮੇਸ਼ਰ ਨਾਲ ਜੋੜ ਕੇ ਤੇ ਇੱਕ ਨਵੇਂ ਢੰਗ ਦੇ ਨਾਲ ਜੋੜ ਕੇ ਸ਼ਬਦ ਤੇ ਸੁਰਤ ਦੇ ਰਾਹੀਂ ਜਿਹੜਾ ਸਰੀਰ ਤੋਂ ਵਿੱਚੋਂ ਬਾਹਰ ਕੱਢ ਕੇ, ਕੋਈ ਨਾ ਉਦੋਂ ਗੁਰੂ ਆਪਣਾ ਸਰੀਰ ਸੀ ਤੇ ਨਾ ਹੀ ਚੇਲਾ ਹੀ ਜਿਹੜਾ ਵਾ ਉਹ ਹੀ ਆਪਣਾ ਸਰੀਰ, ਉਹਦੇ ਤੋਂ ਉੱਪਰ ਦੀ ਗੱਲ ਕੀਤੀ। ਮਹਾਰਾਜ ਨੇ ਇੱਕ ਨਵਾਂ ਪੰਥ ਜਿਹੜਾ ਸਿੱਕਾ ਚਲਾਇਆ ਅੰਦਰੋਂ ਸੰਸਾਰ ਦੇ ਵਿੱਚ ਆ ਕੇ, ਸ਼ਬਦ ਤੇ ਸੁਰਤ ਦੀ ਨਹੀਂ ਰੱਖੀ ਜਾ ਸਕਦੀ। ਠੀਕ ਹੈ ਭਾਈ ਸਾਹਿਬ ਜੀ, ਸਾਰਾ ਲੈਕਚਰ ਕਵਰ ਕਰਤਾ ਭਾਈ ਸਾਹਿਬ ਜੀ ਨੇ। ਥੈਂਕ ਯੂ, ਤੁਸੀਂ ਸਾਰਾ ਬੇਸ ਬਣਾ ਦਿੱਤਾ, ਬਹੁਤ ਬਹੁਤ ਧੰਨਵਾਦ ਜੀ। ਜੇ ਅਸੀਂ ਥੋੜਾ ਜਿਹਾ ਸਿੰਪਲੀਫਾਈ ਕਰੀਏ, ਜੇ ਆਪਾਂ ਬੜੀ ਬੇਸਿਕ ਲੈਵਲ ਤੇ ਗੱਲ ਕਰੀਏ, ਜੇ ਗੁਰੂ ਨਾਨਕ ਸਾਹਿਬ ਨੇ ਜੋ ਕੀਤਾ ਜਾਂ ਉਹ ਸਾਡੇ ਲਈ ਆਏ, ਸਾਰੀ ਮਨੁੱਖਤਾ ਲਈ ਆਏ, ਜੇ ਉਹ ਨਾ ਹੁੰਦਾ ਤਾਂ ਅਸੀਂ ਇੱਥੇ ਨਹੀਂ ਹੋਣਾ ਸੀ ਅੱਜ। ਦਿਸ ਇਜ਼ ਹਾਊ ਆਈ ਸੀ ਇਟ। ਜਿੰਨੀ ਕੁ ਮੈਨੂੰ ਸਮਝ ਪੈਂਦੀ ਆਪਣੇ ਲੈਵਲ ਤੇ, ਆਪਾਂ ਜੇ ਬੇਸਿਕ ਲੈਵਲ ਤੇ, ਕਿਉਂਕਿ ਅੱਜ ਦਾ ਮਨੁੱਖ ਬਹੁਤ ਸਵਾਰਥੀ ਹੈ। ਅਸੀਂ ਪਹਿਲਾਂ ਇਹ ਦੇਖਦੇ ਹਾਂ ਕਿ ਮੈਨੂੰ ਕੀ ਮਿਲਣਾ ਵਿੱਚੋਂ। ਠੀਕ ਹੈ, ਆ ਮੈਂ ਗੁਰਦੁਆਰੇ ਜਾਣਾ, ਮੈਨੂੰ ਕੀ ਮਿਲਣਾ ਵਿੱਚੋਂ? ਮੈਂ ਆ ਕੰਮ ਤੇ ਜਾਣਾ, ਅੱਜ ਕਿਸੇ ਨੂੰ ਮਿਲਣ ਜਾਣਾ ਹੈ, ਮੇਰਾ ਕੀ ਸਵਾਰਥ ਹੈ ਵਿੱਚੋਂ? ਮੈਨੂੰ ਕੀ ਮਿਲਣਾ ਵਿੱਚੋਂ? ਪਹਿਲਾਂ ਸਭ ਤੋਂ ਪਹਿਲਾਂ ਸਾਡਾ ਉੱਥੇ ਜਾਂਦਾ ਦਿਮਾਗ, ਜੇ ਮੈਨੂੰ ਨਹੀਂ ਮਿਲਣਾ ਕੁਛ ਤਾਂ ਮੈਂ ਨਹੀਂ ਜਾਣਾ। ਫਿਰ ਜੇ ਅਸੀਂ ਗੁਰੂ ਦਾ ਪੁਰਬ, ਗੁਰੂ ਦਾ ਦਿਨ ਮਨਾ ਰਹੇ ਹਾਂ, ਮੈਨੂੰ ਕੀ ਮਿਲਿਆ ਵਿੱਚੋਂ? ਅਸੀਂ ਪਹਿਲਾਂ ਇਹ ਸੋਚਦੇ ਹਾਂ ਨਾ। ਇੱਕ ਤਾਂ ਹੁੰਦਾ ਕਿ ਹਾਂ ਅਸੀਂ ਜਾਣਾ ਕਿਉਂਕਿ ਇੱਕ ਦਿਨ ਹੈਗਾ, ਚਲੋ ਮਿਲਾਂਗੇ ਸਾਰਿਆਂ ਨੂੰ, ਨਾਲੇ ਪ੍ਰਸ਼ਾਦਾ ਪਾਣੀ ਛਕਾਂਗੇ, ਨਾਲੇ ਸੰਡੇ ਆ, ਇੱਕ ਸੰਡੇ ਇੱਕ ਰਿਚੁਅਲ ਵੀ ਹੋ ਜਾਏਗਾ ਕਿ ਅਸੀਂ ਸੰਡੇ ਨੂੰ ਗੁਰਦੁਆਰੇ ਗਏ ਸੀ, ਅਸੀਂ ਧਰਮੀ ਬਣ ਗਏ। ਸੰਡੇ ਨੂੰ ਗੁਰਦੁਆਰੇ ਜਾ ਕੇ ਅਸੀਂ ਹੁਣ ਧਰਮੀ ਹੋ ਗਏ ਹਾਂ, ਕਿਉਂਕਿ ਅਸੀਂ ਸੰਡੇ ਗੁਰਦੁਆਰੇ ਜਾਂਦੇ ਹਾਂ। ਪਰ ਅਸੀਂ ਗੁਰਦੁਆਰੇ ਜਾਂਦੇ ਹਾਂ ਤੇ ਗੁਰਦੁਆਰੇ ਤੋਂ ਵਾਪਸ ਆ ਕੇ ਸਾਡੇ ਜੀਵਨ 'ਚ ਬਦਲਾਅ ਜੇ ਆਇਆ ਕਿ ਨਹੀਂ ਆਇਆ, ਉਹਦੀ ਅਸੀਂ ਅੱਜ ਗੱਲ ਕਰਾਂਗੇ, ਕੋਸ਼ਿਸ਼ ਕਰਾਂਗੇ। ਗੁਰੂ ਮਹਾਰਾਜ ਕਿਰਪਾ ਕਰਨ। ਜਿਹੜਾ ਨਾ ਜਿੱਦਾਂ ਉਹਨੇ ਪਹਿਲਾਂ ਵੀ ਵੀਰ ਜੀ ਨੇ ਕਿਹਾ ਕਿ ਸੁਣਨਾ ਜਿਹੜਾ ਹੈ ਬਹੁਤ ਔਖਾ ਹੈ, ਬੋਲਣ ਨਾਲ ਲਈ ਸਾਰੇ ਤਿਆਰ ਹੁੰਦੇ ਆ। ਉਹ ਬੱਚਿਆਂ ਨੇ, ਮੈਂ ਤੁਹਾਨੂੰ ਵਧਾਈ ਦਾ ਪਾਤਰ ਸਮਝਦੀ ਹਾਂ ਗੁਰਦੁਆਰਾ ਸਾਹਿਬ ਵਾਲਿਆਂ ਨੂੰ, ਕਿ ਤੁਸੀਂ ਬੱਚਿਆਂ ਨੂੰ ਇਨਕਰੇਜ ਕਰ ਰਹੇ ਹੋ, ਬੱਚਿਆਂ ਨੂੰ ਸਮਾਂ ਵੀ ਦੇ ਰਹੇ ਹੋ। ਬਿਲਕੁਲ ਠੀਕ ਹੈ, ਜੇ ਬੱਚਿਆਂ ਨੂੰ ਅਸੀਂ ਇਨਕਰੇਜ ਨਹੀਂ ਕਰਾਂਗੇ ਤੇ ਕੱਲ੍ਹ ਨੂੰ ਕੌਣ ਇਸ ਸਟੇਜ ਸੰਭਾਲਣਗੇ? ਜਦੋਂ ਇੱਥੇ ਬੱਚੇ ਕੀਰਤਨ ਕਰ ਰਹੇ ਸੀ, ਮੈਨੂੰ ਆਪਣਾ ਸਮਾਂ ਯਾਦ ਆ ਰਿਹਾ ਸੀ। ਇੱਦਾਂ ਹੀ ਗੁਰੂ ਨਾਨਕ ਦੇਵ ਜੀ ਦਾ ਪੁਰਬ ਹੁੰਦਾ ਸੀ ਤੇ ਸਾਨੂੰ ਹੁੰਦਾ ਸੀ ਸਾਨੂੰ ਸਮਾਂ ਮਿਲੇਗਾ, ਸਾਨੂੰ ਕੋਈ ਕੀਰਤਨ ਕਰਨ ਦੇਗਾ। ਛੋਟੇ ਛੋਟੇ ਸੀ ਅਸੀਂ, ਕਦੀ ਮਿਲਦਾ ਸੀ ਕਦੀ ਨਹੀਂ ਵੀ ਮਿਲਦਾ ਸੀ, ਕਿਉਂਕਿ ਬੱਚਿਆਂ ਨੂੰ ਸਾਰੇ ਨਹੀਂ ਇਨਕਰੇਜ ਕਰਦੇ ਨਾ। ਕਦੀ ਮਿਲ ਵੀ ਜਾਂਦਾ ਸੀ, ਉਦੋਂ ਤੇ ਬੜੇ ਖੁਸ਼ ਹੁੰਦੇ ਸੀ ਅਸੀਂ, ਕਦੀ ਨਹੀਂ ਵੀ ਮਿਲਦਾ ਸੀ। ਇਸ ਕਰਕੇ ਭਾਵੇਂ ਇੱਕ ਮਿੰਟ 2 ਮਿੰਟ ਉਹਨਾਂ ਨੂੰ ਆਪਾਂ ਇਨਕਰੇਜ ਜ਼ਰੂਰ ਕਰੀਏ। ਉਹਦੇ ਲਈ ਹੈਲਪ ਦੀ ਲੋੜ ਹੈ, ਪੇਰੈਂਟਸ ਦੀ, ਗੁਰਦੁਆਰਾ ਸਾਹਿਬ ਦੀ ਕਮੇਟੀ ਦੀ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਦੀ, ਹਰ ਇੱਕ ਬੰਦੇ ਦੀ ਸਪੋਰਟ ਦੀ ਲੋੜ ਹੈ, ਕਿਉਂਕਿ ਬੱਚਿਆਂ ਨੂੰ ਇੰਨੀ ਇਨਕਰੇਜਮੈਂਟ ਮਿਲ ਜਾਏ ਕਿ ਬੱਚੇ ਸਭ ਤੋਂ ਪਹਿਲਾਂ ਤਿਆਰ ਹੋਣ ਕਿ ਚਲੋ ਅੱਜ ਆਪਾਂ ਗੁਰਦੁਆਰੇ ਜਾਣਾ। ਉਹਨਾਂ ਨੂੰ ਇਹ ਨਾ ਕਹਿਣਾ ਪਏ ਚਲੋ ਜਾਣਾ ਪੈਣਾ, ਅਸੀਂ ਨਹੀਂ ਜਾਣਾ, ਖਿੱਚਣਾ ਨਾ ਪਏ। ਉਹਨਾਂ ਨੂੰ ਇੰਨਾ ਪਿਆਰ, ਇੰਨੀ ਸਪੋਰਟ ਹੋਏ, ਉਹਨਾਂ ਦਾ ਇੱਥੇ ਇੱਕ ਡਿਊਟੀ ਮਿਲੀ ਹੋਈ ਉਹਨਾਂ ਨੂੰ, ਉਹ ਆਪ ਕਹਿਣਗੇ ਤੁਸੀਂ ਤਿਆਰ ਨਹੀਂ ਹੋਏ, ਅਸੀਂ ਲੇਟ ਹੋ ਰਹੇ ਹਾਂ, ਚਲੋ ਚੱਲੀਏ। ਇੱਦਾਂ ਦਾ ਚਾਅ ਉਹਨਾਂ ਦੇ ਮਨ 'ਚ ਹੋਏ। ਬੇਨਤੀ ਇਹ ਕਰਨੀ ਸੀ ਕਿ ਜਿੱਦਾਂ ਅਸੀਂ ਗੱਲ ਸ਼ੁਰੂ ਕੀਤੀ ਕਿ ਸੁਣਨਾ ਔਖਾ ਹੁੰਦਾ,
ਤਾਂ ਹੀ ਮਹਾਰਾਜ ਨੇ 4 ਸੁਨੇ ਦੀਆਂ ਪੌੜੀਆਂ ਦੀ ਗੱਲ ਕੀਤੀ ਹੈ। ਬੋਲਣ ਵਾਲੇ ਨੂੰ ਨਹੀਂ ਪਤਾ ਲੱਗਦਾ ਟਾਈਮ ਦਾ। ਸੋ ਵੀ ਨੀਡ ਯੂ ਸਪੋਰਟ। ਉਹ ਸਪੋਰਟ ਕੀ ਹੈ? ਇੱਕ ਤਾਂ ਤੁਸੀਂ ਅੱਗੇ ਜਗ੍ਹਾ ਜ਼ਿਆਦਾ ਹੈਗੀ, ਅੱਗੇ ਅੱਗੇ ਹੋ ਜਾਓ ਜਿੰਨਾ ਹੋ ਸਕਦਾ। ਬੇਨਤੀ ਹੈ ਤੁਹਾਡੇ ਚੈਨਲ, ਕਿਉਂਕਿ ਜਿਹੜਾ ਫਿਰ ਬਾਅਦ ਚਾਹੇਗਾ ਉਹ ਪਿੱਛੇ ਬੈਠ ਜਾਣਗੇ, ਫਿਰ ਤੁਸੀਂ ਵੀ ਨਹੀਂ ਡਿਸਟਰਬ ਹੁੰਦੇ, ਬੋਲਣ ਵਾਲਾ ਵੀ ਡਿਸਟਰਬ ਹੁੰਦਾ। ਥੋੜ੍ਹਾ ਥੋੜ੍ਹਾ ਅੱਗੇ ਹੋ ਜਾਓ ਬਿਨਾਂ ਡਿਸਟਰਬ ਕੀਤੇ। ਅਤੇ ਇੱਕ ਜੇ ਤੁਸੀਂ ਕੋਈ ਜ਼ਰੂਰੀ ਗੱਲ ਕਰਨੀ ਹੈ ਤਾਂ ਠੀਕ ਹੈ, ਬੱਚਿਆਂ ਨਾਲ ਕੇਵਲ ਕਰਨੀ ਵੀ ਪੈਂਦੀ ਹੈ, ਪਰ ਜਿੰਨਾ ਹੋ ਸਕੇ ਤੁਸੀਂ ਚੁੱਪ ਦਾ ਦਾਨ ਤੇ ਬਖਸ਼ ਸਕੋ, ਤਾਂ ਕਿ ਉਹ ਇੱਕ ਵਾਈਬ੍ਰੇਸ਼ਨ ਜਿਹੜੀ ਹੈ ਸਟਰੋਂਗ ਬਣੀ ਰਹੇ। ਅਤੇ ਆਪਾਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈ। ਅੱਜ ਕੋਸ਼ਿਸ਼ ਕਰ ਸਕਦੇ ਹਾਂ, ਬਾਕੀ ਤਾਂ ਉਹਦੀ ਕਿਰਪਾ ਨਾਲ ਹੀ ਸਾਰਾ ਕੁਛ ਹੁੰਦਾ ਹੈ। ਪਹਿਲਾਂ ਆਪਾਂ ਆਪਣੀ ਇਕਾਗਰਤਾ ਬਣਾਉਣ ਲਈ ਆਪਾਂ ਥੋੜ੍ਹਾ ਸਮਾਂ ਕੀਰਤਨ ਸਿਮਰਨ ਅਤੇ ਫਿਰ ਆਪਾਂ ਇਤਿਹਾਸ ਸ਼ੁਰੂ ਕਰਾਂਗੇ। ਆਪਾਂ ਸਾਰਿਆਂ ਨੇ ਰਲ ਕੇ ਗਾਣਾ, ਉਸ ਬਾਬੇ ਨੂੰ ਗਾਣਾ ਜਿਵੇਂ ਹੁਣ ਗਾ ਰਹੇ ਸੀ ਨਾ ਬੱਚੇ, ਘਰ ਘਰ ਬਾਬਾ ਗਾ ਗਿਆ, ਉੱਥੋਂ ਗਾਵਾਂਗੇ ਅਤੇ ਫਿਰ ਘਰ ਜਾ ਕੇ ਗਾ ਪਾਵਾਂਗੇ। ਇੱਦਾਂ ਸੋਚ ਕੇ ਗਾਣਾ ਹੈ ਕਿ ਇੰਨਾ ਸ਼ੁਕਰਾਨਾ ਸਾਡੇ ਅੰਦਰ ਡੁੱਲ ਡੁੱਲ ਕੇ ਸ਼ੁਕਰਾਨਾ ਹੋਏ। ਵੀ ਕੈਨ ਨਾਟ ਥੈਂਕ ਹਿਮ ਇਨਫ। ਸਿਰਫ ਸਿੱਖਾਂ ਨੂੰ ਨਹੀਂ, ਸਾਰੀ ਮਨੁੱਖਤਾ ਨੂੰ, ਸਾਰੀ ਮਾਨਵਤਾ ਨੂੰ ਸ਼ੁਕਰਾਨੇ 'ਚ, ਮਤਲਬ ਜਿੰਨਾ ਮਰਜ਼ੀ ਸ਼ੁਕਰ ਕਰ ਲਓ ਘੱਟ ਹੈ, ਪਰ ਘੱਟੋ ਘੱਟ ਅਸੀਂ ਤਾਂ ਸ਼ੁਕਰ ਕਰਨ ਦੀ ਕੋਸ਼ਿਸ਼ ਕਰੀਏ ਇੱਥੇ ਬੈਠ ਕੇ ਅੱਜ। ਕਿ ਗੁਰੂ ਨਾਨਕ ਸਾਹਿਬ ਸਾਡੀ ਹੋਣ ਦੀ ਤੁਹਾਡੇ ਕਰਕੇ, ਤੁਹਾਡੇ ਬਿਨਾਂ ਸਾਡੀ ਔਕਾਤ ਕੀ ਸੀ, ਸਾਨੂੰ ਕਿੰਨੇ ਪੁੱਛਣਾ ਸੀ। ਮੈਨੂੰ ਤਾਂ ਇੱਦਾਂ ਸਮਝ ਲੱਗਦੀ ਹੈ ਕਿ ਗੁਰੂ ਨਾਨਕ ਸਾਹਿਬ ਨਹੀਂ ਹੁੰਦੇ, ਉਹਨਾਂ ਦੀ ਉਹ ਫਿਲੋਸਫੀ ਨਾ ਹੁੰਦੀ, ਉਹਨਾਂ ਨੇ ਜਿਹੜੀ ਸੇਧ ਦਿੱਤੀ ਵੈਲਿਊਜ਼ ਨਾ ਹੁੰਦੇ, ਤੇ ਸਾਡੀ ਕੋਈ ਔਕਾਤ ਨਹੀਂ। ਅਸੀਂ ਗਿਣਤੀ 'ਚ ਨਹੀਂ ਆਉਂਦੇ ਕਿਸੇ 'ਚ ਬਿਨਾਂ ਸਾਡੇ ਗੁਰੂ ਦਾ। ਇਸ ਤਰ੍ਹਾਂ ਸੋਚ ਕੇ ਅੱਜ ਆਪਾਂ ਗੁਰੂ ਦੀ ਹਜ਼ੂਰੀ 'ਚ ਬੈਠਣਾ। ਇੱਕ ਇੱਕ ਸਾਡਾ ਪਲ ਸ਼ੁਕਰਾਨੇ 'ਚ ਨਿਕਲੇ, ਇੱਕ ਇੱਕ ਪਲ। ਇੰਨਾ ਸ਼ੁਕਰ ਕਿ ਜਦੋਂ ਅੱਜ ਤੋਂ ਬਾਅਦ ਇੱਥੋਂ ਬਾਹਰ ਜਾਈਏ ਤੇ ਸਾਡਾ ਜੀਵਨ ਹੀ ਸ਼ੁਕਰਾਨੇ 'ਚ ਆ ਜਾਵੇ। ਤੁਸੀਂ ਸੋਚੋ, ਜਦੋਂ ਅਸੀਂ ਸ਼ੁਕਰਾਨੇ 'ਚ ਆ ਜਾਵਾਂਗੇ, ਆਲਮੋਸਟ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਸਾਡੀ ਲਾਈਫ ਦੀਆਂ, ਉਹ ਨਾਲ ਹੀ ਖਤਮ ਹੋ ਜਾਣੀਆਂ। ਉਹ ਕਿਵੇਂ? ਅਸੀਂ ਜਦੋਂ ਕਿਸੇ ਨੂੰ ਸ਼ੁਕਰਾਨਾ ਕਰ ਰਹੇ ਹਾਂ, ਮਤਲਬ ਕਿ ਸਾਨੂੰ ਗਿਲਾ ਨਹੀਂ ਹੈਗਾ। ਗਿਲਾ ਸਮਝਦੇ ਨਾ, ਕੰਪਲੇਨ ਨਹੀਂ ਹੈਗੀ ਕਿਸੇ ਨਾਲ। ਜਦੋਂ ਕੰਪਲੇਨ ਹੁੰਦੀ ਹੈ, ਅਸੀਂ ਹੋ ਹੀ ਨਹੀਂ ਸਕਦਾ ਥੈਂਕ ਯੂ ਕਹਿ ਦਈਏ, ਵੱਟੇ ਮਾਰਨ ਨੂੰ ਤਿਆਰ ਹੁੰਦੇ ਹਾਂ। ਥੈਂਕ ਯੂ ਉਦੋਂ ਹੀ ਕਰ ਪਾਵਾਂਗੇ ਅੰਦਰੋਂ, ਮਨ 'ਚੋਂ ਵੀ, ਮੂੰਹ ਤੋਂ ਵੀ, ਜੇ ਕੰਪਲੇਨ ਨਹੀਂ ਹੈ। ਅਤੇ ਅੱਜ ਕੋਸ਼ਿਸ਼ ਕਰਨੀ ਕਿ ਅੱਜ ਗਿਲੇ ਸ਼ਿਕਵੇ ਗੁਰੂ ਨਾਲ ਜਿਹੜੇ ਆ, ਵੀ ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਆਹ ਚਾਹੀਦਾ, ਆਹ ਨਹੀਂ ਮਿਲ ਰਿਹਾ, ਮੈਂ ਖੁਸ਼ ਨਹੀਂ ਹੈਗਾ ਆਪਣੀ ਲਾਈਫ ਤੋਂ, ਮੇਰੇ ਪਰਿਵਾਰ 'ਚ ਆਹ ਪ੍ਰੋਬਲਮਸ ਨੇ। ਅੱਜ ਕੋਸ਼ਿਸ਼ ਕਰਨੀ ਅੱਜ ਗ੍ਰੈਟੀਟਿਊਡ 'ਚ ਰਹਿਣਾ, ਅੱਜ ਸ਼ੁਕਰਾਨੇ 'ਚ। ਇੱਥੋਂ ਸ਼ੁਕਰਾਨੇ 'ਚ ਜਿੰਨਾ ਸਮਾਂ ਹੈਗਾ, ਫਿਰ ਇੱਥੋਂ ਬਾਹਰ ਜਾ ਕੇ ਵੀ ਅੰਦਰ ਇਸ ਤਰ੍ਹਾਂ ਦਾ ਸਿਸਟਮ ਕੋਸ਼ਿਸ਼ ਕਰੀ ਬਣਾਉਣ ਦੀ ਕਿ ਅੱਜ ਤੋਂ ਬਾਅਦ ਸ਼ੁਕਰਾਨੇ 'ਚ ਹੀ ਰਹਿਣਾ। ਆਓ ਪਹਿਲਾਂ ਆਪਾਂ ਸਾਵਧਾਨ ਹੋ ਕੇ ਥੋੜ੍ਹੀ ਦੇਰ ਅੱਖਾਂ ਬੰਦ ਕਰਕੇ ਇੱਕ ਬਿਰਤੀ ਬਣਾਈਏ, ਆਪਾਂ ਸਾਰੇ ਰਲ ਕੇ ਗਾਵਾਂਗੇ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ
अमला बाजो दोनों रोई पावाया खे हाजिया पावाया खे हाजिया शुभ अमला बाजो ईमान दी काजी मुल्ला इकट्ठे होई पुछन गाल ईमान दी काजी मुल्ला वड्डा सांग वरताया लख न सकै कुदरत कोई वड्डा पुछन फूल किताब नो हिंदू वड्डा के मुसलमानो पुछन फूल हिंदू मुसलमानो शुभ अमला बाजो दोनों रोई बाबाया खे हाजिया बाबाया खे हाजिया शुभ अमला बाजो दोनों रोई बाबाया खे हाजिया बाबाया खे हाजिया हिंदू मुसलमान दोए दरगाह अंदर लहन न कोई हिंदू मुसलमान दोए दरगाह कच्चा रंग कसम दा पानी
कर्ण बखीले आप बिच राम रहीम थाए खलोई कर्ण बखीले आप बिच राम राह सतानी दुनिया गोई राह सतानी दुनिया गोई शुभ अमला बचो दोनों रोई बाबा आजिया शुभ अमला बचो दोनों रोई बाबा आजिया तन गुरु नानक तन गुरु नानक
ਧੰਨ ਧੰਨ ਗੁਰੂ ਨਾਨਕ। ਕਿੰਨਾ ਵੀ ਧੰਨ ਕਹੀਏ ਕਿ ਕਹਿ ਨਹੀਂ ਸਕਾਂਗੇ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਬਿਠਾਇਆ। ਕਿਹਦੀ ਪੁਕਾਰ ਸੁਣੀ? ਕਿਹਦੀ ਪੁਕਾਰ ਸੁਣੀ? ਤਾਂ ਕਿ ਦਾਤਾਰ ਨੇ ਗੁਰੂ ਨਾਨਕ ਸਾਹਿਬ ਨੂੰ ਇਸ ਸੰਸਾਰ ਵਿੱਚ ਭੇਜਿਆ। ਕਿਉਂ ਲੋੜ ਪਈ? ਭਾਈ ਗੁਰਦਾਸ ਜੀ ਦੱਸਦੇ ਨੇ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਤਿਸ ਆਈ। ਬਾਜੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਕਹਿੰਦੇ ਜਦੋਂ ਧਿਆਨ ਨਾਲ ਦੇਖਿਆ ਤੇ ਸਾਰੇ ਪਾਸੇ ਇੱਕ ਅੱਗ ਦਾ ਪਸਾਰਾ, ਉਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੀ ਅੱਗ ਦਾ ਪਸਾਰਾ, ਕੀ ਚੱਲ ਰਿਹਾ ਉੱਥੇ। ਕਿ ਇਹਦਾ ਮਤਲਬ ਇਹ ਹੋ ਗਿਆ, ਜਿੰਨਾ ਜੇ ਅਸੀਂ ਸੁਪਰਫਿਸ਼ੀਅਲ ਲੈਵਲ ਤੇ ਵੀ ਗੱਲ ਕਰੀਏ ਕਿ ਕਿਸੇ ਕਾਰਨ ਕਰਕੇ, ਇੱਕ ਬੜੇ ਵੱਡੇ ਕਾਰਨ ਕਰਕੇ ਕਿਸੇ ਦੇ ਲਈ ਗੁਰੂ ਨਾਨਕ ਸਾਹਿਬ ਨੇ ਇਸ ਸੰਸਾਰ ਵਿੱਚ ਆਉਣਾ ਕੀਤਾ। ਕਿਸ ਦੇ ਲਈ? ਜਲਤੀ ਸਭ ਪ੍ਰਿਥਵੀ ਦਿਸ ਆਏ। ਠੀਕ ਹੈ, ਕਿਸੇ ਦੇ ਲਈ। ਇੱਥੋਂ ਹੀ ਸੇਵਾ ਤਾਂ ਇੱਥੋਂ ਸ਼ੁਰੂ ਹੋ ਗਈ। ਕੋਈ ਆਪਣੇ ਲਈ ਨਹੀਂ, ਕਿ ਕੋਈ ਆਪਣਾ ਸਵਾਰਥ ਨਹੀਂ ਹੈ, ਕਿਸੇ ਦੇ ਲਈ। ਜਦੋਂ ਦੇਖਿਆ ਵੀ ਹੈ ਕਰਤੀ ਸੁਣੀ ਲੁਕਾਈ, ਕਿ ਹੁਣ ਲੋੜ ਹੈ, ਹੁਣ ਜਾਣਾ ਪਏਗਾ। ਫਿਰ ਕੀ ਹੋਇਆ? ਸਤਿਗੁਰ ਨਾਨਕ ਪ੍ਰਗਟਿਆ। ਉਸ ਕਾਰਨ ਕਰਕੇ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਹੜਾ ਤੁਸੀਂ ਅੱਜ ਦਿਨ ਮਨਾ ਰਹੇ ਹੋ। ਥੋੜਾ ਪੌਜ਼ ਦੇ ਕੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਸਤਿਗੁਰ ਨਾਨਕ ਪ੍ਰਗਟਿਆ, ਸਮਝ ਗਏ? ਬੜੀ ਸਿੰਪਲ ਅੱਖਰ ਨੇ। ਮਿੱਟੀ ਧੁੰਦ ਜਗ ਚਾਨਣ ਹੋਆ। ਚਾਨਣ ਵੀ ਸਮਝਦੇ ਆਪਾਂ ਸਾਰੇ। ਧੁੰਦ ਕਿਹਨੂੰ ਕਹਿੰਦੇ ਆ? ਸਾਰੇ ਸਮਝਦੇ। ਅੱਜ ਕੱਲ੍ਹ ਪੰਜਾਬ ਜਿਹੜੇ ਨਿਊਜ਼ ਦੇਖਦੇ ਹੋਣਗੇ ਵੀ ਕਿੰਨੀ ਜ਼ਿਆਦਾ ਧੁੰਦ ਚੱਲ ਰਹੀ ਹੈ। ਧੁੰਦ ਕੀ ਹੁੰਦੀ ਹੈ ਸਮਝਦੇ ਸਾਰੇ ਨੂੰ? ਫੌਗ ਕਹਿ ਲਓ ਇੰਗਲਿਸ਼ 'ਚ। ਜਦੋਂ ਹਨੇਰਾ ਹੁੰਦਾ ਹੈ ਤੇ ਹਨੇਰੇ ਨੂੰ ਮਿਟਾਉਣ ਲਈ ਆਪਾਂ ਕੀ ਕਰਦੇ ਹਾਂ? ਕਿਉਂਕਿ ਹਨੇਰਾ ਹੋਏ ਕਿਸੇ ਰੂਮ ਦੇ ਵਿੱਚ, ਕਿਸੇ ਕਮਰੇ ਦੇ ਵਿੱਚ, ਉਹਨੂੰ ਖਤਮ ਕਰਨ ਲਈ ਅਸੀਂ ਕੀ ਕਰਦੇ ਹਾਂ? ਲਾਈਟ ਜਗਾ ਦਿੰਦੇ ਹਾਂ। ਠੀਕ ਹੈ, ਫਿਰ ਹਨੇਰਾ ਦੂਰ ਹੋ ਜਾਂਦਾ ਹੈ। ਇਹੀ ਲਾਈਟ ਤੁਸੀਂ ਧੁੰਦ ਦੇ ਵਿੱਚ ਜਗਾ ਕੇ ਦੇਖੋ, ਕੀ ਹੁੰਦਾ? ਧੁੰਦ ਦੂਰ ਹੁੰਦੀ ਹੈ? ਨਹੀਂ ਹੁੰਦੀ। ਨਾ ਤਾਂ ਉਹ ਲਾਈਟ ਨਾਲ ਦੂਰ ਹੁੰਦੀ ਹੈ, ਲਾਈਟ ਮਤਲਬ ਆ ਜਿਹੜੇ ਬਲਬ ਲੱਗੇ ਆ, ਟਿਊਬਸ ਲੱਗੇ ਆ, ਨਾ ਤਾਂ ਇਹਦੇ ਨਾਲ ਦੂਰ ਹੁੰਦੀ ਹੈ, ਤੇ ਨਾ ਹੀ ਜੇ ਕਹਿ ਲਓ ਵੀ ਦਿਨ ਚੜ ਗਿਆ, ਪਹਿਲਾਂ ਰਾਤ ਸੀ ਹੁਣ ਦਿਨ ਚੜ ਗਿਆ, ਉਹਦੇ ਨਾਲ ਵੀ ਧੁੰਦ ਦੂਰ ਨਹੀਂ ਹੁੰਦੀ। ਨਹੀਂ ਹੁੰਦੀ। ਪਰ ਕਿੰਨੇ ਦੂਰ ਕੀਤੇ? ਧੰਨ ਗੁਰੂ ਨਾਨਕ ਸਾਹਿਬ ਦੇ ਗਿਆਨ ਦੇ ਚਾਨਣ ਨੇ ਉਹ ਧੁੰਦ ਜਿਹੜੀ ਸੰਸਾਰ ਦੇ ਵਿੱਚ, ਉਹ ਧੁੰਦ ਕਿਹੜੀ ਸੀ? ਜਿਹੜੀ ਦੂਰ ਨਹੀਂ ਹੋ ਰਹੀ ਸੀ। ਆ ਈਰਖਾ ਦੀ ਧੁੰਦ, ਜਿਹੜਾ ਆਪਾਂ ਈਰਖਾ ਕਰਦੇ ਹਾਂ ਨਾ, ਕ੍ਰੋਧ ਦੀ ਧੁੰਦ, ਕਾਮ ਦੀ ਧੁੰਦ, ਜਿਹੜਾ ਅਸੀਂ ਪਰਮਾਤਮਾ ਤੋਂ ਵਿਸਰ ਹੀ ਗਏ, ਵਿਛੜ ਹੀ ਗਏ, ਉਹ ਧੁੰਦ ਦੂਰ ਕੀਤੀ। ਮਿੱਟੀ ਧੁੰਦ। ਫਿਰ ਕੀ ਹੋਇਆ? ਜੱਗ ਦੇ ਵਿੱਚ ਚਾਨਣ ਹੋ ਗਿਆ, ਜਿਹੜਾ ਕਿ ਕਿਸੇ ਹੋਰ ਤਰੀਕੇ ਨਾਲ ਹੋ ਹੀ ਨਹੀਂ ਰਿਹਾ ਸੀ। ਜਿੱਦਾਂ ਪਹਿਲਾਂ ਭਾਈ ਸਾਹਿਬ ਨੇ ਗੱਲ ਕੀਤੀ ਨਾ, ਛੋਟੇ ਛੋਟੇ ਗਿਆਨ ਤਾਂ ਬੜੇ ਚੱਲ ਰਹੇ ਸੀਗੇ, ਜੋਗੀ ਜਤੀ ਸਿੱਧ ਪੀਰ ਸੁਰਨਾਥ, ਬੜਾ ਕੁਝ ਚੱਲ ਰਿਹਾ ਸੀ, ਪਰ ਉਹ ਧੁੰਦ ਨਹੀਂ ਦੂਰ ਹੋ ਰਹੀ ਸੀ। ਜਿੰਨਾ ਚਿਰ ਉਹ ਧੁੰਦ ਨਹੀਂ ਦੂਰ ਹੋਏਗੀ ਜੀਵਨ ਤੋਂ, ਕਿੱਦਾਂ ਚੱਲੇਗਾ ਕੰਮ? ਠੀਕ ਹੈ, ਅੱਗੇ ਚੱਲੀਏ ਹੁਣ ਆਪਾਂ। ਫਿਰ ਗੁਰੂ ਨਾਨਕ ਸਾਹਿਬ ਆ ਗਏ, ਸਤਿਗੁਰੂ ਨਾਨਕ ਪ੍ਰਗਟਿਆ, ਸੰਸਾਰ 'ਚ ਆ ਗਏ। ਮਿੱਟੀ ਧੁੰਦ ਜਗ ਚਾਨਣ ਹੋਆ। ਆ ਕੇ ਕੀਤਾ ਕੀ ਚਲਾਇਆ? ਆ ਕੇ ਧਰਮ ਚਲਾਇਆ, ਕੋਈ ਰਾਹ ਚਲਾਇਆ। ਹੁਣ ਇਹ ਵੀ ਆਪਾਂ ਗੱਲ ਕਰਨੀ ਹੈ। ਫਿਰ ਆਪਾਂ ਸੇਧ ਲੈਂਦੇ ਹਾਂ ਤੇ ਕੀ ਸੁਣਦੇ ਹਾਂ? ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂਦ। ਕੀ ਚਲਾਇਆ? ਬੜਾ ਸਿੰਪਲ ਹੈ। ਕੀ ਚਲਾਇਆ? ਰਾਜ ਚਲਾਇਆ। ਤੇ ਕਿਹਾ ਹੀ ਨਹੀਂ ਧਰਮ ਚਲਾਇਆ। ਮੈਂ ਸੋਚਣਾ ਪੈ ਗਿਆ ਇਹਦਾ ਕੀ ਫਰਕ ਹੈ, ਇੱਥੇ ਕੀ ਇਹਦਾ ਕੀ ਚੱਲ ਰਿਹਾ, ਇਹਦੇ ਚੋਂ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸਾਨੂੰ। ਰਾਜ ਕੀ ਹੁੰਦਾ ਹੈ? ਹੁਣ ਇਹਦੇ ਪਿੱਛੇ ਵੀ ਪੂਰਾ ਲੈਕਚਰ ਹੋ ਸਕਦਾ ਹੈ, ਜਸਟ ਬਰੀਫਲੀ ਟੱਚਿੰਗ ਔਨ ਦ ਪੁਆਇੰਟਸ, ਤਾਂ ਕਿ ਆਪਾਂ ਅੱਗੇ ਚੱਲ ਸਕੀਏ। ਇੱਕ ਗਵਰਨੈਂਸ ਹੁੰਦੀ ਹੈ, ਇੱਕ ਕਹਿ ਲਓ ਵੀ ਇੱਕ ਰੂਲ ਦਿੱਤੇ ਜਾਂਦੇ ਨੇ ਵੀ ਇਸ ਕਿੰਗਡਮ ਨੂੰ, ਇਸ ਰਾਜ ਨੂੰ ਇੱਦਾਂ ਚਲਾਉਣਾ, ਇੱਦਾਂ ਤੁਸੀਂ ਜੀਵਨ ਜੀਣਾ ਹੈਗਾ। ਇਹ ਕੁਝ ਰੂਲਸ ਨੇ ਇੱਦਾਂ ਦੇ, ਤੁਹਾਡੀ ਵੇ ਆਫ ਲਾਈਫ ਇਹ ਹੋਏਗੀ। ਠੀਕ ਹੈ, ਨਾਨਕ ਨੇ ਰਾਜ ਚਲਾਇਆ। ਕਾਹਦੇ ਤੇ ਚਲਾਇਆ? ਸੱਚ ਕੋਟ ਸਤਾਣੀ ਨੀਂਦ ਹੈ। ਇੱਕ ਬੜਾ ਵੱਡਾ ਕਹਿੰਦੇ ਕੋਟ, ਇੱਕ ਫੋਰਟ ਖੜਾ ਕਰ ਦਿੱਤਾ, ਕਿਲਾ ਕਹਿ ਲਓ, ਕਿਲਾ ਖੜਾ ਕਰ ਦਿੱਤਾ। ਕਾਹਦਾ ਬਣਿਆ ਉਹ ਕਿਲਾ? ਕਾਹਦਾ? ਸੱਚ ਦਾ। ਸੱਚ ਦਾ ਕਿਲਾ, ਜਿਹਦੀ ਨੀਂਹ ਬੜੀ ਪੱਕੀ ਹੋ ਗਈ,
बड़ी पक्की नींह उत्ते ऑन वैरी स्ट्रॉन्ग फाउंडेशन सच का किला खड़ा कर दिता और उत्तों सानू दस्सिया कि अज तो बाद इदां जीवन जीना। धर्म तो बहुत चल रहे सी उस वेले, धर्म की घाट कोई नहीं सी, धर्म के ठेकेदार भी बहुत सी, हुण भी ने धर्म बहुत चल रहे सी, धर्म के ठेकेदार भी सी, पर प्रॉब्लम की सी कि उही धर्म ते उही धर्म के ठेकेदार ने जिन्हां ने जोड़ना सी, जिन्हां ने सुख देना सी, जिन्हां ने ठंड देनी सी, सब तो वड्डे प्रॉब्लम ही वो बन गए सी। उही लोगों का खून नहीं जोड़ रहे थे और जिन्हां ने मत देनी सी, जिहड़े धर्म ने सेहत देनी सी, जिहड़े धर्म ने लोगों नूं परेशानी चों कढ के ठंड देनी सी, वो की कर रहे सी? उल्टा काम हो रहा सी। सगों धर्म के नां ते लोगों नूं ठग्गिया जा रहा सी। इस चीज़ में आपां मनदे हां। इस करके जदों काजियां ने फिर पुछया, कौन पुछदा कि जदों डाउट हुंदी है, आपां हुणे पढ़िया ना, काजियां ने आके फिर वार्तालाप जरूर पूछी भी अच्छा तुसीं दसो भी हिंदू धर्म भी है, मुसलमान धर्म भी हैगा, इस्लाम धर्म भी हैगा, कौन वड्डा तुसीं दसो। ते गुरु नानक साहब ना प्लीजर नहीं सीगे। प्लीजर समझदे की हुंदा? हुण जदों मान लो किसी ने वीर जी ने मैनूं कुछ पूछा तो मेरा जवाब मैं मन च कुछ होर सोच रही हूँ, पर मैं इन्हां नूं खुश करन लई जवाब कोई होर दे देना कि खुश हो जाए। मैं सिर्फ इन्हां नूं यूज़ करनी, इदां नहीं करती कि इस तरह भी इन्हां नूं खुश करन लई कि उहनूं कहंदे आ प्लीजर बंदा अपना तुसीं एक स्टेटस नहीं रखना, जिद्दां दा बंदा उदां दे होके उहनूं खुश करन लई अपना एक वजूद चेंज कर देना। इस तरह दे नहीं सी गुरु नानक साहब, किसी तो डरे भी नहीं। गुरु नानक साहब तुसीं इत्थों सोचो, थोड़ा जिहा जे तुसीं शांति बख्श सकदे हो ना, होर भी आनंद आएगा। थोड़ी जी शांति, आप 2 मिनट सिमरन करते हैं, हो सकता है थोड़ा शांत हो जाए। अखा बंद करो सारे। वाहिगुरु 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 वाहिगुरु। जो काजिया ने पूछा कि कौन वड्डा धर्म है, हिंदू ने कि मुसलमान ने, ते असीं हुणे जवाब हुणे पढ़िया, हुणे सुनिया की क्या, शुभ अमला बाजों दोनों रोई। की मतलब हो गया था? कहते जे तुसीं जिहड़े मर्जी धर्म नूं बिलोंग करदे हो, लेबल जिहड़ा मर्जी लाया उत्ते, पर जे कम नहीं चंगे, कम जिहड़े धर्म अनुसार नहीं हैगे, तो फिर दोनों ही रोवोगे। असीं बड़े खुश हुंदे जदों असीं लाइन सुणदे हां। क्यों? क्योंकि सिखां नूं थोड़ी कही ये गल आ, तो हिंदुआं नूं कही है तो मुसलमानां नूं कही है, ठीक है ना। पर असीं की कर रहे हैं अज? जे गुरु नानक साहब ने उन्हां नूं ये गल कही तो इसदा मतलब ये नहीं सी कि सिख जो मर्जी करी जाण। ये गल साडे ते भी उन्नी ही टुकदी है। अज असीं अपने ते लेबल तां ला लईए कि असीं गुरु नानक दे सिख हां, पर जे असीं गुरु नानक वर्गे बने नहीं, गुरु नानक वर्गे साडे काम नहीं होए, तो आई एम सॉरी असीं भी रोंदे हां। साडे जिहड़े काम ने शुभ नहीं हैगे, शुभ अबला बाजों दोनों रही। असीं भी विच आ गए ना फिर उस कैटेगरी दे विच। इनू इदां ना सोचिए कि अपने पल्लों झाड़ दिता काम, तो यह तो उन्होंने कहा गया सीगा, पर एक एक गल ये गुज्जे भेद ने, जिसे समझने की कोशिश करिए। फिर गुरु नानक साहब ने सिर्फ कही नहीं है गल, सिर्फ कही नहीं करके दिखाया। उन्होंने अपने जीवन के एक एक चीज़ जी सानू कह रहे हैं वो नाल करके दिखाई कि सारे मेरे सिखा नूं पता भी लग जाए कि इन्होंने जीवन जीना कितना है, जीवन जांच सानू दसी। और असीं कोशिश करांगे हुण थोड़े इतिहास चों कुछ इंसीडेंट्स लैके वो समझने की कोशिश करिए कि वो साडे ते अज किदां इंप्लीमेंट हुंदे ने।
ਇੰਨੇ ਸਾਲਾਂ ਦੇ ਬਾਅਦ ਵੀ ਆਫਟਰ 400 ਕਹ ਲਓ ਵੀ 4 ਸੈਂਚੁਰੀਜ਼ ਹੋ ਗਈਆਂ, 400 ਸਾਲ ਤੋਂ ਉੱਤੇ ਟਾਈਮ ਹੋ ਗਿਆ ਕਿ ਕਿੰਨਾ ਸਾਡੇ ਤੇ ਕਿੱਦਾਂ ਇੰਪਲੀਮੈਂਟ ਹੁੰਦੀ ਹੈ ਇਹ ਚੀਜ਼ ਅੱਜ ਦੀ ਡੇਟ 'ਚ। ਜਦੋਂ ਆਪਾਂ ਉਹ ਇਨਸੀਡੈਂਟਸ ਨੂੰ ਡਿਸਕਸ ਕਰਾਂਗੇ, ਮੈਂ ਇੱਕ ਚੀਜ਼ ਤੁਹਾਡੇ ਅੱਗੇ ਪਹਿਲਾਂ ਰੱਖ ਦੇਵਾਂ ਕਿ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਇਨਸੀਡੈਂਟਸ ਦੇ ਵਿੱਚੋਂ ਆਪਾਂ ਨਾਲ ਰਿਫਲੈਕਟ ਕਰਨਾ ਆਪਣੀ ਲਾਈਫ ਦੇ ਵਿੱਚ ਕਿ ਮੇਰੀ ਲਾਈਫ ਦੇ ਵਿੱਚ ਕੋਈ ਧੁੰਦ ਤਾਂ ਨਹੀਂ ਹੈਗੀ। ਧੁੰਦ ਆਪਾਂ ਸਾਰੇ ਸਮਝ ਗਏ ਨਾ ਪਹਿਲਾਂ ਧੁੰਦ ਕੀ ਸੀ। ਨਾਲ ਦੇ ਨਾਲ ਉਹ ਇਨਸੀਡੈਂਟਸ 'ਚ ਆਪਾਂ ਦੇਖਣਾ ਕਿ ਮੇਰੀ ਲਾਈਫ ਦੇ ਵਿੱਚ ਕੋਈ ਧੁੰਦ ਤਾਂ ਨਹੀਂ ਹੈਗੀ। ਉਹ ਤੁਸੀਂ ਜਾਣਦੇ ਹੋ ਸਾਰੇ, ਉਹ ਅਸੀਂ ਜਾਣਦੇ ਹਾਂ ਸਾਰੇ, ਅਸੀਂ ਵੀ ਵਿੱਚ ਹਾਂ ਸਾਰੇ, ਕਿ ਉਹ ਧੁੰਦ ਕਿਹੜੀ ਹੈ ਮੇਰੀ ਲਾਈਫ 'ਚ। ਤੇ ਕੋਸ਼ਿਸ਼ ਕਰਦੀ ਹਾਂ ਅੱਜ ਗੁਰੂ ਸਾਹਿਬ ਤੋਂ ਮੰਗ ਕੇ ਇਹੀ ਜਾਣਾ ਹੈ, ਗੁਰੂ ਸਾਹਿਬ ਦੇ ਦਰਬਾਰ ਤੋਂ ਇਹੀ ਲੈ ਕੇ ਆਉਣਾ। ਆਪਾਂ ਝੋਲੀਆਂ ਭਰਨ ਆਉਂਦੇ ਹਾਂ ਨਾ, ਤੇ ਕੋਈ ਮੰਗਣ ਆਉਂਦਾ, ਕੋਈ ਕੁਛ, ਪਰ ਅੱਜ ਆਪਾਂ ਇਹ ਮੰਗ ਕੇ ਜਾਣਾ ਕਿ ਉਹ ਮੇਰੀ ਧੁੰਦ ਜਿਹੜੀ ਹੈ ਗਾਇਬ ਹੋ ਜਾਵੇ। ਮੈਨੂੰ ਤੁਹਾਡੇ ਜੀਵਨ ਦੇ ਵਿੱਚੋਂ ਮੈਨੂੰ ਪ੍ਰਕਾਸ਼ ਮਿਲ ਜਾਵੇ, ਮੈਨੂੰ ਚਾਨਣ ਮਿਲ ਜਾਵੇ, ਤਾਂ ਕਿ ਮੇਰੀ ਜੀਵਨ 'ਚ ਜਿਹੜਾ ਧੁੰਦ ਹੈ ਸਾਡੇ ਸਾਰੇ 'ਚ ਹੈਗਾ। ਲੈਟਸ ਬੀ ਓਨੈਸਟ, ਕਿਸੇ ਨਾ ਕਿਸੇ ਧੁੰਦ ਨੇ ਸਾਨੂੰ ਜਕੜਿਆ ਹੋਇਆ, ਜਿੱਥੇ ਅਸੀਂ ਫਸੇ ਹੋਏ ਹਾਂ, ਜਿਹਦੇ ਨਾਲ ਸਾਨੂੰ ਦੇਖ ਨਹੀਂ ਰਿਹਾ। ਉਹ ਕਿਉਂ ਅੱਜ ਜ਼ਰੂਰੀ ਹੈ? ਆਪਾਂ ਕਹਿੰਦੇ ਕਰ ਲਵਾਂਗੇ, ਕੋਈ ਨਾ, ਥੋੜਾ ਇੰਜੋਏ ਕਰ ਲਈਏ, ਥੋੜਾ ਜਿਹਾ ਹੋਰ, ਫਿਰ ਆਪਾਂ ਦੇਖਾਂਗੇ ਕਿੱਦਾਂ ਇਹ ਚੀਜ਼ਾਂ ਤੋਂ ਦੂਰ ਹਟਣਾ ਹੈ। ਇਹ ਵੀ ਦੇਖ ਲਈਏ ਕਿ ਇਹ ਵੀ ਸਾਨੂੰ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਹਮ ਆਦਮੀ ਹਾਂ ਇੱਕਦਮੀ। ਇੱਕਦਮੀ ਦਾ ਕੀ ਮਤਲਬ ਹੈ? ਦਮ ਸਮਝਦੇ ਸਾਰੇ ਨਾ, ਆਪਾਂ ਸਾਹ ਲੈਂਦੇ ਹਾਂ। ਇੰਨਾ ਵੀ ਕਿਹਾ ਕਿ ਜਿਹੜਾ ਸਾਹ ਅੰਦਰ ਗਿਆ ਹੈ ਉਹ ਪਤਾ ਨਹੀਂ ਬਾਹਰ ਆਣਾ ਕਿ ਨਹੀਂ। ਇੰਨੀ ਕੁ ਲਾਈਫ ਦਾ ਸਪੈਨ ਹੈ ਸਾਡਾ। ਜਿਹੜਾ ਬਾਹਰ ਗਿਆ ਉਹਨੇ ਮੁੜ ਕੇ ਅੰਦਰ ਆਣਾ ਕਿ ਨਹੀਂ ਆਣਾ, ਇੰਨੀ ਲਾਈਫ ਹੈ ਸਾਡੀ। ਅਸੀਂ ਸੋਚੀ ਜਾਂਦੇ ਹਾਂ ਵੀ ਚੱਲ ਕੱਲ ਨੂੰ, ਪਰਸੋਂ, ਅਗਲੇ ਸਾਲ, ਵੈਨਐਵਰ, ਉਦੋਂ ਕਰਾਂਗੇ। ਜਾਣਦੇ ਹਾਂ ਆਪਾਂ? ਜੇ ਜਾਣਦੇ ਹੋਈਏ ਤਾਂ ਜ਼ਰੂਰ ਇਦਾਂ ਕਰ ਲਈਏ, ਪਰ ਨਹੀਂ ਜਾਣਦੇ। ਫਿਰ ਕੀ ਕਰਨਾ ਪਏਗਾ? ਅੱਜ ਹੀ ਉਹ ਧੁੰਦ ਨੂੰ ਮਿਟਾਉਣਾ ਪਏਗਾ। ਟੁਡੇ ਇਜ਼ ਦਾ ਟਾਈਮ। ਆਪਾਂ ਪਹਿਲਾਂ ਤਾਂ ਆਪਣੇ ਨੂੰ ਵਡਭਾਗੇ ਸਮਝੀਏ ਕਿ ਸਾਨੂੰ ਗੁਰੂ ਨਾਨਕ ਦੀ ਸਿੱਖੀ ਮਿਲੀ, ਸਾਨੂੰ ਇਹ ਦਰਬਾਰ ਮਿਲਿਆ, ਅਸੀਂ ਅੱਜ ਇੱਥੇ ਆਏ। ਇਹ ਭਾਗਾਂ ਨਾਲ ਹੀ ਕੋਈ ਆ ਪਾਉਂਦਾ, ਬੜੀਆਂ ਅੜਚਣਾਂ ਆ ਜਾਂਦੀਆਂ ਨੇ, ਨਹੀਂ ਹੁੰਦਾ। ਇਹਦਾ ਮਤਲਬ ਗੁਰੂ ਸਾਹਿਬ ਸਾਨੂੰ ਪਿਆਰ ਕਰਦੇ ਨੇ, ਜਿਹੜਾ ਆਪਣੀ ਸ਼ਰਨ 'ਚ ਲੈ ਕੇ ਆਏ ਨੇ। ਪਹਿਲਾਂ ਸ਼ੁਕਰਾਨੇ 'ਚ ਜਿੱਦਾਂ ਆਪਾਂ ਨੂੰ ਧੰਨ ਗੁਰੂ ਨਾਨਕ ਕਿਹਾ ਨਾ, ਕਿ ਸ਼ੁਕਰਾਨਾ ਅੰਦਰ ਫੀਲ ਹੁੰਦਾ ਨਾ, ਫਿਰ ਆਪਾਂ ਕਹਿੰਦੇ ਹਾਂ ਧੰਨ ਗੁਰੂ ਨਾਨਕ। ਜਿੰਨਾ ਮਰਜ਼ੀ ਕਹਿ ਲਓ ਥੋੜਾ, ਭਾਵੇਂ ਸਾਰਾ ਦਿਨ ਕਹੀ ਜਾਓ, ਦੈਟਸ ਮੋਰ ਦੈਨ ਇਨਫ, ਕਿ ਆਪਾਂ ਹੋਰ ਕੁਛ ਨਾ ਕਰੀਏ, ਉਹੀ ਕਰੀ ਜਾਈਏ, ਜੀ ਕਰਦਾ। ਪਰ ਆਪਾਂ ਇਹ ਸੋਚ ਕੇ ਜਾਈਏ ਕਿ ਅੱਜ ਮੇਰੀ ਉਹ ਧੁੰਦ ਜਿਹਦੇ ਕਰਕੇ ਮੈਂ ਅੱਗੇ ਸਹੀ ਰਾਹ ਤੇ ਨਹੀਂ। ਜਦੋਂ ਹੁਣ ਧੁੰਦ ਹੁੰਦਾ ਤੇ ਕੀ ਹੁੰਦਾ? ਮੇਨਲੀ ਐਕਸੀਡੈਂਟਸ ਹੁੰਦੇ ਆ, ਜਾਂ ਰਸਤਾ ਕੋਈ ਭੁੱਲ ਜਾਂਦਾ, ਕਿਤੇ ਹੋਰ ਪਹੁੰਚ ਜਾਂਦਾ। ਨਾ ਤਾਂ ਅਸੀਂ ਐਕਸੀਡੈਂਟ ਕਰਨਾ ਆਪਣੀ ਲਾਈਫ 'ਚ, ਤੇ ਨਾ ਹੀ ਅਸੀਂ ਰਸਤਾ ਭੁੱਲਣਾ। ਇਹ ਐਕਸੀਡੈਂਟ ਕਿਹੜਾ? ਇਹ ਐਕਸੀਡੈਂਟ ਇਹੀ ਜਿਹੜਾ ਕ੍ਰੋਧ ਕਰਕੇ ਐਕਸੀਡੈਂਟ ਹੋ ਜਾਂਦੇ ਨੇ, ਕੰਮ ਕਰਕੇ ਐਕਸੀਡੈਂਟ ਹੋ ਜਾਂਦੇ ਨੇ, ਕਿਸੇ ਨਾਲ ਈਰਖਾ, ਦਵੈਰ ਤੇ ਨਿੰਦਾ ਚੁਗਲੀ ਕਰਕੇ ਜਿਹੜੀ ਸਾਡੀ ਲਾਈਫ 'ਚ ਐਕਸੀਡੈਂਟਸ ਹੋ ਜਾਂਦੇ ਨੇ। ਪਰ ਐਕਸੀਡੈਂਟ ਕਰਕੇ ਕੀ ਹੁੰਦਾ? ਕੰਮ ਜਿੱਥੇ ਪਹੁੰਚਣਾ ਸੀ, ਉਹ ਪਹੁੰਚਣਾ ਤਾਂ ਕੀ ਪਿੱਛੇ ਹੀ ਰਹਿ ਗਏ, ਹੋਰ ਕਿੰਨਾ ਪਿੱਛੇ ਪੈ ਗਿਆ ਕੰਮ। ਅਸੀਂ ਨਾ ਤਾਂ ਆਪਣੀ ਲਾਈਫ 'ਚ ਐਕਸੀਡੈਂਟਸ ਕਰਨੇ ਆ, ਤੇ ਨਾ ਹੀ ਰਸਤਾ ਭੁੱਲਣਾ। ਆਪਾਂ ਟਰੈਕ ਤੇ ਆਣਾ। ਆਪਾਂ ਬਾਈਪਾਸ ਤਾਂ ਕਰ ਸਕਦੇ ਹਾਂ। ਬਾਈਪਾਸ ਇਹਦਾ ਮੈਨੂੰ ਵੀ ਜੇ ਇੱਥੇ ਕੋਈ ਡਿਸਟਰੈਕਸ਼ਨ ਸੀਗੀ, ਇੱਥੇ ਕੋਈ ਇਹੋ ਜਿਹੀ ਚੀਜ਼ ਸੀ ਜਿਹੜੀ ਮੈਨੂੰ ਗੁਰੂ ਤੋਂ ਦੂਰ ਕਰ ਰਹੀ ਹੈ, ਉਹਦੇ ਨਾਲ ਮੇਰਾ ਐਕਸੀਡੈਂਟ ਹੋਣਾ ਸੀ। ਹੁਣ ਮੈਂ ਉਹ ਨਹੀਂ ਕਰਨਾ, ਕਿਉਂਕਿ ਮੈਂ ਗੁਰੂ ਤੋਂ ਚਾਨਣ ਲੈ ਲੈਣਾ। ਹੁਣ ਮੈਂ ਬਾਈਪਾਸ ਕਰਕੇ ਲੰਘ ਜਾਣਾ। ਇੱਦਾਂ ਦਾ ਆਪਣੀ ਜੀਵਨ 'ਚ ਇੱਕ ਸਟ੍ਰੈਟਜੀ ਬਣਾ ਲਈ ਹੈ, ਇੱਕ ਨੀਤੀ ਬਣਾ ਲਈ ਹੈ ਕਿ ਮੈਂ ਜੀਵਨ ਇੱਦਾਂ ਜੀਣਾ। ਕਿੱਦਾਂ ਗੁਰੂ ਨਾਨਕ ਸਾਹਿਬ ਨੇ ਕਰਕੇ ਦਿਖਾਇਆ? ਉਹਨਾਂ ਨੂੰ ਪੁੱਛੀਏ ਤੇ ਨਾਲੇ ਆਪਾਂ ਬੇਨਤੀ ਕਰੀਏ ਕਿ ਸਾਡੇ ਜੀਵਨ 'ਚੋਂ ਧੁੰਦ ਖਤਮ ਹੋ ਜਾਵੇ, ਜਿਹੜੀ ਧੁੰਦ ਨੇ ਸਾਨੂੰ ਜਕੜਿਆ ਹੋਇਆ। ਆਪਾਂ ਗੱਲ ਸ਼ੁਰੂ ਕਰੀਏ। ਕੋਈ ਸਿਰਫ ਇੰਸੀਡੈਂਟਸ ਦੀ ਗੱਲ ਹੋ ਪਾਏਗੀ, ਕਿਉਂਕਿ ਜੀਵਨ ਇੰਨਾ ਜ਼ਿਆਦਾ ਵਿਸਥਾਰ 'ਚ ਹੈਗਾ। ਸਿਰਫ ਕੁਝ ਗੱਲਾਂ ਜੇ ਆਪਾਂ ਉਹ ਵੀ ਕਰ ਲੈ ਜਾਈਏ ਤਾਂ, ਜਿਹੜਾ ਹੁਣ ਤੁਸੀਂ ਪ੍ਰਸ਼ਾਦਾ ਛਕ ਕੇ ਆਏ ਹੋ, ਉੱਥੇ ਕਿੰਨੇ ਸ਼ੁਰੂ ਕੀਤਾ? ਲੰਗਰ ਦੀ ਗੱਲ ਬਹੁਤ ਅੱਜ ਸਾਰੀ ਦੁਨੀਆ ਜਾਣਦੀ ਹੈ। ਜੇ ਸਿੱਖਾਂ ਬਾਰੇ ਕੋਈ ਕੁਛ ਜਾਣਦਾ ਤਾਂ ਕੀ ਜਾਣਦਾ? ਲੰਗਰ। ਜੇ ਕੁਛ ਵੀ ਨਹੀਂ ਜਾਣਦਾ, ਕੋਈ ਕਹਿੰਦਾ ਕਿ ਇੱਕ ਤਾਂ ਇਹਨਾਂ ਦੇ ਸਿਰ ਤੇ ਇੱਕ ਕਰਾਊਨ ਹੈਗਾ, ਇੱਕ ਤਾਜ ਹੈਗਾ, ਤੇ ਇੱਕ ਕੀ ਹੈ, ਇਹ ਜਾ ਕੇ ਲੰਗਰ ਵੰਡਦੇ ਨੇ, ਪੈਸੇ ਦੇ ਲਈ ਲੰਗਰ ਕਰਦੇ ਆ ਨਾ। ਤੇ ਜੇ ਦੋਨੋਂ ਚੀਜ਼ਾਂ ਰਲ ਜਾਣ ਤੇ ਹੋਰ ਵੀ ਵਧੀਆ, ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਸਾਡੇ ਸਿਰਾਂ ਤੋਂ ਹੁਣ ਤਾਜ ਵੀ ਗੁੰਮ ਹੋ ਗਏ ਨਾ, ਉਹ ਵੀ ਕੋਸ਼ਿਸ਼ ਕਰਨੀ ਆਪਾਂ ਗੁਰੂ ਸਾਹਿਬ ਤੋਂ ਆਗਿਆ ਲੈਣੀ ਆ, ਗੁਰੂ ਸਾਹਿਬ ਦੇ ਅੱਗੇ ਬੇਨਤੀਆਂ ਕਰਨੀਆਂ ਵੀ ਇਸ ਤਾਜ ਦੀ ਵੀ ਮੇਰੀ ਝੋਲੀ 'ਚ ਬਖਸ਼ਿਸ਼ ਕਰੋ। ਕਿਉਂਕਿ ਮੈਨੂੰ ਸਰਦਾਰੀ ਦਿੱਤੀ ਸੀ ਗੁਰੂ ਨਾਨਕ ਨੇ। ਉਹ ਸਰਦਾਰੀ ਮੈਂ ਕਿਉਂ ਭੁੱਲ ਜਾਵਾਂ? ਕੋਈ ਨਹੀਂ ਚਾਹੁੰਦਾ ਕਿ ਮੈਂ ਆਪਣੀ ਰਿਸਪੈਕਟ ਆਪੇ ਹੀ ਥੱਲੇ ਸੁੱਟ ਦੇਵਾਂ। ਕੋਈ ਚਾਹੁੰਦਾ ਇਸ ਦੁਨੀਆ 'ਚ? ਕੋਈ ਨਹੀਂ ਚਾਹੇਗਾ। ਫਿਰ ਆਪਾਂ ਤੇ ਆਪੇ ਹੀ ਕਰ ਦਿੱਤਾ। ਸਾਨੂੰ ਕਿਹਾ ਸੀ ਸਰਦਾਰ ਜੀ ਕਹਿੰਦੇ ਸੀ ਨਾ ਬਈ ਇਹਦੇ ਕਰਕੇ ਹੁਣ ਉੱਦਾਂ ਤਾਂ ਦੇਖੋ ਤੁਸੀਂ ਕਿਤੇ ਵੀ ਜਾ ਰਹੇ ਹੋ। ਹੁਣ ਆਪਣੀ ਕੰਮ ਦੀ ਗੱਲ ਲੈ ਲਈ। ਹੁਣ ਮੈਂ ਲਾਸਟ ਵੀਕ ਕਿਤੇ ਕੰਮ ਤੇ ਸੀ, ਉੱਥੇ ਸਾਰੇ ਮਤਲਬ ਕੋਈ ਹੋਰ ਸਿੱਖ ਨਹੀਂ ਸੀ। ਸਾਨੂੰ ਔਖਾ ਲੱਗਦਾ, ਸਾਰੇ ਇੱਕੋ ਜਿਹੇ ਨੇ, ਤੁਸੀਂ ਵੱਖਰੇ ਹੋ, ਔਖਾ ਲੱਗਦਾ, ਲੈਟਸ ਬੀ ਆਨੈਸਟ। ਪਰ ਇਹੀ ਤਾਂ ਸਰਦਾਰੀ ਦਿੱਤੀ ਸੀ, ਕਿਉਂਕਿ ਤੁਹਾਨੂੰ ਸਟ੍ਰੇਟ ਵੇ ਤੁਹਾਡੀ ਜ਼ਿੰਮੇਵਾਰੀ ਵੀ ਨਾਲ ਜਾਂਦੀ ਹੈ। ਸਿਰਫ ਸਰਦਾਰੀ ਨਹੀਂ ਨਾਲ ਜਾਂਦੀ,
ਜ਼ਿੰਮੇਵਾਰੀ ਵੀ ਨਾਲ ਜਾਂਦੀ ਹੈ ਔਰ ਤੁਹਾਨੂੰ ਉੱਥੇ ਗੁਰੂ ਸਾਹਿਬ ਅੰਗ ਸੰਗ ਮਹਿਸੂਸ ਹੋ ਰਹੇ ਨੇ। ਕਿਉਂ? ਕਿਉਂਕਿ ਗੁਰੂ ਦਾ ਤਾਜ ਤੁਹਾਡੇ ਸਿਰ ਤੇ ਹੈ। ਹੋ ਹੀ ਨਹੀਂ ਸਕਦਾ ਕਿ ਸਾਡੇ ਕੋਲੋਂ ਕੋਈ ਗਲਤ ਕੰਮ ਹੋ ਜਾਵੇ। ਕਿਉਂ? ਕਿਉਂਕਿ ਗੁਰੂ ਮੇਰੇ ਨਾਲ ਹੈ, ਗੁਰੂ ਦੀ ਸਰਦਾਰੀ ਮੇਰੇ ਅੱਗੇ ਹੈ, ਮੈਂ ਪਿੱਛੇ ਹਾਂ। ਹੋ ਹੀ ਨਹੀਂ ਸਕਦਾ। ਔਰ ਸਾਨੂੰ ਰਿਸਪੈਕਟ ਜਿਹੜੀ ਮਿਲ ਰਹੀ ਹੈ, ਨੈਚੁਰਲੀ ਤੁਹਾਡੇ ਅੰਦਰੋਂ ਇੱਕ ਵਾਈਬ੍ਰੇਸ਼ਨ ਨਿਕਲੇਗੀ ਜਿੱਥੋਂ ਲੋਕਾਂ ਨੂੰ ਠੰਡ ਮਿਲੇ। ਜੇ ਸਿਰਫ ਇਕੱਲਾ ਸਿਰ ਤੇ ਤਾਜ ਨਹੀਂ, ਤਾਜ ਵਰਗੇ ਕੰਮ ਵੀ ਹੋਣ, ਦੋਨੋਂ ਚੀਜ਼ਾਂ ਨਾਲ ਨਾਲ ਚੱਲਣਗੀਆਂ। ਠੀਕ ਹੈ, ਨਾਲ ਤਾਜ ਹੋਏ, ਨਾਲ ਉਹ ਰਾਜੇ ਵਰਗੇ ਉਹ ਤਾਜ ਪਹਿਨਣ ਵਾਲੇ ਕੰਮ ਵੀ ਹੋਣਗੇ, ਤਾਂ ਦੁਨੀਆ ਆ ਕੇ ਤੁਹਾਨੂੰ ਪੁੱਛੇਗੀ ਤੁਸੀਂ ਕੌਣ ਹੋ, ਮੈਂ ਤੁਹਾਡੇ ਬਾਰੇ ਜਾਣਨਾ ਚਾਹੁੰਦਾ, ਮੈਂ ਤੁਹਾਡੇ ਵਰਗਾ ਬਣਨਾ ਚਾਹੁੰਦਾ। ਪਰ ਜੇ ਅਸੀਂ ਆਪ ਹੀ ਕਹਿੰਦੇ ਅੱਲਾ ਭਾਈ ਮੇਰਾ ਤਾਜ ਤੂੰ ਲੈ ਲਾ, ਕੋਈ ਇਸ ਦੁਨੀਆ ਦਾ ਰਾਜਾ ਨਹੀਂ ਹੋਏਗਾ ਜਿਹੜਾ ਆਪਣਾ ਤਾਜ ਪੈਰਾਂ 'ਚ ਰੋਲ ਦੇਗਾ। ਸੋ ਲੈਟਸ ਥਿੰਕ ਅਬਾਊਟ ਦੈਟ ਐਸ ਵੈਲ। ਇੱਦਾਂ ਨਾ ਸੋਚੋ ਕਿ ਮੈਂ ਕਿਸੇ ਨੂੰ ਲਾ ਕੇ ਗੱਲ ਕਰ ਰਹੀ ਹਾਂ। ਹੁਣ ਜੇ ਸਾਨੂੰ ਸਟੇਜ ਤੇ ਬਿਠਾਈ ਦਿੱਤਾ ਤਾਂ ਵੀ ਨੀਡ ਟੂ ਬੀ ਓਨੈਸਟ। ਅਸੀਂ ਸੱਚ ਦੀ ਗੱਲ ਕਰਨੀ। ਗੁਰੂ ਨਾਨਕ ਸਾਹਿਬ ਨੇ ਵੀ ਸੱਚ ਦੀ ਗੱਲ ਕੀਤੀ। ਪਹਿਲਾਂ ਹੀ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਪਲੀਜ਼ ਨਹੀਂ ਕੀਤਾ। ਪਲੀਜ਼ ਮਤਲਬ ਉਹ ਕਿਸੇ ਨੂੰ ਖੁਸ਼ ਕਰਨ ਨਹੀਂ ਜਾਂਦੇ ਸੀ ਕਿ ਮੈਂ ਰਾਜੇ ਨੂੰ ਖੁਸ਼ ਕਰ ਆਵਾਂ, ਮੈਨੂੰ ਥੋੜਾ ਕੁਝ ਮਿਲ ਜਾਏਗਾ। ਸੱਚ ਦੀ ਗੱਲ ਕਰਦੇ ਸੀ। ਔਰ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੂੰ ਵੱਟੇ ਵੀ ਪਏ, ਗੁਰੂ ਨਾਨਕ ਸਾਹਿਬ ਨੂੰ ਖੂਚ ਵੀ ਸੁੱਟਿਆ ਗਿਆ। ਜ਼ਬਾਨ ਕੰਮ ਦੀਆਂ ਗੱਲਾਂ ਕਰਦੇ ਨੇ, ਔਖਾ ਲੱਗਦਾ, ਪਰ ਦੈਟਸ ਟਰੂਥ। ਠੀਕ ਹੈ, ਭੁੱਖੇ ਵੀ ਰਹੇ, ਸੌਣ ਨੂੰ ਕਿੱਥੇ ਸੌਂਦੇ ਸੀ? ਰੋਣਾ ਉੱਤੇ। ਕਿਸ ਤਰ੍ਹਾਂ ਦਾ ਸਮਾਂ ਹੁੰਦਾ ਹੋਵੇਗਾ ਕਿ ਇਹ ਕੁਝ ਸਹਿੰਦੇ ਹੋਏਗੀ, ਹੀ ਕੈਪਟ ਡੂਇੰਗ ਇਟ। ਸਾਨੂੰ ਕੀ ਔਖਾ ਹੈ? ਅਸੀਂ ਉਹ ਇੰਨੀ ਪਿਆਰੀ ਸਿੱਖੀ ਜਿਹੜੀ ਗੁਰੂ ਨਾਨਕ ਨੇ ਸਾਨੂੰ ਦਿੱਤੀ, ਕਿਹਦੇ ਕਰਕੇ, ਸਾਡੇ ਕਰਕੇ ਕਿੱਥੇ ਕਿੱਥੇ ਗਏ, ਆਪਣਾ ਪਰਿਵਾਰ ਛੱਡਿਆ। ਮਤਲਬ ਹੁਣ ਕੀ ਔਖਾ ਸਾਡੇ ਲਈ? ਨਥਿੰਗ ਹਾਰਡ। ਸੋ ਥਿੰਕ ਅਬਾਊਟ ਦੈਟ ਐਜ਼ ਵੈਲ। ਅਸੀਂ ਆਪਣੀ ਸਰਦਾਰੀ ਕਿਉਂ ਛੱਡ ਦਿੱਤੀ? ਉਹ ਜਿਹੜੀ ਗੁਰੂ ਨਾਨਕ ਨੇ ਸਾਨੂੰ ਸਰੂਪ ਦਿੱਤਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੱਕ, ਉਹ ਇੱਕ ਹੀ ਚੀਜ਼ ਹੈ, ਕੋਈ ਫਰਕ ਨਹੀਂ ਹੈਗਾ। ਅਸੀਂ ਕਿਵੇਂ ਉਹ ਛੱਡ ਦਿੱਤਾ? ਕੀ ਔਖਾ ਸਾਡੇ ਲਈ ਅੱਜ? ਇੱਕ ਹੀ ਸਾਥੀ ਪੜ੍ਹ ਕੇ ਦੇਖ ਲਓ, ਸਾਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦੀ ਲਾਈਫ 'ਚ ਕੀ ਔਕੜਾਂ ਆਈਆਂ ਤੇ ਸਾਡੇ ਕੀ। ਗੁਰੂ ਨਾਨਕ ਸਾਹਿਬ ਨੇ ਲੰਗਰ ਦੀ ਗੱਲ ਸ਼ੁਰੂ ਕੀਤੀ। ਸਾਰਿਆਂ ਨੂੰ ਸਾਖੀ ਪਤਾ ਨਾ, ਸੋ ਜੇ ਮੈਂ ਸਾਖੀ 'ਚ ਨਾ ਵੀ ਜਾਵਾਂ, ਸਿਰਫ ਉਹਦੇ 'ਚੋਂ ਕੋਈ ਐਸੈਂਸ ਕੱਢਣ ਦੀ ਕੋਸ਼ਿਸ਼ ਕਰਾਂ। ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਨੇ, ਮਹਿਤਾ ਕਾਲੂ ਜੀ ਨੇ ਉਹਨਾਂ ਨੂੰ 20 ਰੁਪਏ ਦਿੱਤੇ ਸੀਗੇ। ਕੀ ਕਿਹਾ ਸੀ? ਇਹ 20 ਨੂੰ 40 ਬਣਾ ਕੇ ਲਿਆਓ, ਮਤਲਬ ਕਿ ਗੈਟ ਸਮ ਪ੍ਰੋਫਿਟ। ਠੀਕ ਹੈ, ਪ੍ਰੋਫਿਟ ਲੈ ਕੇ ਆਓ, ਇਹ ਹੁਣ ਤੁਸੀਂ ਇਹ ਕੰਮ ਕਰਨਾ। ਗੁਰੂ ਨਾਨਕ ਸਾਹਿਬ ਵੀ ਗਏ, ਉਹਨਾਂ ਨੇ ਕੀ ਕੀਤਾ? ਉਹ 20 ਰੁਪਈਆਂ ਦਾ ਲੰਗਰ ਲਾ ਦਿੱਤਾ ਭੁੱਖੇ ਸਾਧੂਆਂ ਨੂੰ, ਤੇ ਉਹਨਾਂ ਨੂੰ ਲੱਗਿਆ ਕਿ ਇਸ ਤੋਂ ਜ਼ਿਆਦਾ ਪ੍ਰੋਫਿਟ ਕੀ ਹੋ ਸਕਦਾ ਮੇਰੀ ਲਾਈਫ 'ਚ। ਲੰਗਰ ਛਕਾ ਕੇ ਵਾਪਸ ਆ ਗਏ, ਬਾਹਰ ਹੀ ਖੂਹ ਤੇ ਬੈਠ ਕੇ, ਨਾਲ ਬਾਲਾ ਜੀ ਸੀਗੇ। ਬਾਲਾ ਜੀ ਨੇ ਜਾ ਕੇ ਸਾਰੀ ਗੱਲ ਜਦੋਂ ਪਿਤਾ ਜੀ ਨੂੰ ਦੱਸੀ ਤੇ ਪਿਤਾ ਜੀ ਨੂੰ ਗੁੱਸਾ ਆ ਗਿਆ। ਆਂਦਾ ਵੀ ਹਰ ਪਿਤਾ ਨੂੰ ਵੀ ਮੈਂ ਪੈਸੇ ਦਿੱਤੇ ਸੀਗੇ, ਖਰਾਬ ਕਰਤੇ, ਆਪਾਂ ਵੀ ਅੱਜ ਇੱਦਾਂ ਹੀ ਕਰਾਂਗੇ। ਸੋ ਆਪਾਂ ਮਹਿਤਾ ਕਾਲੂ ਜੀ ਨੂੰ ਬਲੇਮ ਨਹੀਂ ਕਰਨਾ, ਇਹ ਸਾਨੂੰ ਸਾਰਾ ਕੁਝ ਸਿਖਾਉਣ ਲਈ ਇਹ ਸਾਰਾ ਕੁਝ ਵਰਤਾਂਤ ਰਚੇ ਗਏ ਨੇ। ਫਿਰ ਪਿਤਾ ਜੀ ਨੇ ਆ ਕੇ ਕੀ ਕੀਤਾ? ਪਿਤਾ ਜੀ ਨੇ ਆ ਕੇ ਫਿਰ ਚਪੇੜਾ ਮਾਰੀਆਂ। ਠੀਕ ਹੈ, ਫਿਰ ਉਹ ਚਪੇੜਾ ਵੀ ਖਾ ਲਈਆਂ। ਭਾਈ ਵੀਰ ਸਿੰਘ ਜੀ ਨੇ ਲਿਖਿਆ ਕਿ ਉਹਨਾਂ ਦੇ ਮੂੰਹ ਤੇ ਨੀਲ ਪੈ ਗਏ। ਬੇਬੇ ਨਾਨਕੀ ਜੀ, ਜਿਨ੍ਹਾਂ ਨੂੰ ਪਤਾ ਸੀ ਕਿ ਇਹ ਕੋਈ ਆਮ ਵੀਰ ਨਹੀਂ ਹੈਗਾ, ਮੇਰਾ ਇਲਾਹੀ ਰੱਬੀ ਵੀਰ ਹੈਗਾ, ਉਹ ਵੀ ਭੱਜੇ ਪਿੱਛੇ ਪਿਤਾ ਜੀ ਦੇ। ਉਹਨਾਂ ਨੇ ਦੇਖਿਆ ਵੀ ਗੁੱਸੇ 'ਚ ਜਾ ਰਹੇ ਨੇ, ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਪਰ ਇਸ ਤੋਂ ਪਹਿਲਾਂ ਕਾਰਾ ਹੋ ਗਿਆ ਸੀ। ਤੇ ਉਹ ਜਿਹੜੀ ਦਰਦ ਹੋਈ, ਉਹ ਸਿਰਫ ਗੁਰੂ ਨਾਨਕ ਨੂੰ ਨਹੀਂ ਹੋਈ, ਜਿਨ੍ਹਾਂ ਨੂੰ ਪਹਿਲੇ ਸਿੱਖ ਹੋਣ ਦਾ ਮਾਣ ਹੈ। ਕੌਣ ਹੈ? ਬੇਬੇ ਨਾਨਕੀ ਜੀ। ਉਹਨਾਂ ਨੂੰ ਪੀੜ ਹੋਈ, ਬਹੁਤ ਜ਼ਿਆਦਾ ਪੀੜ ਹੋਈ, ਪਰ ਕੁਝ ਕਰ ਨਹੀਂ ਸਕਦੇ ਸੀ। ਇਹ ਪ੍ਰਾਈਸ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਕਾਹਦੇ ਲਈ? ਲੰਗਰ ਲਈ, ਜਿਹਨੂੰ ਅੱਜ ਆਪਾਂ ਬੜਾ ਇੱਕ ਆਮ ਜੀ ਚੀਜ਼ ਕਰਕੇ ਮੰਨ ਗਏ ਹਾਂ। ਕਿੱਦਾਂ ਦੇ ਉਹਨਾਂ ਨੇ ਦੇਖੋ ਔਕੜਾਂ 'ਚੋਂ ਲੰਘਦੇ ਹੋਏ ਇਹੋ ਜਿਹੀਆਂ ਕੀਮਤਾਂ ਦੇ ਕੇ ਸਾਡੇ ਲਈ ਕਿਹੜੀ ਚੀਜ਼ ਛੱਡ ਗਏ? ਉਹ 20 ਰੁਪਏ, ਤਾਂ ਜਿਹੜਾ ਸਿਰਫ 20 ਰੁਪਏ ਨਹੀਂ, ਐਡਾ ਵੱਡਾ ਪ੍ਰਾਈਸ ਦਿੱਤਾ ਕਿ ਉਹ ਰਹਿੰਦੀ ਦੁਨੀਆ ਤੱਕ ਰਹੇਗਾ, ਹਮੇਸ਼ਾ ਚੱਲਦਾ ਰਹੇਗਾ। ਕਦੀ ਕੋਈ ਉਹਨੂੰ ਮਨਾ ਨਹੀਂ ਕਰ ਸਕਦਾ, ਕਦੀ ਉਹਨੂੰ ਰੋਕ ਨਹੀਂ ਸਕਦਾ ਕੋਈ। ਅੱਗੇ ਚੱਲੀਏ ਆਪਾਂ। ਉਹਦਾ ਕਨਸੈਪਟ ਕੀ ਸੀਗਾ? ਕਿਉਂ ਗੁਰੂ ਨਾਨਕ ਸਾਹਿਬ ਜੀ ਦਾ ਜੀ ਕੀਤਾ? ਉਹਨਾਂ ਨੂੰ ਪਤਾ ਸੀ ਨਾ ਕਿ ਜੇ ਮੈਂ 20 ਰੁਪਏ ਇੱਥੇ ਖਰਚ ਦਿੱਤੇ ਤੇ ਇਹਦਾ ਨਤੀਜਾ ਖਤਰਨਾਕ ਹੋ ਸਕਦਾ। ਐਂ ਤਾਂ ਨਹੀਂ ਸੀ ਵੀ ਪਤਾ ਨਹੀਂ ਸੀ, ਪਰ ਉਹਨਾਂ ਨੇ ਉਹ ਵੀ ਡਿਸੀਜ਼ਨ ਲਿਆ ਕਿ ਮੇਰੇ ਲਈ ਸੱਚਾ ਸੌਦਾ, ਮੇਰੇ ਲਈ ਪ੍ਰੋਫਿਟ, ਮੇਰੇ ਲਈ ਟਰੂ ਬਾਰਗੇਨ ਇਹੀ ਹੈ, ਇੱਥੇ ਹੀ ਪੈਸੇ ਖਰਚਣੇ। ਕਿਉਂ? ਕਿਉਂਕਿ ਉਹਨਾਂ ਦਾ ਵਿਜ਼ਨ ਕੁਛ ਹੋਰ ਸੀ। ਉਹ ਵਿਜ਼ਨ ਜਿਹੜਾ ਸੀਗਾ ਕਿ ਜਿਹੜੇ ਅਬ 7.2 ਬਿਲੀਅਨ ਲੋਕ ਨੇ ਇਸ ਦੁਨੀਆ 'ਚ, ਇਸ ਅਰਥ ਦੇ ਉੱਤੇ, ਇਸ ਸਾਰਿਆਂ ਦੇ ਵਿੱਚ ਇੱਕ ਇਲਾਹੀ ਜੋਤ ਹੈ, ਸਾਰਿਆਂ ਦੇ ਵਿੱਚ ਇੱਕ ਰੱਬੀ ਜੋਤ ਹੈ।
ਇਹ ਉਸ ਜੋਤ ਦੀ ਮਰਜ਼ੀ ਹੈ ਕਿ ਉਹਨੇ ਉਹ ਇਲਾਹੀ ਜੋਤ ਨੂੰ ਪ੍ਰਗਟਾਉਣਾ ਹੈ ਕਿ ਜਾਂ ਵਿੱਚ ਜਿਹੜਾ ਆਪਾਂ ਕਹਿੰਦੇ ਆ ਵੀ ਦੂਸਰਾ ਸ਼ੈਤਾਨ ਵਾਲਾ ਕੰਮ ਕਰਨਾ। ਇਹ ਸਾਡੀ ਮਰਜ਼ੀ ਹੈ। ਅੱਜ ਵੀ ਉਹੀ ਚੀਜ਼ ਚੁੱਕਦੀ ਹੈ। ਜੇ ਆਪਾਂ ਕਹਿ ਦਈਏ ਨਾ ਆਹ ਬੰਦਾ ਤਾਂ ਬਹੁਤ ਭਾਗਾ ਵਾਲਾ ਗੁਰੂ ਨਾਲ ਜੁੜਿਆ ਹੈ, ਆਹ ਬੰਦਾ ਸਾਰੇ ਪੁੱਠੇ ਕੰਮ ਕਰਦਾ, ਆਪਾਂ ਆਮ ਕਹਿ ਦਿੰਦੇ ਆ ਮੇਰੇ 'ਚ ਤਾਂ ਕੁਝ ਹੈ ਨਹੀਂਗਾ। ਠੀਕ ਹੈ, ਅਸੀਂ ਗਰੀਬੀ 'ਚ ਇਹ ਗੱਲ ਕਹਿ ਸਕਦੇ ਹਾਂ ਕਿ ਨਿਮਰਤਾ ਦੇ ਵਿੱਚ, ਪਰ ਇਹ ਯਾਦ ਰੱਖੀਏ ਕਿ ਸਾਡੇ ਸਾਰਿਆਂ ਦੇ ਵਿੱਚ ਗੁਰੂ ਨਾਨਕ ਦੀ ਜੋਤ ਹੈ। ਕੋਈ ਇਸ ਤਰ੍ਹਾਂ ਨਹੀਂ ਕਿ ਕੋਈ ਸੁਪੀਰੀਅਰ ਹੈ, ਕੋਈ ਇਨਫੀਰੀਅਰ ਹੈ, ਪਰ ਸਾਨੂੰ ਇੱਕ ਵਿਵੇਕ ਬੁੱਧ ਦਿੱਤੀ ਗੁਰੂ ਨੇ, ਸਾਨੂੰ ਇੱਕ ਫਰੀडम ਆਫ ਚੋਇਸ ਦਿੱਤੀ ਹੈ ਕਿ ਤੁਹਾਡੀ ਮਰਜ਼ੀ ਹੈ। ਤੁਸੀਂ ਇਲਾਹੀ ਗੁਣਾਂ ਨੂੰ ਕਹਿ ਲਓ ਵੀ ਪੋਲਿਸ਼ ਕਰਨਾ। ਜਿੱਦਾਂ ਆਪਾਂ ਕਹਿੰਦੇ ਕਿਸੇ ਨੂੰ ਫੀਡ ਦੇਣੀ, ਉਹ ਚੀਜ਼ ਵੱਧ ਜਾਂਦੀ ਹੈ ਨਾ। ਹੁਣ ਕਿਸੇ ਬੂਟੇ ਨੂੰ ਪਾਣੀ ਦੇਵਾਂਗੇ ਉਹ ਬੂਟਾ ਵੱਧ ਜਾਏਗਾ, ਕਿਸੇ ਨੂੰ ਪਾਣੀ ਨਹੀਂ ਦੇਵਾਂਗੇ ਉਹ ਸੁੱਕ ਜਾਏਗਾ। ਅਸੀਂ ਜਿਹੜੇ ਸ਼ੈਤਾਨ ਵਾਲੇ ਨੇ ਸਾਡੇ ਸਾਰਿਆਂ ਦੇ ਨੇ, ਉਹਨੂੰ ਅਸੀਂ ਨਹੀਂ ਫੀਡ ਦੇਣੀ, ਤੇ ਅਸੀਂ ਜਿਹੜੇ ਇਲਾਹੀ ਗੁਣ ਨੇ, ਦੈਵੀ ਗੁਣ ਨੇ, ਗੁਰੂ ਨਾਨਕ ਦੇ ਦਿੱਤੇ ਹੋਏ ਗੁਣ, ਉਹਨਾਂ ਨੂੰ ਫੀਡ ਦੇ ਕੇ ਅਸੀਂ ਵੱਡਾ ਕਰਨਾ। ਉਹ ਸਾਡੀ ਵਿਜ਼ਨ ਸੀ। ਇਸ ਕਰਕੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ। ਜੇ ਮਾੜਾ ਕਹਿੰਦੇ ਹੁੰਦੇ ਤੇ ਗੁਰੂ ਨਾਨਕ ਸਾਹਿਬ ਨੇ ਕੌਡੀ ਰਾਕਸ਼ ਕੋਲ ਜਾਣਾ ਨਹੀਂ ਸੀ। ਰਾਕਸ਼ਸ ਕੋਲ ਕਿਉਂ ਜਾਣਾ ਸੀ? ਉਹਨਾਂ ਨੇ ਕਹਿਣਾ ਸੀ ਮੇਰੇ ਨਾਲ ਇਹਦਾ ਕੀ ਲੈਣਾ ਦੇਣਾ। ਇੱਕ ਮਰੀਜ਼ ਡਾਕਟਰ ਕੋਲ ਜਾਂਦਾ ਨਾ ਕਿਉਂਕਿ ਉਹਨੂੰ ਲੋੜ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਉਲਟਾ ਕੰਮ ਕੀਤਾ ਸੀ। ਉਹ ਆਪ ਮਰੀਜ਼ਾਂ ਕੋਲ ਚੱਲ ਕੇ ਜਾਂਦੇ ਸੀ। ਕਿਉਂ? ਕਿਉਂਕਿ ਉਹ ਕਰਨ ਹੀ ਇਹ ਆਏ ਸੀ, ਕੱਲ ਤਰਨ ਗੁਰੂ ਨਾਨਕ ਆਇਆ। ਇਹ ਹੁਣ ਅੱਜ ਵੀ ਉਹੀ ਚੀਜ਼ ਸਾਡੇ ਤੇ ਟੁੱਕਦੀ ਹੈ ਕਿ ਅਸੀਂ ਗੁਰੂ ਨਾਨਕ ਦੇ ਗੁਣ ਲੈ ਕੇ ਆਪਣੇ ਚੋਂ ਉਹ ਦੈਵੀ ਗੁਣ ਪ੍ਰਗਟ ਕਰਨੇ ਆ ਕਿ ਅਸੀਂ ਜਿਹੜਾ ਉਹ ਸਾਡੇ ਦੂਜਾ ਪਾਸਾ ਵੀ ਚੱਲ ਰਿਹਾ, ਨਾਲ ਕਿਸੇ ਤੋਂ ਖੋਹ ਲਈਏ, ਕਿਸੇ ਨਾਲ ਧੋਖਾ ਧੜੀ ਕਰ ਲਈਏ, ਉਹ ਵਾਲੀ ਚੀਜ਼ ਨੂੰ ਆਪਾਂ ਵੱਡਾ ਕਰਨਾ। ਅੱਗੇ ਚੱਲੀਏ। ਹੁਣ ਇਹੀ ਕਰਦੇ ਕਰਦੇ ਕੱਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਸਾਹਿਬ ਕਿੱਥੇ ਪਹੁੰਚੇ? ਸੱਜਣ ਜੀ ਕੋਲ, ਜਿਨ੍ਹਾਂ ਨੂੰ ਆਮ ਕਰਕੇ ਸਾਰੇ ਕਹਿੰਦੇ ਆ ਸੱਜਣ ਠੱਗ। ਉਹਨਾਂ ਨੂੰ ਅਸੀਂ ਸੱਜਣ ਠੱਗ ਤਾਂ ਕਹੀਏ ਜੇ ਉਹਨਾਂ ਨੇ ਆਪਣਾ ਜੀਵਨ ਨਾ ਬਦਲਿਆ ਹੋਵੇ। ਅਸੀਂ ਆਪਣੇ ਆਪ ਨੂੰ ਤਾਂ ਕਹਿ ਸਕਦੇ ਹਾਂ। ਕਿੰਨੇ ਸ਼ਬਦ ਸੁਣੇ ਸੀਗੇ ਸੱਜਣ ਜੀ ਨੇ? ਇਹ ਵੀ ਇਤਿਹਾਸ ਸਾਰਿਆਂ ਨੂੰ ਪਤਾ ਨਾ। ਸੋ ਵਿਦਆਊਟ ਗੋਇੰਗ ਇਨਟੂ ਦ ਹੋਲ ਸਾਖੀ, ਕਿੰਨੇ ਸ਼ਬਦ ਸੁਣੇ ਸੀ? ਇੱਕ ਸ਼ਬਦ। ਉਹਨਾਂ ਦਾ ਮਕਸਦ ਕੀ ਸੀ? ਜਸਟ ਬਰੀਫਲੀ ਟੱਚਿੰਗ, ਜੇ ਕਿਸੇ ਨੂੰ ਨਹੀਂ ਪਤਾ, ਮਕਸਦ ਇਹ ਸੀ ਕਿ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਸਥਾਨ ਬਣਾਇਆ ਸੀ ਵਿੱਚ ਤੇ ਬਾਹਰੋਂ ਲੱਗਦਾ ਸੀ ਵੀ ਇਹ ਮੁਸਲਮਾਨਾਂ ਨੂੰ ਵੀ ਵੈਲਕਮ ਕਰਦਾ ਹੈ, ਹਿੰਦੂਆਂ ਨੂੰ ਵੀ ਵੈਲਕਮ ਕਰਦਾ ਹੈ। ਉਹ ਜਿਸ ਤਰ੍ਹਾਂ ਦੇਖ ਲੈਂਦੇ ਸੀ ਜਿੱਦਾਂ ਦਾ ਇਨਸਾਨ ਹੁੰਦਾ ਸੀ ਉਹਦਾ ਦੇ ਵਸਤਰ ਪਾ ਲੈਂਦੇ ਸੀਗੇ, ਉਹਨੂੰ ਵੈਲਕਮ ਕਰਦੇ ਸੀ, ਖਾਂਦੇ ਪਿਲਾਉਂਦੇ ਸੀਗੇ। ਉਸ ਤੋਂ ਬਾਅਦ ਫਿਰ ਰਾਤੀ ਸੁੱਤੇ ਤੇ ਮਾਰ ਦਿੰਦੇ ਸੀ, ਲੁੱਟ ਖੋ ਕੇ। ਉੱਥੇ ਪਿੱਛੇ ਖੂਹ ਸੀਗਾ, ਖੂਹ 'ਚ ਸੁੱਟ ਦਿੰਦੇ ਸੀ। ਕਿੱਦਾਂ ਹੋ ਗਿਆ? ਇਹ ਕੀ ਮਤਲਬ ਸੀ? ਇਹ ਆਪਣਾ ਉਹਨਾਂ ਦਾ ਕੰਮ ਸੀ, ਪੈਸੇ ਇਕੱਠੇ ਕਰਨੇ, ਲੁੱਟਾਂ ਖੋਹਾਂ ਕਰਨੀਆਂ। ਤੇ ਇਦਾਂ ਹੀ ਉਹਨਾਂ ਨੇ ਸਮਝਿਆ ਗੁਰੂ ਨਾਨਕ ਸਾਹਿਬ ਨੂੰ ਵੀ। ਉਹਨਾਂ ਦੇ ਚਿਹਰੇ ਤੋਂ ਦੇਖ ਕੇ ਉਹਨੂੰ ਇਦਾਂ ਲੱਗਾ ਵੀ ਇਹਨਾਂ ਕੋਲ ਤਾਂ ਐਡਾ ਵੱਡਾ ਖਜ਼ਾਨਾ ਹੋਣਾ ਹੈ ਜਿਹੜਾ ਦੁਨੀਆ ਤੋਂ ਕਿਤੋਂ ਮਿਲ ਹੀ ਨਹੀਂ ਸਕਦਾ। ਭਾਈ ਮਰਦਾਨਾ ਜੀ ਨਾਲ ਸੀਗੇ, ਤਾਂ ਗੁਰੂ ਨਾਨਕ ਸਾਹਿਬ ਦੋਨਾਂ ਨੂੰ ਵੀ ਇਹੀ, ਔਰ ਬੜੀ ਕੋਸ਼ਿਸ਼ ਕੀਤੀ, ਬੜੀ ਲੰਬੀ ਇਹ ਸਾਖੀ ਹੈ, ਬੜੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਰਾਤ ਨੂੰ ਇਹਨਾਂ ਦਾ ਵੀ ਕੰਮ ਕਰ ਦਈਏ। ਬੜੇ ਤਰੀਕੇ ਵੀ ਵਰਤੇ, ਪਰ ਗੁਰੂ ਨਾਨਕ ਸਾਹਿਬ ਕਿਹੜੇ ਸੌਣ ਵਾਲੇ। ਪਰ ਸੱਜਣ ਦਾ ਜਦੋਂ ਕੋਈ ਕਾਰਨ ਨਹੀਂ ਚੱਲਿਆ, ਬੜੀ ਪਰੇਸ਼ਾਨੀ ਚੱਲ ਗਈ, ਤਾਂ ਹੁਣ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਹੁਣ ਕਹਿੰਦੇ ਮਰਦਾਨਾ ਜੀ ਰਬਾਬ ਵਜਾਓ। ਫਿਰ ਇੱਕ ਸ਼ਬਦ ਗਾਇਆ ਸੀ, ਇਹਦੇ 'ਚ ਪੰਕਤੀ ਆਉਂਦੀ ਹੈ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂਗੀ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਲੰਬਾ ਸ਼ਬਦ ਚੱਲਦਾ ਹੈ। ਉਹਦੇ 'ਚ ਸਾਰੀ ਗੱਲ ਜਦੋਂ ਸ਼ਬਦ ਗਾਇਆ ਤੇ ਸੱਜਣ ਜੀ ਕੋਲ ਹੀ ਆ ਕੇ ਬਹਿ ਗਏ। ਹੁਣ ਸਿਰ ਨਹੀਂ ਚੁੱਕ ਹੁੰਦਾ, ਇੱਕ ਸ਼ਬਦ। ਔਰ ਇਸ ਤਰ੍ਹਾਂ ਦੇ ਇਨਸਾਨ ਨੇ ਉਹ ਸ਼ਬਦ ਸੁਣਿਆ ਜਿਹੜਾ ਮਤਲਬ ਗਲਾ ਘੁੱਟ ਕੇ ਲੋਕਾਂ ਨੂੰ ਮਾਰ ਕੇ ਖੁਸ਼ ਹੈ ਰੋਜ਼, ਉਹਨੂੰ ਉਹਦੀ ਜ਼ਮੀਨ ਤੰਗ ਨਹੀਂ ਕਰਦੀ। ਮਾਂ ਦੀ ਕਿਰਪਾ ਸੀ ਇਦਾਂ ਦੇ ਕੰਮ ਤੇ ਨਹੀਂ ਕੀਤੇ ਨਾ। ਸੋਚੋ ਇੰਨਾ ਮਤਲਬ ਕਤਲੇਆਮ ਹੋ ਰਿਹਾ, ਔਰ ਉਹ ਇਨਸਾਨ ਦੇ ਵੀ ਹੰਝੂ ਵਹਿ ਰਹੇ ਨੇ, ਉਹਦੇ ਅੱਖਾਂ 'ਚੋਂ ਪਾਣੀ ਚੱਲ ਰਿਹਾ, ਉਹਨੂੰ ਸਮਝ ਨਹੀਂ ਲੱਗ ਰਹੀ ਕਿ ਇਹ ਮੇਰਾ ਜੀਵਨ ਗਾਇਆ ਜਾ ਰਿਹਾ ਸਾਰਾ। ਹੁਣ ਸਿਰ ਨਹੀਂ ਚੁੱਕ ਹੁੰਦਾ, ਇੱਕ ਸ਼ਬਦ ਸੁਣਿਆ, ਔਰ ਇੱਕ ਸ਼ਬਦ ਇਹੋ ਜਿਹਾ ਸੁਣਿਆ ਕਿ ਜੀਵਨ ਪਲਟੀ ਖਾ ਗਿਆ। ਹੁਣ ਮੇਰਾ ਤਾਂ ਜੀ ਕਰਦਾ ਨੂੰ ਅਸੀਂ ਭਾਈ ਸੱਜਣ ਕਹੀਏ, ਕਿਉਂਕਿ ਗੁਰੂ ਨਾਨਕ ਦੀ ਗੱਲ ਮੰਨ ਲਈ ਨਾ, ਜੋ ਗੁਰੂ ਨਾਨਕ ਸਾਹਿਬ ਨੇ ਕਿਹਾ। ਫਿਰ ਜਦੋਂ ਸਾਰਾ ਕੁਝ ਗੱਲਬਾਤ ਹੋ ਗਈ ਤਾਂ ਕਹਿੰਦੇ ਇੱਕ ਤਰੀਕਾ ਹੈ, ਆ ਸਾਰਾ ਕੁਝ ਛੱਡੋ, ਜਿੰਨੀ ਤੱਕ ਵੀ ਤੁਸੀਂ ਅੱਜ ਤੱਕ ਮਾਇਆ ਇਕੱਠੀ ਕੀਤੀ ਹੈ, ਪਹਿਲਾਂ ਤਾਂ ਉਹ ਸਾਰਿਆਂ ਦੇ ਕੋਸ਼ਿਸ਼ ਕਰੋ ਵੀ ਪਰਿਵਾਰਾਂ ਨੂੰ ਜਾ ਕੇ ਦੱਸਿਆ ਜਾਏ, ਉਹਨਾਂ ਦੇ ਵਿੱਚੋਂ ਮਾਇਆ ਉਹਨਾਂ ਦੀ ਦਿੱਤੀ ਜਾਏ ਤੇ ਗਰੀਬਾਂ 'ਚ ਵੰਡ ਦਿਓ। ਇਹ ਜਿਹੜਾ ਤੁਸੀਂ ਬਣਾਇਆ ਇੱਥੇ ਲੁੱਟਾਂ ਖੋਹਾਂ ਵਾਲਾ ਥਾ, ਇਹਨੂੰ ਢਾਹ ਦਿਓ, ਇੱਥੇ ਇੱਕ ਧਰਮਸ਼ਾਲਾ ਬਣਾਓ ਜਿੱਥੇ ਵਾਕਈ ਆਏ ਗਏ ਦੀ ਸੇਵਾ ਹੋ ਸਕੇ। ਹੁਣ ਇੱਥੇ ਰਿਫਲੈਕਸ਼ਨ ਦਾ ਟਾਈਮ ਹੈ। ਜੇ ਸਾਨੂੰ ਕੋਈ ਇਹ ਗੱਲ ਕਵੇ ਕਿ ਗੁਰੂ ਨਾਨਕ ਕਵੇ ਕਿ ਭਾਈ ਤੂੰ ਮੇਰਾ ਸਿੱਖ ਤਾਂ ਹੈ ਜੇ ਆਹ ਵਾਲੇ ਕੰਮ ਛੱਡ ਦੇ। ਕੋਈ ਵੀ ਆਪਣੀ ਚੀਜ਼ 'ਚ ਲੈ ਲਓ, ਸਾਨੂੰ ਸਾਰਿਆਂ ਨੂੰ ਪਤਾ ਅਸੀਂ ਕਿਹੜੀ ਚੀਜ਼ ਗਲਤ ਕਰ ਰਹੇ ਹਾਂ ਆਪਣੀ ਲਾਈਫ 'ਚ।
ਮੈਨੂੰ ਲੱਗਦਾ ਸਾਨੂੰ ਕਾਫੀ ਟਾਈਮ ਲੱਗੇਗਾ ਸੋਚਣ ਲਈ ਅੱਜ ਦੀ ਡੇਟ 'ਚ। ਸੋਚਣ ਤੋਂ ਬਾਅਦ ਹੀ ਆਪਾਂ ਕਹਾਂਗੇ ਨਹੀਂ ਮੇਰਾ ਸਰਦਾ ਨਹੀਂ, ਮੈਨੂੰ ਤਾਂ ਕਰਨਾ ਹੀ ਪੈਣਾ। ਪਰ ਉਹ ਜਿਨ੍ਹਾਂ ਨੇ ਇੱਕ ਸ਼ਬਦ, ਔਰ ਅਸੀਂ ਸ਼ਾਇਦ ਬੜੇ ਜ਼ਿਆਦਾ ਸ਼ਬਦ ਸੁਣ ਲਏ ਹੋਣਗੇ ਹੁਣ ਤੱਕ ਕੀਰਤਨ ਬਾਣੀ ਦੇ, ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦਾ ਗਾਵਿਆ ਸੱਜਣ ਜੀ ਨੇ ਸੁਣਿਆ ਤਾਂ ਸੱਜਣ ਠੱਗ ਤੋਂ ਭਾਈ ਸੱਜਣ ਬਣ ਗਏ, ਸਾਰਾ ਕੁਝ ਲੁਟਾ ਦਿੱਤਾ। ਜੋ ਕੁਝ ਉਹਨਾਂ ਨੇ ਲੁੱਟ ਕੇ ਇਕੱਠਾ ਕੀਤਾ ਸੀ ਗਰੀਬਾਂ 'ਚ ਵੰਡ ਦਿਓ। ਕਿਉਂ? ਕਿਉਂਕਿ ਮੈਨੂੰ ਹੁਣ ਗੁਰੂ ਨਾਨਕ ਨਾਲ ਪਿਆਰ ਹੋ ਗਿਆ। ਗੱਲ ਹੀ ਸਾਰੀ ਪਿਆਰ ਦੀ ਹੈ। ਜੇ ਗੁਰੂ ਨਾਨਕ ਨਾਲ ਪਿਆਰ ਹੋ ਗਿਆ ਤੇ ਕਿਵੇਂ ਮੈਂ ਗੁਰੂ ਨਾਨਕ ਦੀ ਗੱਲ ਨਾ ਮੰਨਾਂ? ਇੱਕ ਸ਼ਬਦ ਸੁਣ ਕੇ ਬਸ ਹੁਣ ਜੋ ਤੁਸੀਂ ਕਿਹਾ ਮੈਂ ਉਹੀ ਕਰਨਾ ਹੈ। ਸੋ ਹੁਣ ਸਾਡੇ ਜੀਵਨ 'ਚ ਕਿਹੜੀ ਧੁੰਦ ਹੈ ਜਿਹੜਾ ਸਾਡਾ ਜੀਵਨ ਨਹੀਂ ਬਦਲਿਆ ਜਾ ਰਿਹਾ? ਉਹਨਾਂ ਦੇ ਜੀਵਨ 'ਚ ਤਾਂ ਇੰਨੀਆਂ ਧੁੰਦਾਂ ਸੀ, ਸਾਰੀਆਂ ਪ੍ਰਗਟ ਨੇ ਸਾਡੇ ਸਾਹਮਣੇ ਨਾ, ਆਪਾਂ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ। ਕੋਈ ਸਿੱਧਾ ਕੰਮ ਨਹੀਂ ਸੀਗਾ, ਇੱਕ ਖਿੰਡ 'ਚ ਸਾਰਾ ਕੁਝ ਖਤਮ ਹੋ ਗਿਆ। ਕਿਉਂ? ਕਿਉਂਕਿ ਗੱਲ ਮੰਨ ਲਈ, ਗੁਰੂ ਨੂੰ ਗੁਰੂ ਜਾਣ ਕੇ, ਗੁਰੂ ਦੀ ਗੱਲ ਮੰਨ ਕੇ ਉਹ ਸਾਰੀ ਕਾਲਖ ਸਾਫ਼ ਕਰਕੇ ਭਾਈ ਸੱਜਣ ਬਣ ਗਏ, ਕਰਕੇ ਦਿਖਾਇਆ। ਇਹੀ ਸਾਨੂੰ ਕਰਨਾ ਹੋਏਗਾ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਗੁਰੂ ਨਾਨਕ ਦੇ ਦਰ ਤੋਂ ਕੁਝ ਲੈ ਕੇ ਜਾਣਾ। ਤਾਂ ਉਹਨਾਂ ਨੇ ਆਪਣੀ ਸੋਚ ਬਦਲੀ। ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਸੀ ਨਾ, ਗੁਰੂ ਨਾਨਕ ਗੇਵ ਅਸ ਦੈਟ ਰਾਜ, ਨਾਨਕ ਰਾਜ ਚਲਾਇਆ। ਕੀ ਹੋ ਗਿਆ? ਇੱਕ ਵੇ ਆਫ ਲਾਈਫ ਦਿੱਤੀ। ਆਪਾਂ ਵੇ ਆਫ ਲਾਈਫ ਦੀ ਗੱਲ ਕਰ ਰਹੇ ਹਾਂ ਨਾ, ਥੋੜੇ ਥੋੜੇ ਇਨਸੀਡੈਂਟਸ ਲੈ ਕੇ। ਇਹ ਆਪਾਂ ਵੇ ਆਫ ਲਾਈਫ ਘਰ ਤੋਂ ਸ਼ੁਰੂ 'ਚ ਕਰ ਲਈਏ। ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸਿਆ ਤੁਸੀਂ ਬੋਲਣਾ ਕਿੱਦਾਂ ਘਰ 'ਚ। ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਹੋਰਾ, ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਦੱਸਿਆ ਇੱਥੋਂ ਹੀ ਜੀਵਨ ਜਾਚ ਸ਼ੁਰੂ ਹੋਏਗੀ ਨਾ। ਸਿਰਫ ਇਦਾਂ ਹੀ ਨਹੀਂ ਕਿ ਜਦੋਂ ਅਸੀਂ ਬਾਹਰ ਕਿਸੇ ਨਾਲ ਬੈਠੇ ਆਏ, ਗੁਰਦੁਆਰਾ ਸਾਹਿਬ ਆਏ, ਅਸੀਂ ਧਰਮੀ ਬਣ ਗਏ, ਘਰ ਜਾ ਕੇ ਉਹੀ ਸ਼ੈਤਾਨ ਵਾਲੇ ਕੰਮ ਸ਼ੁਰੂ ਕਰਤੇ, ਫਿਰ ਨਹੀਂ ਗੱਲ ਬਣੇਗੀ। ਇਹ ਜਿਹੜੀ ਸਿੱਖੀ ਹੈ ਇਹ ਪਾਰਟ ਟਾਈਮ ਨਹੀਂ ਹੈ, ਇਹ ਪ੍ਰੋਬਲਮ ਹੈ। ਇਹ ਸਾਨੂੰ ਸਾਰਿਆਂ ਨੂੰ ਪ੍ਰੋਬਲਮ ਲੱਗਦੀ ਹੈ ਨਾ ਕਿ ਆਪਾਂ ਗੁਰਦੁਆਰੇ ਤਾਂ ਆਏ ਘੰਟੇ 2 ਘੰਟੇ, ਅਸੀਂ ਧਰਮੀ ਬਣ ਗਏ। ਹੁਣ ਅਸੀਂ ਉਹ ਜਿਹੜੀ ਸਿੱਖੀ ਵਾਲਾ ਕੰਮ ਸੀਗਾ ਉਹ ਇੱਥੇ ਛੱਡ ਕੇ ਹੁਣ ਮੈਂ ਗੇਟ ਤੋਂ ਬਾਹਰ ਨਿਕਲ ਕੇ ਆਮ ਨੋ ਮੋਰ, ਹੁਣ ਮੈਂ ਜੋ ਮਰਜ਼ੀ ਕਰਾਂ। ਹੁਣ ਮੇਰਾ ਜੀ ਕਰੇ ਮੈਂ ਪੱਬ 'ਚ ਵੀ ਜਾਵਾਂਗਾ ਜਾਂ ਜਾਵਾਂਗੀ, ਮੇਰਾ ਜੀ ਕਰੇ ਮੈਂ ਕਿਸੇ ਨੂੰ ਗਾਲਾਂ ਵੀ ਕੱਢਾਂਗਾ, ਮੇਰਾ ਜੀ ਕਰੇ ਮੈਂ ਕਿਸੇ ਨਾਲ ਧੋਖਾ ਵੀ ਕਰਾਂਗਾ। ਤੇ ਧੋਖੇ ਤੋਂ ਮੈਨੂੰ ਇੱਕ ਭਾਈ ਬਹੋੜਾ ਜੀ ਹੋਏ ਨੇ, ਉਹਨਾਂ ਦੀ ਗੱਲ ਯਾਦ ਆ ਗਈ। ਉਹ ਮਿਲਣ ਆਏ ਗੁਰੂ ਅਰਜਨ ਦੇਵ ਜੀ ਨੂੰ, ਜਿੱਦਾਂ ਆਪਾਂ ਦਰਬਾਰ ਸੱਜਿਆ ਗੁਰੂ ਮਹਾਰਾਜ ਦਾ ਕੋਈ ਸਿੱਖ ਆਂਦਾ ਆ ਕੇ ਬੈਠ ਗਏ। ਪਾਤਸ਼ਾਹ ਨੇ ਪੁੱਛਿਆ ਕਿਰਤ ਕੀ ਕਰਦੇ ਹੋ? ਉਹ ਕਹਿੰਦੇ ਮੈਂ ਸੁਨਿਆਰਾ ਹਾਂ। ਸੁਨਿਆਰਾ ਸਮਝਿਆ ਸਾਰੇ, ਉਹ ਜਿਹੜਾ ਸੋਨੇ ਦਾ ਕੰਮ ਕਰਦੇ। ਕਹਿੰਦੇ ਧਰਮ ਦੀ ਕਿਰਤ ਕਰਦੇ ਹੋ? ਧਰਮ ਦੀ ਕਿਰਤ ਸਮਝਦੇ ਸਾਰੇ ਬਈ ਕੋਈ ਧੋਖਾਧੜੀ ਨਹੀਂ, ਗੜਬੜ ਨਹੀਂ ਕਰਦੇ। ਉਹ ਕਹਿੰਦੇ ਮੈਂ ਪੂਰੇ ਪੈਸੇ ਲੈਂਦਾ, ਜਿੰਨੇ ਮੇਰੇ ਬਣਦੇ ਆ, ਵੱਧ ਨਹੀਂ ਲੈਂਦਾ, ਪਰ ਮੈਂ ਸੋਨੇ 'ਚ ਮਿਕਸ ਕਰ ਦਿੰਦਾ ਕੁਛ ਮਤਲਬ ਸੋਨੇ 'ਚ ਕੁਛ ਹੋਰ ਜਿਹੜੀ ਸਸਤੀ ਚੀਜ਼ ਹੈ ਉਹ ਮਿਕਸ ਕਰ ਦਿੰਦਾ, ਉਹਦੇ ਨਾਲ ਮੈਨੂੰ ਫਾਇਦਾ ਕਾਫੀ ਜ਼ਿਆਦਾ ਹੋ ਜਾਂਦਾ। ਸੱਚ ਬੋਲਿਆ ਉਹਨਾਂ ਨੇ, ਜਿਹੜਾ ਕਿ ਪਹਿਲਾ ਸਟੈਪ ਹੈ। ਅਸੀਂ ਤਾਂ ਪਹਿਲਾਂ ਮੰਨਦੇ ਹੀ ਨਹੀਂ, ਉਹਨਾਂ ਨੇ ਸੱਚ ਬੋਲਿਆ। ਫਿਰ ਪਾਤਸ਼ਾਹ ਕਹਿੰਦੇ ਇਹ ਤਾਂ ਧਰਮ ਦੀ ਕਿਰਤ ਨਹੀਂ ਹੋਈ, ਇਹ ਤਾਂ ਕੁਕਰਮ ਹੋ ਗਿਆ, ਗਲਤ ਕੰਮ ਹੋ ਗਿਆ। ਉਹ ਕਹਿੰਦੇ ਵੀ ਮੈਂ ਤਾਂ ਧਰਮ ਨਹੀਂ ਜਾਣਦਾ, ਮੈਨੂੰ ਤਾਂ 2 ਗੱਲਾਂ ਪਤਾ, ਇੱਕ ਤਾਂ ਮੈਨੂੰ ਬਹੁਤ ਜ਼ਿਆਦਾ ਪ੍ਰੋਫਿਟ ਹੁੰਦਾ ਇਹਦੇ 'ਚੋਂ, ਦੂਸਰਾ ਮੇਰੇ ਪੁਰਖ ਇਹੀ ਕਰਦੇ ਆਏ ਨੇ, ਮੇਰੇ ਐਂਸੈਸਟਰਸ ਦਾ ਇਹੀ ਕੰਮ ਹੈ, ਮੈਂ ਤਾਂ ਇਹੀ ਕਰਨਾ। ਉਹ ਕਹਿੰਦੇ ਫਿਰ ਇਸ ਦਰਬਾਰ 'ਚ ਤੁਹਾਡੀ ਕੋਈ ਥਾਂ ਨਹੀਂ, ਫਿਰ ਜੇ ਇਸ ਤਰ੍ਹਾਂ ਹੀ ਕਰਨਾ ਤੇ ਫਿਰ ਉਹਨਾਂ ਨੂੰ ਲੱਗਿਆ ਕਿ ਮੈਂ ਤਾਂ ਕੁਛ ਅੱਗੋਂ ਜੀਵਨ ਨੂੰ ਸੁਧਾਰਨ ਆਇਆ ਇੱਥੇ, ਕਿਹੜਾ ਤਰੀਕਾ ਹੋਏਗਾ। ਫਿਰ ਮਰ ਕੇ ਚਰਨੀ ਪਏ, ਪੁੱਛਿਆ ਕੀ ਕਰਾਂ? ਪਹਿਲਾ ਕੰਮ ਉਹਨਾਂ ਨੇ ਕਿਹਾ ਧਰਮ ਦੀ ਕਿਰਤ ਕਰਨੀ ਹੈ, ਜਿਹੜੀ ਮਿਲਾਵਟ ਕਰਦੇ ਹੋ ਛੱਡ ਦਿਓ। ਆਪਾਂ ਸਾਰੇ ਸੋਚਦੇ ਹਾਂ ਕਿ ਕਿਸੇ ਨੂੰ ਨਹੀਂ ਪਤਾ, ਥੋੜੀ ਜਿਹੀ ਤੋਂ ਗੜਬੜ ਕਰ ਲੈਣੇ, ਥੋੜੇ ਇੱਥੋਂ ਪੈਸੇ ਮਿਲ ਜਾਣਗੇ, ਇੱਥੋਂ ਪੈਸੇ ਮਿਲ ਜਾਣਗੇ, ਕਹਿ ਲਓ ਗਲਤ ਤਰੀਕੇ ਨਾਲ। ਸਾਨੂੰ ਮਿਹਨਤ ਅਸੀਂ ਸਾਰਿਆਂ ਨੇ ਕਰਨੀ ਹੈ, ਪਰ ਜਿਹੜਾ ਧਰਮ ਦੀ ਕਿਰਤ, ਜਿਹੜੀ ਧਰਮ ਦੀ ਨਹੀਂ ਉਲਟਾ ਕੰਮ ਹੈ, ਜਿਹੜਾ ਵਿੱਚ ਮਿਲਾਵਟ ਵਾਲਾ ਕੰਮ, ਉਹਦੇ ਨਾਲ ਕਦੇ ਵੀ ਫਾਇਦਾ ਨਹੀਂ ਹੋਣ ਲੱਗਾ। ਸਾਨੂੰ ਕਿਤੇ ਨਾ ਕਿਤੇ ਹੋਰ ਲੱਗ ਜਾਣਾ, ਕੋਈ ਬਿਮਾਰੀ 'ਚ ਲੱਗ ਜਾਣਾ, ਕੋਈ ਕਿਤੇ ਨੁਕਸਾਨ ਹੋ ਜਾਣਾ, ਫਿਰ ਕੀ ਫਾਇਦਾ ਹੋਇਆ? ਇੰਨੀ ਮਿਹਨਤ ਵੀ ਕੀਤੀ, ਉਹੀ ਜੇ ਥੋੜਾ ਭਾਵੇਂ ਆਇਆ ਔਰ ਨਾਲ ਦਸਵੰਧ ਵੀ ਕੱਢਿਆ, ਜਿਹੜਾ ਆਪਾਂ ਕਹਿੰਦੇ 10% ਗੁਰੂ ਦਾ, ਆਪਾਂ ਇਹ ਵੀ ਨਹੀਂ ਕਹਿ ਸਕਦੇ। ਆਪਾਂ ਕੀ ਕਹਾਂਗੇ? ਹਾਂ 90% ਮੇਰਾ ਹੈਗਾ, ਤਾਂ ਸਾਰਾ ਹੀ ਗੁਰੂ ਦਾ ਸੀਗਾ, ਪਰ ਗੁਰੂ ਨੇ ਵਿੱਚੋਂ ਮੈਨੂੰ ਦੇ ਦਿੱਤਾ, ਕਹਿੰਦੇ ਤੂੰ ਖਰਚ ਲੈ, ਤੈਨੂੰ ਲੋੜ ਹੈ, ਤੇਰਾ ਪਰਿਵਾਰ ਵੀ ਹੈ, ਤੇਰੇ ਬੱਚੇ ਵੀ ਨੇ, ਤੂੰ ਖਾਣਾ ਪੀਣਾ ਵੀ ਹੈ। ਗੁਰੂ ਨੇ ਇੰਨੀ ਦਇਆ ਕੀਤੀ, ਪਰ ਅਸੀਂ ਉਹ 10% ਵੀ ਬੜਾ ਰੋ ਕੇ ਕੱਢਦੇ ਹਾਂ ਕਿ ਕਿੱਦਾਂ ਵੀ ਇਹ ਵੀ ਮੇਰਾ ਸਾਰੀ ਜਾਏ ਨਾ ਕੱਢੇ ਬਿਨਾ। ਉਹ ਕੱਢ ਕੇ ਤਾਂ ਦੇਖੋ, ਉਹ ਬਰਕਤ ਆਪੇ ਆ ਜਾਏਗੀ। ਕਹਿੰਦੇ ਉਹ ਪਰਨਾਲਾ ਸਮਝਦੇ ਨਾ, ਪਰਨਾਲੇ ਹੁੰਦੇ ਸੀ ਇੰਡੀਆ 'ਚ, ਤਾਂ ਮੈਨੂੰ ਪਤਾ ਨਹੀਂ, ਕਿ ਜਿਹੜਾ ਤੁਹਾਨੂੰ ਕੋਈ ਉੱਤੇ ਪਾਣੀ ਇਕੱਠਾ ਹੋ ਰਿਹਾ, ਬਲੋਕੇਜ ਹੋ ਰਹੀ ਹੈ ਘਰ 'ਚ,
ਤਾਂ ਉਹ ਇੱਕ ਪਾਈਪ ਲੱਗੀ ਹੁੰਦੀ ਸੀ, ਉਹਦੇ ਨਾਲ ਸਾਰੀ ਬਲੋਕੇਜ ਨਾਲ ਦੇ ਨਾਲ ਸਾਫ਼ ਹੋਈ ਜਾਂਦੀ ਸੀ। ਕਹਿੰਦੇ ਇਹ ਦਸਵੰਧ ਨਾ ਉਹ ਪ੍ਰਣਾਲੀ ਦਾ ਕੰਮ ਕਰਨਾ, ਸਮਝ ਗਏ? ਕਿ ਉਹ ਸਾਰਾ ਨਾਲ ਦੀ ਨਾਲ ਜਿਹੜਾ ਘਰ 'ਚ ਕੋਈ ਪ੍ਰੋਬਲਮ ਆਣੀ ਸੀ ਉਹ ਨਾਲ ਦੀ ਨਾਲ ਕਲੀਅਰ ਹੋ ਜਾ ਰਹੀ ਹੈ ਆਪੇ। ਜਦੋਂ ਅਸੀਂ ਉਹ ਪ੍ਰਣਾਲਾ ਬੰਦ ਕਰਤਾ ਫਿਰ ਕੀ ਹੁੰਦਾ? ਫਿਰ ਪਲੰਬਰ ਬੁਲਾਣੇ ਪੈਂਦੇ ਹਨ, ਫਿਰ ਬਲੋਕੇਜ ਹੋ ਜਾਂਦੀ ਹੈ, ਫਿਰ ਘਰ 'ਚ ਇੰਨੀਆਂ ਪ੍ਰੋਬਲਮ ਆ ਜਾਂਦੀਆਂ ਕਿ ਫਿਰ ਰਹਿਣਾ ਔਖਾ ਹੋ ਜਾਂਦਾ। ਬਸ ਇਹੀ ਕੰਮ ਹੈ ਦਸਵੰਧ ਦਾ ਇਨ ਸ਼ਾਰਟ। ਇਸ ਕਰਕੇ ਇਹ ਦਸਵੰਧ ਕੱਢਣਾ ਇੰਨਾ ਜ਼ਰੂਰੀ ਹੈ। ਕਿਤੇ ਵੀ ਲਾਓ ਜਿੱਥੇ ਤੁਹਾਨੂੰ ਲੱਗਦਾ ਲੋੜ ਹੈ, ਪਰ ਉਹਦੇ ਤੇ ਹੱਕ ਨਾ ਪਾਓ ਆਪਣਾ, ਠੀਕ ਹੈ? ਆਪਾਂ ਗੱਲ ਵਾਪਸ ਆਈਏ। ਉਹ ਕਹਿੰਦੇ ਧਰਮ ਦੀ ਕਿਰਤ ਕਰਨੀ ਹੈ, ਔਰ ਨਾਲ ਦੀ ਨਾਲ ਇਹ ਤੁਹਾਡੇ ਕਰਮ ਠੀਕ ਹੋ ਗਏ, ਨਾਲ ਦੇ ਨਾਲ ਤੁਸੀਂ ਆਪਣਾ ਵਾਹਿਗੁਰੂ ਸਿਮਰਨ ਕਰਨਾ। ਇਹ ਦੋ ਗੱਲਾਂ ਉਹਨਾਂ ਨੇ ਕਹੀਆਂ, ਜੇ ਤੁਸੀਂ ਆਪਣਾ ਸੁਧਾਰ ਚਾਹੁੰਦੇ ਹੋ। ਉਹ ਕਹਿੰਦੇ ਮੇਰਾ ਚਿੱਤ ਨਹੀਂ ਲੱਗਦਾ, ਜਿਹੜਾ ਅਸੀਂ ਵੀ ਕਹਿੰਦੇ ਅੱਜ ਵੀ ਮੇਰਾ ਨਹੀਂ ਜੀ ਕਰਦਾ ਵਾਹਿਗੁਰੂ ਕਹਿਣ ਨੂੰ। ਜਦੋਂ ਮੈਂ ਕਹਿੰਦਾ ਮੇਰਾ ਧਿਆਨ ਕਿਤੇ ਹੋਰ ਪਹੁੰਚ ਜਾਂਦਾ ਹੈ, ਮੈਨੂੰ ਨੀਂਦ ਆਉਂਦੀ ਹੈ, ਟਾਈਮ ਲੱਗਦਾ ਵੀ ਚੱਲਦਾ ਹੀ ਨਹੀਂ ਪਿਆ। ਆਪਾਂ ਮੂਵੀ ਦੇਖ ਕੇ ਜਾਈਏ 3 ਘੰਟੇ ਤਾਂ ਲੱਗ ਜਾਂਦੇ ਨੇ, ਪਤਾ ਨਹੀਂ ਲੱਗਦਾ ਟਾਈਮ ਕਿੱਥੇ ਗਿਆ, ਹੈ ਨਾ? ਵਾਹਿਗੁਰੂ ਕਹਿਣ ਲੱਗਾ ਹਾਲੇ 5 ਮਿੰਟ ਹੋਏ ਨਹੀਂ, ਬੜਾ ਲੰਬਾ ਸਮਾਂ ਲੱਗਦਾ, ਦਿਮਾਗ ਹੀ ਨਹੀਂ ਮੁੱਕਦਾ ਪਿਆ, ਹੁਣ ਚੱਲੀਏ ਲੰਗਰ ਦਾ ਟਾਈਮ ਹੋ ਗਿਆ। ਇਟ ਹੈਪਨਸ, ਦੈਟਸ ਓਕੇ। ਫਿਰ ਉਹਦਾ ਇਹ ਸਵਾਲ ਗੁਰੂ ਸਾਹਿਬ ਨੂੰ ਪੁੱਛਦੀ ਹੁੰਦੀ ਸੀ ਸੰਗਤ। ਇੰਨੀ ਸੱਚਾਈ ਦਾ ਵਾਰਤਾ ਹੁੰਦਾ ਸੀ, ਅਸੀਂ ਲੁਕਾਉਂਦੇ ਨਹੀਂ, ਅਸੀਂ ਵੀ ਅੱਜ ਉਹੀ ਗੱਲ ਕਰਨੀ ਖੁੱਲ੍ਹ ਕੇ। ਫਿਰ ਪਾਤਸ਼ਾਹ ਨੇ ਕਿਹਾ ਕਿ ਫਿਰ ਇੱਦਾਂ ਹੁੰਦਾ ਨਾ, ਫਿਰ ਬਾਣੀ ਪੜ੍ਹੋ, ਬਾਣੀ ਪੜ੍ਹੋ, ਬਾਣੀ ਦੀ ਵਿਚਾਰ ਕਰੋ, ਬਾਣੀ ਦੀ ਵਿਚਾਰ ਸੁਣੋ, ਜਿੱਦਾਂ ਅਸੀਂ ਹੁਣ ਸੁਣ ਰਹੇ ਹਾਂ। ਜਦੋਂ ਉਹ ਹੋਏਗੀ ਫਿਰ ਗੁਰੂ ਨਾਲ ਪਿਆਰ ਹੋ ਜਾਏਗਾ। ਜਦੋਂ ਅਸੀਂ ਕਿਸੇ ਨੂੰ ਜਾਣਨ ਲੱਗ ਜਾਂਦੇ ਹਾਂ ਫਿਰ ਨੈਚੁਰਲੀ ਸਾਨੂੰ ਉਹਦੇ ਨਾਲ ਇੱਕ ਇਨਫਿਨਿਟੀ ਹੋ ਜਾਂਦੀ ਹੈ, ਪਿਆਰ ਹੋ ਜਾਂਦਾ ਨਾ, ਤੇ ਸਾਨੂੰ ਚੰਗਾ ਲੱਗਦੀ ਹੈ ਚੀਜ਼। ਫਿਰ ਜਦੋਂ ਜਾਣ ਕੇ ਗੁਰੂ ਨੂੰ ਵਾਹਿਗੁਰੂ ਕਹਿਣ ਦੀ ਕੋਸ਼ਿਸ਼ ਕਰਾਂਗੇ ਨਾ, ਫਿਰ ਵਾਹਿਗੁਰੂ 'ਚੋਂ ਰਸ ਆਏਗਾ। ਇਹੀ ਸਾਡੇ ਤੇ ਅੱਜ ਵੀ ਅਪਲਾਈ ਹੁੰਦਾ। ਜੋ ਅਸੀਂ ਜਪਜੀ ਸਾਹਿਬ ਦਾ ਪਾਠ ਕਰੀਏ, ਕੋਸ਼ਿਸ਼ ਕਰੀਏ ਕੀ ਮਤਲਬ ਹੈ, ਨਿਰਭਉ ਦਾ ਕੀ ਮਤਲਬ ਹੈ, ਨਿਰਵੈਰ ਦਾ ਕੀ ਮਤਲਬ ਹੈ, ਇਹ ਮੈਨੂੰ ਕਿੱਦਾਂ ਦਾ ਹੋਣਾ ਚਾਹੀਦਾ ਕਿ ਮੈਂ ਵੀ ਨਿਰਵੈਰ ਕਰਨਾ। ਫਿਰ ਜਦੋਂ ਇਹ ਸਾਰੇ ਗੁਣ ਲੈ ਕੇ ਅਸੀਂ ਵਾਹਿਗੁਰੂ ਕਹਾਂਗੇ ਨਾ, ਫਿਰ ਖੁਸ਼ੀ ਹੋਏਗੀ ਅੰਦਰੋਂ ਕਿ ਮੈਂ ਉਸ ਵਾਹਿਗੁਰੂ ਨੂੰ ਚੇਤੇ ਕਰ ਰਿਹਾ ਜਿਹਨੇ ਮੈਨੂੰ ਬਣਾਇਆ, ਜਿਹਨੇ ਮੈਨੂੰ ਇੰਨੇ ਗੁਣ ਦਿੱਤੇ ਨੇ, ਜਿਹੜਾ ਮੈਨੂੰ ਇੰਨਾ ਪਿਆਰ ਕਰਦਾ ਹੈ, ਜਿਹੜਾ ਮੈਨੂੰ ਪਲ ਪਲ ਪਾਲ ਰਿਹਾ ਹੈ। ਜੇ ਉਹ ਨਹੀਂ ਤੇ ਮੈਂ ਹੈ ਨਾ। ਇਸੇ ਕਰਕੇ ਜਦੋਂ ਅੱਜ ਧੰਨ ਗੁਰੂ ਨਾਨਕ ਕਿਹਾ ਤੇ ਉਹ ਫੀਲਿੰਗ ਹੋਏ ਕਿ ਕਿੰਨਾ ਧੰਨ ਨਾਨਕ ਤੇਰੀ ਵੱਡੀ ਕਮਾਈ, ਕਹਿ ਨਹੀਂ ਪਾਵਾਂਗੇ ਅਸੀਂ ਇੰਨਾ ਧੰਨ। ਫਿਰ ਉਹ ਜਿਹੜੇ ਭਾਈ ਬੋੜਾ ਜੀ ਸੀਗੇ, ਉਹਨਾਂ ਨੇ 7 ਬਚਨ ਕਰਕੇ ਮੰਨ ਲਈ ਗੱਲ, ਧਰਮ ਦੀ ਕਿਰਤ ਕੀਤੀ, ਔਰ ਉਸ ਤੋਂ ਬਾਅਦ ਸੰਗਤ ਦੇ ਵਿੱਚ ਰਹਿ ਕੇ ਕਹਿ ਲਓ ਵੀ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਵੀ ਕੀਤਾ। ਕਿਉਂਕਿ ਗੱਲ ਮੰਨ ਲਈ। ਇਸੇ ਤਰ੍ਹਾਂ ਜਿਹੜੀ ਆਪਾਂ ਭਾਈ ਸੱਜਣ ਜੀ ਦੀ ਗੱਲ ਕੀਤੀ, ਇੱਕ ਸ਼ਬਦ ਸੁਣ ਕੇ ਸਾਰਾ ਜੀਵਨ ਪਲਟਾ ਖਾ ਗਿਆ। ਹੁਣ ਗੱਲ ਕਿਹੜੀ ਸੀਗੀ? ਗੱਲ ਸੀ ਕਿ ਅਸੀਂ ਉਹਨੂੰ ਆਪਣੇ ਘਰ 'ਚ ਉਹ ਚੀਜ਼ਾਂ ਨੂੰ ਅਪਣਾਇਆ, ਅਸੀਂ ਘਰ ਤੋਂ ਸ਼ੁਰੂ ਕੀਤਾ। ਇਹਦੇ ਪਿੱਛੇ ਹੁਣ ਅਸੀਂ ਇੱਕ ਫਿਲਾਸਫੀ ਹੈਗੀ। ਤੁਸੀਂ ਕੀ ਸੋਚਦੇ ਹੋ ਜਦੋਂ ਆਪਾਂ ਕਹਿੰਦੇ ਨਾ ਮੇਰੀ ਕਿਸਮਤ 'ਚ ਨਹੀਂ ਲਿਖਿਆ ਸਿੱਖੀ ਨੂੰ ਅਪਣਾਉਣਾ, ਜਾਂ ਮੇਰੀ ਕਿਸਮਤ 'ਚ ਨਹੀਂ ਹੈਗਾ, ਕੋਈ ਸਕਸੈਸ ਨਹੀਂ ਹੈਗਾ। ਹੁਣ ਇੱਕ ਤੁਹਾਡੇ ਲਈ ਸਵਾਲ ਹੈਗਾ, ਸਮਾਂ ਆਪਣੇ ਕੋਲ ਹੈਗਾ ਹਲੇ ਨਾ, ਠੀਕ ਹੈ? ਆਪ ਇੱਕ ਸਵਾਲ ਹੈ ਕਿ ਸਾਡੀ ਕਿਸਮਤ ਕੌਣ ਬਣਾਉਂਦਾ? ਬਹੁਤ ਈਜ਼ੀ ਹੈ। ਮੈਂ ਉਹਨਾਂ 5-10 ਮਿੰਟਾਂ 'ਚ ਕਿੰਨੇ ਕੋਈ ਗੱਲ ਸੁਣ ਲਈ ਕਿ ਮੇਰੀ ਤਾਂ ਕਿਸਮਤ 'ਚ ਨਹੀਂ ਹੈਗਾ, ਮੇਰੇ ਭਾਗਾਂ 'ਚ ਨਹੀਂ ਹੈਗਾ। ਸਾਡੀ ਕਿਸਮਤ ਕੌਣ ਬਣਾਉਂਦਾ? ਇਹ ਬਣੀ ਬਣਾਈ ਆਉਂਦੀ ਹੈ, ਜਾਂ ਅਸੀਂ ਕੁਛ ਇਹਦੇ 'ਚ ਪਾਰਟ ਪਲੇ ਕਰ ਸਕਦੇ ਹਾਂ, ਜਾਂ ਮਿਕਸਚਰ ਆਫ ਬੋਥ? ਤੁਸੀਂ ਕੀ ਸੋਚਦੇ ਹੋ? ਮਿਕਸਚਰ ਆਫ ਬੋਥ। ਓਕੇ, ਠੀਕ ਹੈ। ਕਹਿੰਦੇ ਕੋਈ ਕਹਿੰਦਾ ਮਿਕਸਚਰ ਆਫ ਬੋਥ। ਹੋਰ ਕੁਛ ਹੋਰ ਕਿਸੇ ਦਾ ਕਿ ਸਾਰੇ ਐਗਰੀ ਕਰਦੇ? ਚਲੋ ਠੀਕ ਹੈ। ਅੱਛਾ, ਅਸੀਂ ਥੋੜਾ ਜਿਹਾ ਇੱਥੇ ਪ੍ਰੋਸੈਸ ਡਿਸਕਸ ਕਰਨਾ ਨਾ, ਉਹਦੇ ਨਾਲ ਫਿਰ ਇੱਕ ਸਾਖੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਜਦੋਂ ਅਸੀਂ ਕੁਝ ਕਰਨਾ ਹੁੰਦਾ, ਕੋਈ ਕੰਮ, ਹੁਣ ਅਸੀਂ ਇੱਥੇ ਅੱਜ ਗੁਰਦੁਆਰਾ ਸਾਹਿਬ ਆਉਣਾ ਸੀ, ਇੱਥੇ ਆਪਾਂ ਲੈ ਲਈਏ ਐਗਜ਼ਾਮਪਲ। ਸਭ ਤੋਂ ਪਹਿਲਾਂ ਕੀ ਆਇਆ ਸਾਡੇ ਮਨ ਦੇ ਵਿੱਚ? ਸੋਚ ਆਈ ਨਾ, ਥਾਟ ਜਿਹਨੂੰ ਕਹਿ ਦਈਏ, ਵਿਚਾਰ ਆਇਆ ਕਿ ਵੀ ਮੈਂ ਗੁਰਦੁਆਰਾ ਸਾਹਿਬ ਜਾਣਾ। ਫਿਰ ਉਹ ਸੋਚ ਤੋਂ ਕੀ ਬਣਿਆ ਅੱਗੇ? ਫਿਰ ਆਪਾਂ ਕਿਸੇ ਨਾਲ ਪਰਿਵਾਰਕ ਮੈਂਬਰ ਨੇ ਜਾਂ ਆਪਣੇ ਆਪ ਨੂੰ ਆਪਾਂ ਕਹਿੰਦੇ ਹਾਂ ਕਿ ਮੈਂ ਗੁਰਦੁਆਰਾ ਸਾਹਿਬ ਜਾਣਾ। ਵਰਡਸ ਬਣ ਗਏ, ਅੱਖਰ ਬਣ ਗਏ। ਪਹਿਲਾਂ ਵਿਚਾਰ, ਥਾਟ, ਉਹਦੇ ਅੱਖਰ ਬਣ ਗਏ। ਹੁਣ ਅੱਖਰਾਂ ਤੋਂ ਬਾਅਦ ਅਸੀਂ ਕੀ ਸ਼ੁਰੂ ਕਰਤਾ? ਪਲਾਨਿੰਗ ਸ਼ੁਰੂ ਕਰਤੀ। ਕੀ ਕਰਨਾ ਮਤਲਬ ਕਿ ਐਕਸ਼ਨ, ਐਕਟ ਕਰਨਾ, ਐਕਸ਼ਨ ਬਣ ਗਏ। ਹੁਣ ਉਹ ਸਾਡੇ ਕਰਮ ਬਣ ਰਹੇ ਨੇ। ਜੋ ਵੀ ਅਸੀਂ ਸੋਚ ਰਹੇ ਹਾਂ, ਜੋ ਸਾਡੇ ਬੋਲ ਨੇ, ਜੋ ਅਸੀਂ ਕਰ ਰਹੇ ਹਾਂ, ਉਹ ਸਾਡੇ ਕਰਮ ਬਣ ਗਏ। ਹੁਣ ਕਰਮਾਂ ਤੋਂ ਬਾਅਦ ਜਿਹੜੇ ਸਾਡੇ ਕਰਮ ਹੁੰਦੇ ਨੇ ਉਹ ਰੈਪੀਟੇਟਿਵ ਹੁੰਦੇ ਨੇ, ਮਤਲਬ ਕਿ ਅਸੀਂ ਬਾਰ-ਬਾਰ ਕਰਦੇ ਹਾਂ। ਉਹ ਕਰਨ ਤੋਂ ਬਾਅਦ ਉਹ ਸਾਡਾ ਕੀ ਬਣ ਗਿਆ? ਐਕਸ਼ਨਸ ਤੋਂ ਬਾਅਦ ਜਿੱਦਾਂ ਕਹਿੰਦੇ ਵੀ ਆਦਤ ਬਣ ਗਈ। ਹੁਣ ਇਹਨੂੰ ਥੋੜਾ ਜਿਹਾ ਆਪਾਂ ਦੋਨੋਂ ਪਾਸੇ ਲੈ ਕੇ ਦੇਖੀਏ। ਇੱਕ ਬੰਦਾ ਸ਼ਰਾਬੀ ਆ, ਸ਼ਰਾਬ ਪੀਂਦਾ,
ਉਹ ਜੰਮਦਾ ਸ਼ਰਾਬੀ ਨਹੀਂ ਸੀ ਨਾ, ਕੋਈ ਵੀ ਸ਼ਰਾਬੀ ਨਹੀਂ ਹੁੰਦਾ ਜੰਮਦਾ। ਉਹਨੂੰ ਸ਼ਰਾਬੀ ਕਿਉਂ ਕਹਿੰਦੇ ਲੋਕੀ? ਉਹਦੇ ਨਾਮ ਨਾਲ ਜੋੜ ਹੀ ਦਿੱਤਾ ਵੀ ਤਾਂ ਹੈ ਹੀ ਸ਼ਰਾਬੀ, ਉਹਦਾ ਨਾਂ ਕੱਟ ਲੈਂਦੇ ਉਹਨੂੰ ਕਹਿੰਦੇ ਸ਼ਰਾਬੀ। ਉਹ ਸ਼ਰਾਬੀ ਤਾਂ ਨਹੀਂ ਸੀ, ਉਹਦੀ ਸੋਚ 'ਚ ਪਹਿਲਾਂ ਆਇਆ ਕਿ ਮੈਂ ਆਹ ਚੀਜ਼ ਆ ਪੀਣਾ, ਫਿਰ ਉਹਨੇ ਉਹ ਟਰਾਈ ਕੀਤਾ, ਫਿਰ ਕਰਦੇ ਕਰਦੇ ਉਹਦੀ ਉਹ ਆਦਤ ਬਣ ਗਈ। ਆਦਤ ਬਣ ਕੇ ਉਹਦੇ ਕਿਰਦਾਰ ਦੇ ਨਾਲ ਉਹ ਗੱਲ ਨੂੰ ਜੋੜ ਦਿੱਤਾ। ਇਹ ਜੀ ਕੋਈ ਕਹਿ ਲਓ ਵੀ ਕੋਈ ਭਗਤੀ ਕਰਨ ਵਾਲਾ ਇਨਸਾਨ ਹੈ, ਕੋਈ ਕੰਪੈਰੀਜ਼ਨ ਨਹੀਂ ਹੈ, ਪਰ ਮੈਂ ਦੋਨੋਂ ਪਾਸੇ ਲੈਣ ਦੀ ਕੋਸ਼ਿਸ਼ ਕਰ ਰਹੀ ਹਾਂ। ਕੋਈ ਭਗਤੀ ਕਰਨ ਵਾਲਾ ਇਨਸਾਨ ਹੈ, ਕੋਈ ਇੱਥੇ ਉਹਦਾ ਜੀ ਕਰਦਾ ਮੈਂ ਕੀਰਤਨ ਸਿੱਖਾਂ, ਮੈਂ ਗੁਰੂ ਦੀ ਬਾਣੀ ਪੜ੍ਹਾਂ, ਫਿਰ ਉਹ ਆਂਦਾ ਗੁਰਦੁਆਰਾ ਸਾਹਿਬ ਤੋਂ ਮੈਨੂੰ ਕਿਤੋਂ ਸਿੱਖਣ ਨੂੰ ਮਿਲੇ, ਮੈਂ ਕਿਸੇ ਗੁਰਮੁਖ ਪਿਆਰੇ ਨਾਲ ਗੱਲ ਕਰਾਂ, ਮੇਰੇ ਜੀਵਨ 'ਚ ਕੋਈ ਚੇਂਜ ਆ ਸਕੇ, ਕੋਈ ਸਟੈਪ ਲੈਂਦੇ ਆ ਨਾ, ਉਹ ਸਟੈਪ ਨਾਲ ਫਿਰ ਉਹਦਾ ਸੁਭਾਅ ਹੌਲੀ ਹੌਲੀ ਬਣ ਜਾਂਦਾ। ਫਿਰ ਉਹਨੂੰ ਹੌਲੀ ਹੌਲੀ ਲੋਕੀ ਕਹਿਣ ਲੱਗ ਜਾਂਦੇ ਤਾਂ ਹੈ ਗਿਆਨੀ, ਕਹਿੰਦੇ ਉਹਦੇ ਨਾਂ ਦੇ ਨਾਲ ਉਹਦੇ ਕਿਰਦਾਰ ਦੇ ਨਾਲ ਕੋਈ ਨਾ ਕੋਈ ਅੱਖਰ ਜੋੜ ਦਿੱਤਾ। ਇਹ ਕੀ ਬਣ ਗਿਆ? ਕਿੱਥੋਂ ਗੱਲ ਸ਼ੁਰੂ ਹੋਈ ਸੀ? ਸੋਚ ਤੋਂ ਕਿਰਦਾਰ ਤੱਕ ਗੱਲ ਆ ਗਈ, ਮਤਲਬ ਕਰੈਕਟਰ ਤੱਕ। ਐਂਡ ਕਰੈਕਟਰ ਇਜ਼ ਅਵਰ ਡੈਸਟੀਨੀ। ਜਿਹੜਾ ਸਾਡਾ ਕਿਰਦਾਰ ਹੈਗਾ ਉਹੀ ਸਾਡੀ ਕਿਸਮਤ ਹੈ। ਸੋ ਮਤਲਬ ਕਿ ਕਿੰਨੇ ਰੋਲ ਪਲੇ ਕੀਤਾ ਕਿਸਮਤ ਬਣਾਉਣ 'ਚ? ਸਾਡੀ ਸੋਚ ਨੇ। ਸਾਡੀ ਸੋਚ ਲਈ ਕੌਣ ਰਿਸਪੌਂਸਿਬਲ ਹੈ? ਕੋਈ ਨਹੀਂ ਹੈਗਾ, ਅਸੀਂ ਆਪ ਹੀ ਹਾਂ। ਕਿਉਂਕਿ ਇਹ ਵੀ ਕਹਿ ਦਿੰਦੇ ਹਾਂ ਅਸੀਂ ਕਿ ਨਹੀਂ ਮੇਰੇ ਬਸ ਦਾ ਰੋਗ ਨਹੀਂ ਹੈਗਾ। ਤੁਸੀਂ ਦੇਖੋ ਹੁਣ ਇੱਥੇ ਪਸ਼ੂਆਂ 'ਚ ਤੇ ਇਨਸਾਨ 'ਚ ਕੀ ਫਰਕ ਹੈ? ਸਭ ਤੋਂ ਬਹੁਤ ਫਰਕ ਨੇ, ਪਰ ਇੱਕ ਜਿਹੜਾ ਦਿਮਾਗੀ ਲੈਵਲ ਤੇ ਆਪਾਂ ਫਰਕ ਦੀ ਡਿਫਰੈਂਸ, ਬਿਗਰ ਡਿਫਰੈਂਸ, ਉਹ ਕੀ ਹੈ? ਹਾਂਜੀ ਹਾਂ, ਸੋਚ। ਇੱਕ ਵਿਲ ਪਾਵਰ, ਸੋਚ ਕੇ ਆਪਾਂ ਕਹਿੰਦੇ ਵੀ ਆਈ ਕੈਨ ਡੂ ਇਟ। ਇਹ ਵਿਲ ਪਾਵਰ ਸਾਨੂੰ ਵਿਵੇਕ ਬੁੱਧ ਦੇ ਰਾਹੀਂ ਇਹ ਸਾਨੂੰ ਪਰਮੇਸ਼ਰ ਨੇ ਮਨੁੱਖ ਨੂੰ ਦਿੱਤੀ ਹੈ। ਇਹਦੀ ਤੁਸੀਂ ਥੋੜਾ ਸਮਝਣ ਦੀ ਇਦਾਂ ਕੋਸ਼ਿਸ਼ ਕਰੋ ਵੀ ਸਭ ਤੋਂ ਉੱਤੇ ਜਿਹੜਾ ਹੈਗਾ ਉਹ ਕਿਹਦਾ ਸਟੇਟਸ ਹੈ? ਹਿਊਮਨ ਦਾ ਨਾ, ਇਨਸਾਨ ਦਾ ਹੈਗਾ ਕਿ ਪਸ਼ੂਆਂ ਦਾ? ਇਨਸਾਨ ਦਾ। ਇੱਕ ਇਨਸਾਨ ਫਿਰ ਵੀ ਇੱਕ ਸੱਪ ਕੋਲੋਂ ਡਰਦਾ ਤੇ ਕੋਈ ਸ਼ੇਰ ਆ ਜਾਵੇ ਇੱਥੇ ਹੁਣ ਅੱਜ ਸਾਰਿਆਂ ਨੂੰ ਭੱਜਣਾ ਹੈਗਾ, ਡਰਦਾ ਨਾ। ਪਰ ਉਹੀ ਇਨਸਾਨ ਹੈ ਜਿਹੜਾ ਇੱਕ ਸੱਪ ਨੂੰ ਪਟਾਰੀ 'ਚ ਬੰਦ ਕਰ ਲੈਂਦਾ ਤੇ ਸ਼ੇਰ ਨੂੰ ਕੇਜ ਵਿੱਚ, ਪਿੰਜਰੇ 'ਚ ਬੰਦ ਕਰ ਲੈਂਦਾ। ਇਹ ਕਿੱਦਾਂ ਹੋ ਗਿਆ? ਕਿਉਂਕਿ ਉਹਦੇ ਕੋਲ ਇਨਸਾਨ ਕੋਲ ਆਤਮ ਸ਼ਕਤੀ ਸੀ। ਕਹਿੰਦਾ ਮੈਂ ਕਰ ਸਕਦਾ, ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਕਹਿੰਦੇ ਸਾਰੇ ਤੇਰਾ ਪਾਣੀ ਢੋਣ ਵਾਲੇ ਨੇ, ਤੂੰ ਸਭ ਤੋਂ ਉੱਤੇ ਨੇ। ਇਹ ਸਾਨੂੰ ਕਿਹਾ ਗਿਆ ਇਨਸਾਨ ਨੂੰ, ਹਿਊਮਨ ਨੂੰ, ਤੂੰ ਸਭ ਤੋਂ ਉੱਤੇ ਹੈ। ਪਰ ਆਪਣੀ ਆਤਮ ਸ਼ਕਤੀ ਨੂੰ ਪਹਿਚਾਨੋ। ਜੇ ਆਤਮ ਸ਼ਕਤੀ ਨੂੰ ਪਹਿਚਾਨਾਂਗੇ ਨਹੀਂ ਫਿਰ ਸਾਡੇ ਤੇ ਕੋਈ ਫਰਕ ਨਹੀਂ, ਸਾਡੇ ਤੇ ਪਸ਼ੂ 'ਚ। ਅਸੀਂ ਪਸ਼ੂਆਂ ਵਾਲਾ ਜੀਵਨ ਨਹੀਂ ਬਤੀਤ ਕਰਨਾ। ਅਸੀਂ ਆਪਣੀ ਆਤਮ ਸ਼ਕਤੀ ਨੂੰ ਪਹਿਚਾਨ ਕੇ ਉਸ ਸ਼ਕਤੀ ਦੇ ਨਾਲ ਜੀਵਨ ਜਾਂਚ ਲੈਣੀ ਹੈ ਕਿ ਮੈਂ ਇਹ ਕਰ ਸਕਦਾ। ਮੈਂ ਦੁਨੀਆ ਕਰਕੇ ਆਪਣੇ ਆਪ ਨੂੰ ਕਿਉਂ ਬਦਲਾਂ? ਜੇ ਮੈਂ ਸਹੀ ਰਾਹ ਤੇ ਹਾਂ, ਪ੍ਰੋਵਾਈਡਡ ਕਿ ਮੈਂ ਸਹੀ ਰਾਹ ਤੇ ਹਾਂ। ਜੇ ਮੈਂ ਗਲਤ ਰਾਹ ਤੇ ਹਾਂ ਤੇ ਮੇਰੀ ਆਤਮ ਸ਼ਕਤੀ ਮੈਨੂੰ ਅਲਾਉ ਕਰਦੀ ਹੈ ਕਿ ਮੈਂ ਆਪਣੇ ਆਪ ਨੂੰ ਚੇਂਜ ਕਰ ਸਕਦਾ ਫॉर ਗੁੱਡ। ਇਹ ਵੀ ਆਤਮ ਸ਼ਕਤੀ ਦਾ ਇੱਕ ਨਿਸ਼ਾਨੀ ਹੈ। ਜਿਹੜੇ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ, ਮੇਰੀ ਆਪਾਂ ਧੁੰਦ ਦੀ ਗੱਲ ਨਹੀਂ ਰਹਿਣਾ ਕਿ ਮੇਰੀ ਲਾਈਫ 'ਚ ਇਹ ਧੁੰਦ ਹੈ। ਇਹ ਧੁੰਦ ਨੂੰ ਉਹੀ ਹਟਾ ਸਕੇਗਾ ਜਿਹਦੇ ਕੋਲ ਆਤਮ ਸ਼ਕਤੀ ਹੈ, ਜਿਹਦੇ ਕੋਲ ਵਿਲ ਪਾਵਰ ਹੈ। ਹੁਣ ਜਿਹਦੇ ਕੋਲ ਵਿਲ ਪਾਵਰ ਨਹੀਂ ਹੈ ਉਹ ਪਸ਼ੂ ਹੈ, ਉਹ ਇਨਸਾਨ ਨਹੀਂ ਹੈ। ਉਹ ਇਨਸਾਨ ਹਲੇ ਬਣ ਨਹੀਂ ਸਕਿਆ। ਇਸ ਕਰਕੇ ਆਪਾਂ ਅੱਜ ਗੁਰੂ ਨਾਨਕ ਕੋਲੋਂ ਇਹ ਦਾਤ ਲੈ ਕੇ ਜਾਣੀ ਹੈ ਕਿ ਮੈਨੂੰ ਇਹ ਆਤਮ ਸ਼ਕਤੀ ਮਿਲੇ ਤਾਂ ਕਿ ਮੈਂ ਆਪਣੀ ਲਾਈਫ 'ਚੋਂ ਤੁਹਾਡੀ ਕਿਰਪਾ ਦੇ ਨਾਲ ਉਹ ਧੁੰਦ ਨੂੰ ਹਟਾ ਲਵਾਂ, ਮੈਂ ਇਨਸਾਨ ਬਣ ਸਕਾਂ, ਮੈਂ ਉਸ ਬੁੱਧ ਨੂੰ ਜਿਹੜੀ ਤੁਸੀਂ ਮੈਨੂੰ ਦਿੱਤੀ ਉਹਨੂੰ ਯੂਜ਼ ਕਰ ਸਕਾਂ। ਇੰਨੀ ਜ਼ਰੂਰੀ ਚੀਜ਼ ਹੈ ਇਹ ਸੋਚ। ਹੁਣ ਇੱਥੇ ਇੱਕ ਹੋਰ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਆਉਂਦੀ ਹੈ ਜਿੱਥੇ ਆਪਾਂ ਸੋਚ ਤੇ ਗੱਲ ਕਰਾਂਗੇ ਤਾਂ ਕਿ ਦ੍ਰਿੜ ਹੋ ਜਾਵੇ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿੰਨੀਆਂ ਉਦਾਸੀਆਂ ਕੀਤੀਆਂ, ਕਿੰਨਾ ਸਫ਼ਰ ਕੀਤਾ ਪੈਰਾਂ ਤੇ ਚੱਲ ਕੇ। ਆਪਾਂ ਕਹਿੰਦੇ ਨਾ ਕਿ ਸਾਰੇ ਪੁੱਛਦੇ ਤੁਸੀਂ ਬੱਚੇ ਛੱਡ ਕੇ ਆਉਂਦੇ ਹੋ ਜਾਂ ਇੱਦਾਂ ਸਫ਼ਰ ਕਰਦੇ ਹੋ, ਔਖਾ ਨਹੀਂ ਲੱਗਦਾ ਪ੍ਰਚਾਰ ਕਰਨਾ? ਜਾਂ ਔਖਾ ਨਹੀਂ ਲੱਗਦਾ ਸਾਰਾ ਘਰ-ਬਾਰ ਛੱਡ ਕੇ ਕਿਤੇ ਜਾਣਾ? ਤੁਹਾਨੂੰ ਕੀ ਮਿਲਣਾ ਵਿੱਚੋਂ? ਤੁਹਾਨੂੰ ਵੀ ਕੋਈ ਕਹਿ ਦੇਵੇ, ਹੁਣ ਕੋਈ ਕਹਿ ਦੋ ਵੀ ਵੀ ਨੀਡ 5 ਪੀਪਲ, ਅੱਜ ਜਾ ਕੇ ਤੁਸੀਂ ਬਾਹਰ ਜਾ ਕੇ ਕਿਤੇ ਫॉर ਐਗਜ਼ਾਮਪਲ ਤੁਸੀਂ ਲੰਗਰ ਲਾ ਕੇ ਆਓ, ਗੁਰੂ ਨਾਨਕ ਦੀ ਗੱਲ ਕਰਕੇ ਆਓ। ਇਹਨਾਂ ਦੇ ਸਾਰਿਆਂ ਨੂੰ ਪਤਾ ਵੀ ਗੁਰੂ ਨਾਨਕ ਕੌਣ ਸੀ, ਅਸੀਂ ਸਾਰੇ ਪ੍ਰਚਾਰਕ ਬਣ ਸਕਦੇ ਹਾਂ। ਆਪਾਂ ਬਾਹਰ ਜਾ ਕੇ ਸੜਕ ਤੇ ਖੜੇ ਹੋ ਕੇ ਦੱਸ ਸਕਦੇ ਹਾਂ ਵੀ ਆਓ ਅੱਜ ਸਾਡੇ ਗੁਰੂ ਨਾਨਕ ਦਾ ਪੁਰਬ, ਅੰਦਰ ਆਓ ਜੀ ਪ੍ਰਸ਼ਾਦਾ ਛਕੋ। ਫਿਰ ਤੁਹਾਨੂੰ ਕੋਈ ਪੁੱਛੇਗਾ ਇਹ ਕੌਣ ਹੈ ਗੁਰੂ ਨਾਨਕ? ਆਪਾਂ ਦੱਸ ਸਕਾਂਗੇ ਨਾ, ਮਤਲਬ ਕਿ ਸਾਡੇ ਸਾਰਿਆਂ ਦਾ ਇੱਕ ਰੋਲ ਹੈ। ਪਰ ਅਸੀਂ ਪਰ ਕਰਾਂਗੇ ਨਹੀਂ ਜ਼ਿਆਦਾਤਰ। ਕਿਉਂ? ਮੈਂ ਘਰ ਜਾਣਾ, ਕੋਈ ਟਾਈਮ ਨਹੀਂ ਹੈਗਾ, ਮੈਂ ਥੋੜੇ ਜਿਹੇ ਮੈਂ ਕਾਰੋਬਾਰ 'ਚ ਬਿਜ਼ੀ ਹਾਂ। ਠੀਕ ਹੈ, ਇਹੀ ਜੇ ਅਸੀਂ ਸਵਾਲ ਗੁਰੂ ਨਾਨਕ ਸਾਹਿਬ ਨੂੰ ਕਰੀਏ
उन्होंने कोई अगे कोई गड्डी लैके नहीं खड़ा होंदा सी अज मैं तुहानूं रिसीव करन आ रहा तुहाडे लई प्रशादा तैयार है, ये भी नहीं सी हुंदा। तुहानूं रात नूं बिस्तरा भी मिलना है, इहदी कोई गारंटी नहीं है। उल्टा कोई आखे की कहंदे सीगे भूतना, कोई बेताला, पागल कहंदे सीगे, क्योंकि गुरु नानक साहब की फिलोसफी नूं समझिया बहुत घट। सारे कहंदे सी ये तो पागल है, ਇਹ ਕਿਦਾਂ ਹੋ ਜਾਊਗਾ ਵੀ ਅਸੀਂ ਸਾਰੇ ਇੱਕ ਆ, ਇੱਕ ਓਂਕਾਰ ਦੀ ਗੱਲ ਕਿਦਾਂ ਹੋ ਜਾਏਗੀ। ਅਸੀਂ ਤਾਂ ਵੱਡੀ ਕਾਸਟ ਦੇ ਆ, ਅਸੀਂ ਤਾਂ ਉੱਚੇ ਕਹ ਲਓ ਵੀ ਸਾਡੀ ਕਾਸਟ ਉੱਤੇ ਹੈ, ਸਾਡੀ ਜਾਤ ਉੱਚੀ ਹੈ, ਇਹ ਨੀਵੇਂ ਲੋਕ ਨੇ, ਅਸੀਂ ਕਿਦਾਂ ਬਹਿ ਕੇ ਇਕੱਠੇ ਪ੍ਰਸ਼ਾਦਾ ਛਕ ਲਾਂਗੇ। ਇਹ ਕਹਿੰਦੇ ਨਾ ਕੋਈ ਹਿੰਦੂ ਨਾ ਮੁਸਲਮਾਨ, ਇਹ ਕਿਦਾਂ ਹੋ ਜਾਏਗਾ, ਹੋ ਹੀ ਨਹੀਂ ਸਕਦਾ। ਅਸੀਂ ਤਾਂ ਇੱਕ ਦੂਜੇ ਨੂੰ ਮਾਰਨ ਲਈ ਤਿਆਰ ਆ। ਇਸ ਕਰਕੇ ਕੀ कहता ਇਹ ਤਾਂ ਪਾਗਲ ਹੈ, ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਮਾਫ ਕਰਨਾ ਜੇ ਅੱਜ ਅਸੀਂ ਗੁਰੂ ਨਾਨਕ ਨੂੰ ਅੱਜ ਵੀ ਨਹੀਂ ਸਮਝ ਰਹੇ ਤਾਂ ਅਸੀਂ ਵੀ ਉਹੀ ਕਹਿ ਰਹੇ ਹਾਂ ਆਪਣੇ ਗੁਰੂ ਨੂੰ, क्योंकि असं पढ़ी तो जा रहे हैं पर असं अपनाया नहीं। मत्था भी टेक दिता इत्थे आके, गुरु नानक नूं मत्था टेकिया ना हुणे, पर असं मनण लई तैयार नहीं हैगे। फिर इहदा मतलब असं उही नहीं हैगे जिन्हें गुरु नानक साहब नूं गालां कढियां सी। इसनूं विचारन दी लोड़ है। जदों इसे तरह गुरु नानक साहब ट्रैवल्स कर रहे सीगे अपना, ते एक पिंड च बाहर ही जाके बैठ जांदे हुंदे सी, कीर्तन की धुनी लाई, कईयां नूं पता लगा जिन्हां नूं हुण अंदर कोई खिच हुंदी है ना वो पहुंच ही जाते हैं जिद्दां मर्जी पहुंचन। इदां ही एक उत्थे प्यारा उस पिंड च रहण वाला, उन्होंने लग्या कि बाहर कोई संत आए ने, इदां नहीं पता कि कोई सैलीब्रिटी गुरु नानक आए ने। अजकल यह भी हुंदा, आई नो दैट कीर्तियां, आई नो दैट कथावाचक, मैं उन्होंने सुनन जाना हुंदा ना। इदां नहीं सी, गुरु नानक साहब वाज सैलीब्रिटी, जे हुंदे तां फिर उन्होंने भी रेड कारपेट होना सी। इदां दा कुछ नहीं सी। उन्होंने कोई संत आए ने, चलो मैं सेवा कर रहा। मन च कोई भावना वाले रब के बंदे बहुत ने इस दुनिया च। वो गया, उन्होंने ठंड पई जाके, चलो कीर्तन सुनिया, कोल बैठा, ठंड पई। हुण उहदे कोल रोज रह नहीं हुंदा, वो अपना कारोबार भी करता है। हुण दुध लैना, दुध लैके जाना शुरू कर दिता। भाई मरदाना जी भी नाल ने, नाले कीर्तन सुनता है, नाले दुध छकांदा है ते आ जांदा है। सोचो किन्ने भागां वाली गल है ना। आपां अजकल कोई सानूं कह दे ना तुहानूं आ गुरसिੱਖ ਦੀ सेवा करनी पैनी है, कहते भी साढ़े घर का सिस्टम खराब होंदा, असीं नहीं किसी को रख सकते, असीं किसी को प्रशादा नहीं छका सकते। धन ने वो जो गुरसिੱਖਾਂ की और किसी की भी सेवा करते हैं। ये भी एक गुरु नानक की सेवा चल रही है। इट्स अ डीप फिलोसफी इन दिस इज वन। हुण वो रोज़ जा रहे हैं, हुण हौली हौली उन्हें उत्थे जाके सफाई भी करनी शुरू करती, झाड़ू भी लाना शुरू करता है। और तुसीं आम देखोगे अज भी हुंदा पिंडां च, जो कोई इदां रोज़ किसी राह तो लंघदा है उन्होंने नोटिस करते हैं ना लोग। उन्होंने ओहदा एक दोस्त सी, वो भी अपनी दुकान चला रहा, उन्हें क्या उन्होंने रोक के, तू रोज़ कित्थे जांदा है, तू रोज़ इत्थों लंघदा है, कित्थे जांदा है। मनोजी होंदे ना, पुछदे हैं। उन्हें फिर दस्सिया कि इदां बाहरले पासे एक संत ठहरे ने, मैनूं चंगा लगदा उन्हां कोल बहना, वो जिहड़ा कुछ गांदे ने मैनूं उहदे नाल ठंड मिलदी है, मैं उन्हां नूं रोज़ मिलन जाना। वो कहंदा मैं भी चलांगा, मैं भी चल सकदा तेरे नाल। वो कहंदा तू भी आ जा। वो कहंदा मैं तेरे नाल कल नूं जावांगा। चलो कल भी आ गया, हुण अज वो गया। हुण दोवें जो जा रहे ने शरीर, दोवें मित्र, और उस स्थान आने वाला जिथे गुरु नानक साहब दे दर्शन होने इन्हों, पर उसे मोड़ ते उन्होंने एक अगों शरीर देख लिया। वो कौन सी? प्रोस्टिट्यूट, एक प्रोस्टिट्यूट अगों आ रही सी। ठीक है, प्रोस्टिट्यूट पंजाबी च हाँ बेसवा। वो अगों आ रही सी ते उन्हें दोनों हुण शरीर जा रहे ने, दोनों नहीं देखा, अखां सारे ने ना, दोनों नहीं देखा, पर जिहड़ा तां हुण गुरु दे नाल प्यार करन वाला सी उन्हें देख के अनडिट कर दिता। देखिया उन्होंने कोई उसकी बेती च फर्क नहीं पिया, पर जिहड़ा हले गुरु की शरण च नहीं पिया सी, जिन्हों हले गुरु नाल प्यार नहीं होया, उन्हें देख के मूँह ते अदर कर लिया, पर उसका मन उत्थे ही रह गया। हुण गुरु नानक साहब कोल पहुँच भी गया, पर उसका जी नहीं लग रहा। उन्होंने लग रहा कि मैं उहदे कोल वापस जाना, जिहड़ा मैं शरीर उत्थे देखिया सी। वो बद्दा चट्टी के उत्ते बैठा भी, जो मन ही नहीं है इत्थे। हुण इत्थे असीं भी कई बार बैठे हुंदे आं, पर साडा ध्यान है कि मैं वो काम करना जाके उत्थे पहुंचना किते, फिर असीं गुरु कोल नहीं बैठे हुंदे, वो काम कोल ही बैठे हुंदे आं। इदां आपां नूं सारिआं नूं पता ना, चलो गुरु नानक साहब ने कहा सी ना कोई हिंदू ना मुसलमान, ते काज़ियां ने की कहा सी, अच्छा फिर तुसीं आओ साडे नाल नमाज़ पढ़ो। गुरु नानक साहब कहते चलो नमाज। सारे हैरान है कि हिंदू जगत वाले, ये तो हिंदुओं के घर से जन्म लैके काजिया कहता तुहाडे नाल नमाज पढ़ांगा। गुरु नानक साहब कहते चलो। फिर गुरु नानक साहब चलो गए, बाद काजिया ने गिला भी किया कि तुसीं आए भी साडे नाल नमाज नहीं पढ़ी। कहते किहदे नाल नमाज पढ़दा, तुसीं की कर रहे सी? सारे नूं पता ना,
ਤੁਸੀਂ ਤਾਂ ਘੋੜੇ ਖਰੀਦ ਰਹੇ ਸੀ, ਘੋੜੇ ਵੇਚ ਰਹੇ ਸੀ। ਕੀ ਮਤਲਬ ਹੋ ਗਿਆ ਕਿ ਹਾਜ਼ਰ ਗੈਰ ਹਾਜ਼ਰ ਹੋ ਗਏ। ਹਾਜ਼ਰ ਤਾਂ ਸੀ ਸਰੀਰ ਕਰਕੇ ਉੱਥੇ, ਪਰ ਗੈਰ ਹਾਜ਼ਰ ਮਨ ਕਰਕੇ ਸੀ, ਤੇ ਹਾਜ਼ਰੀ ਲੱਗੀ ਨਹੀਂ, ਅਟੈਂਡੈਂਸ ਲੱਗੀ ਨਹੀਂ। ਕਦੀ ਸਾਡਾ ਵੀ ਇਦਾਂ ਨਾ ਹੋਏ ਵੀ ਅਸੀਂ ਇੱਥੇ 4-5 ਘੰਟੇ ਬੈਠੀਏ ਤਾਂ ਸਹੀ, ਭਾਵੇਂ 5 ਮਿੰਟ ਆਈਏ, ਹਾਜ਼ਰੀ ਲਵਾਈਏ, ਗੁਰੂ ਨਾਲ ਗੱਲ ਕਰੀਏ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਫਿਰ ਜਦੋਂ ਇੱਥੋਂ ਬਾਹਰ ਜਾਈਏ ਗੁਰੂ ਨੂੰ ਨਾਲ ਹੀ ਲੈ ਜਾਈਏ। ਦੱਸਿਆ ਨਾ, ਸਿੱਖੀ ਇਜ਼ ਨਾਟ ਪਾਰਟ ਟਾਈਮ। ਕਿੱਥੇ ਜਾਈਏ ਉਹਨੂੰ ਮੇਰਾ ਗੁਰੂ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਕਿੱਦਾਂ ਉਹਨੂੰ ਨਾਲ ਫੀਲ ਕਰਾਂਗੇ? ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹਨੂੰ ਸਿਮਰ ਸਿਮਰ ਕੇ ਸਾਡਾ ਇੱਕ ਵੀ ਸਵਾਸ ਬਿਰਥਾ ਨਾ ਜਾਏ, ਇੱਕ ਵੀ ਸਵਾਸ। ਜੇ ਭੁੱਲ ਜਾਈਏ, ਪਹਿਲਾਂ ਹੀ ਸਵੇਰੇ ਅਰਦਾਸ ਬੇਨਤੀ ਕਰ ਲਈਏ ਕਿ ਗੁਰੂ ਅੱਜ ਮੇਰੇ ਨਾਲ ਨਾਲ ਰਹੋ। ਬੇਨਤੀ ਕਰਦੀ ਤਾਂ ਗੁਰੂ ਨੂੰ ਮੰਨਣੀ ਪੈਣੀ ਹੈ ਨਾ, ਪਰ ਬੇਨਤੀ ਤਾਂ ਕਰੀਏ ਆਪਾਂ, ਹੋਰ ਕੁਝ ਤਾਂ ਬੜਾ ਮੰਗ ਰਹੇ ਹਾਂ, ਪਰ ਜਿਹੜਾ ਦਾਤਾਂ ਦੇਣ ਵਾਲਾ ਹੈ ਗੁਰੂ, ਉਹਨੂੰ ਨਹੀਂ ਮੰਗ ਰਹੇ। ਇੱਥੇ ਪ੍ਰੋਬਲਮ ਆ ਜਾਂਦੀ। ਉਹਨੂੰ ਮੰਗ ਲਵਾਂਗੇ, ਅੰਦਰ ਖੇੜਾ ਆ ਜਾਏਗਾ, ਸਾਰਾ ਕੁਝ ਹੀ ਖੇੜਾ ਖੇੜਾ ਨਜ਼ਰ ਆਏਗਾ। ਹੁਣ ਉਹ ਜਦੋਂ ਵਾਪਸ ਆ ਰਹੇ ਨੇ ਦੋਨੋਂ ਮਿੱਤਰ ਉੱਥੋਂ ਕਰਕੇ, ਅਗਲੇ ਦਿਨ ਉਹ ਕਹਿੰਦਾ ਮੈਂ ਅੱਜ ਤੇਰੇ ਨਾਲ ਫਿਰ ਜਾਣਾ ਹੈ। ਹੁਣ ਅੱਜ ਫਿਰ ਜਾ ਰਹੇ ਨੇ, ਪਰ ਅੱਜ ਕੀ ਹੋਇਆ, ਉਸ ਦੇ ਮੋੜ ਤੋਂ ਜਿਹੜਾ ਤਾਂ ਗੁਰੂ ਨੂੰ ਪਿਆਰ ਕਰਨ ਵਾਲਾ ਸੀ ਗੁਰੂ ਕੋਲ ਪਹੁੰਚ ਗਿਆ, ਪਰ ਦੂਸਰੇ ਨੇ ਆਪਣਾ ਰਾਹ ਬਦਲ ਲਿਆ। ਅੱਜ ਉਹਦੇ ਕਹਿ ਲਓ ਮਨ ਨੇ ਓਵਰ ਪਾਵਰ ਕਰ ਲਿਆ, ਤੇ ਉਹ ਸਰੀਰ ਦੇ ਨਾਲ ਜਿੱਥੇ ਵੀ ਜਾਣਾ ਸੀ ਚਲੇ ਗਏ। ਹੁਣ ਇਹ ਰੋਜ਼ ਦਾ ਸਿਲਸਿਲਾ, ਰੋਜ਼ ਦਾ ਸਿਲਸਿਲਾ। ਉਹਨੇ ਮਿੱਤਰ ਨੇ ਉਹਨੂੰ ਸਮਝਾਇਆ ਵੀ, ਜਦੋਂ ਸਾਡੇ 'ਚ ਇਦਾਂ ਹੁੰਦਾ ਨਾ ਕਿ ਕੋਈ ਚੰਗੇ ਮਿੱਤਰ ਹੁੰਦੇ ਨੇ, ਸਮਝਾਉਂਦੇ ਨੇ ਵੀ ਇਹ ਕੰਮ ਠੀਕ ਨਹੀਂ ਹੈ, ਆਪਾਂ ਮੁੜ ਜੀਏ। ਇੱਕ ਚੰਗੇ ਮਿੱਤਰ ਦਾ ਫਰਜ਼ ਵੀ ਹੁੰਦਾ, ਪਰ ਸਮਝਾ ਹੀ ਸਕਦਾ। ਜੇ ਉਹਨੇ ਨਹੀਂ ਮੰਨਿਆ ਤਾਂ ਉਹਦੀ ਘਾਟ। ਹੁਣ ਇਹ ਸਿਲਸਿਲਾ ਜਾਰੀ ਹੈ। ਤਾਂ ਹੁਣ ਜਿਹੜਾ ਉਹ ਬਿਲਕੁਲ ਹੀ ਕੁਕਰਮੀ ਹੋ ਚੁੱਕਾ, ਜਿਹੜਾ ਉਹਦਾ ਮਿੱਤਰ ਹੈਗਾ, ਉਹ ਹੁਣ ਉਹਨੂੰ ਮਜ਼ਾਕਾਂ ਕਰਦਾ, ਉਹਨੂੰ ਮਖੌਲ ਕਰਦਾ, ਕਹਿੰਦਾ ਇਦਾਂ ਕਰਦੇ ਆ, ਇੱਥੇ ਅੱਜ ਆਪਾਂ ਵਾਪਸ ਬਹਿ ਕੇ ਨਾ, ਜਦੋਂ ਵਾਪਸ ਆਵਾਂਗੇ ਇੱਥੇ ਦਰਖਤ ਥੱਲੇ ਬਹਿ ਕੇ ਆਪਾਂ ਵਿਚਾਰ ਕਰਾਂਗੇ, ਤੂੰ ਕੀ ਖੱਟਿਆ ਤੇ ਮੈਂ ਕੀ ਖੱਟਿਆ। ਮੈਂ ਤਾਂ ਆਪਣੀ ਲਾਈਫ ਇੰਜੋਏ ਕਰ ਰਿਹਾ, ਤੇ ਤੂੰ ਝਾੜੂ ਵੀ ਫੇਰਦਾ, ਦੁੱਧ ਵੀ ਘਰੋਂ ਲੈ ਕੇ ਜਾਂਦਾ, ਤੈਨੂੰ ਕੀ ਮਿਲਿਆ। ਉਹਨੂੰ ਤਾਂ ਕੋਈ ਸਵਾਲ ਹੀ ਨਹੀਂ ਸੀ ਜਿਹੜਾ ਪ੍ਰੇਮ ਵਾਲਾ ਸੀ, ਪਰ ਉਹ ਕਹਿੰਦਾ ਨਹੀਂ। ਜਿਹਦੇ ਮਨ 'ਚ ਨਾ ਚੋਰ ਹੁੰਦਾ, ਉਹਨੂੰ ਹੁੰਦਾ ਪਤਾ ਵੀ ਮੈਂ ਇਦਾਂ ਪੁੱਛਾਂ ਮੈਂ ਠੀਕ ਕਰ ਰਿਹਾ ਜਾਂ ਕਿਵੇਂ। ਦੂਜੇ ਨੂੰ ਤਾਂ ਪਤਾ ਹੀ ਨਹੀਂ ਵੀ ਗੁਰੂ ਤੋਂ ਮੈਨੂੰ ਕੀ ਕੁਝ ਮਿਲਿਆ, ਫਿਰ ਵੀ ਉਹ ਕਹਿੰਦਾ ਠੀਕ ਹੈ ਆਪਾਂ ਗੱਲ ਕਰ ਲਵਾਂਗੇ। ਹੁਣ ਅੱਜ ਵੀ ਇਦਾਂ ਹੀ ਹੋਇਆ। ਜਿਹੜਾ ਗੁਰੂ ਪਿਆਰ ਵਾਲਾ ਸੀ ਗੁਰੂ ਦੇ ਦਰਬਾਰ 'ਚ ਗਿਆ, ਕੀਰਤਨ ਵਿਚਾਰ ਸੁਣੀ, ਸੇਵਾ ਕੀਤੀ। ਜਦੋਂ ਬਾਹਰ ਆਉਣ ਲੱਗਿਆ ਤਾਂ ਉਹਦੇ ਪੈਰ ਵਿੱਚ ਇੱਕ ਕੰਡਾ ਖੁੱਭ ਗਿਆ, ਕਾਫੀ ਵੱਡਾ ਕੰਡਾ ਖੁੱਭ ਗਿਆ। ਚਲੋ, ਤੇ ਦੂਸਰੇ ਪਾਸੇ ਕੀ ਹੋਇਆ, ਜਿਹੜਾ ਦੂਸਰਾ ਸਰੀਰ ਸੀ ਜਿੰਨੇ ਉੱਥੇ ਇੱਕ ਹੋਰ ਕਿਸੇ ਨੂੰ ਮਿਲਣ ਜਾਣਾ ਸੀ, ਵੇਸਵਾ ਨੂੰ, ਉਹ ਵੀ ਅੱਗੇ ਗਿਆ ਵੇਸਵਾ ਨੂੰ ਮਿਲਣ, ਪਰ ਅੱਜ ਉਹ ਵੇਸਵਾ ਉੱਥੇ ਨਹੀਂ ਸੀ, ਉਹ ਅੱਗੇ ਕਿਤੇ ਆਪਣਾ ਹੋਰ ਚਲੀ ਗਈ। ਤਾਂ ਉਹ ਵਿਹਲਾ ਹੋ ਗਿਆ, ਪਹਿਲਾਂ ਹੀ ਆ ਕੇ ਉਸੇ ਦਰਖਤ ਥੱਲੇ, ਕਿਉਂਕਿ ਉਹਨੇ ਵੇਟ ਕਰਨੀ ਸੀ ਆਪਣੇ ਫਰੈਂਡ ਦੀ, ਆਪਣੇ ਦੋਸਤ ਦੀ, ਉੱਥੇ ਬੈਠ ਕੇ ਉਹਦਾ ਇੰਤਜ਼ਾਰ ਕਰ ਰਿਹਾ। ਉੱਥੇ ਬੈਠਾ ਬੈਠਾ, ਕਿਉਂਕਿ ਇੰਤਜ਼ਾਰ ਜ਼ਿਆਦਾ ਸੀ, ਬੈਠਾ ਬੈਠਾ ਖਰੋਦ ਰਿਹਾ, ਕਿਉਂਕਿ ਮਿੱਟੀ ਦੇ ਵਿੱਚ ਹੱਥ ਮਾਰ ਰਿਹਾ। ਮਿੱਟੀ 'ਚ ਹੱਥ ਮਾਰਦਾ ਮਾਰਦਾ ਉਹਨੂੰ ਕੁਛ ਲੱਭਿਆ ਉਹਦੇ 'ਚੋਂ। ਉਹਨੇ ਹੋਰ ਦੇਖਿਆ ਕਿ ਕੀ ਹੈ, ਬੈਠਾ ਵਿਹਲਾ ਸੀ ਉੱਥੇ, ਤੇ ਉਹਨੇ ਦੇਖਿਆ ਕਿ ਘੜਾ ਹੈ। ਉਹਨੇ ਘੜਾ ਬਾਹਰ ਕੱਢਿਆ, ਤੇ ਘੜੇ ਦੇ ਵਿੱਚ ਸੋਨੇ ਦੀ ਮੋਹਰ ਸੀ, ਗੋਲਡ ਕੋਇਨ। ਔਰ ਗੋਲਡ ਕੋਇਨ ਦੇ ਥੱਲੇ ਕੀ ਸੀ? ਕੋਲੇ ਸਨ, ਕੋਲਸ, ਠੀਕ ਹੈ, ਸੜੇ ਹੋਏ ਜਿੱਦਾਂ ਆਪਾਂ ਕਹਿ ਲਓ। ਤਾਂ ਪਰ ਬੜਾ ਖੁਸ਼ ਆ, ਬਹੁਤ ਖੁਸ਼ ਆ। ਹੁਣ ਜਿਹਨੂੰ ਬੈਠੇ ਬਿਠਾਏ ਸੋਨੇ ਦੀ ਮੋਹਰ ਮਿਲ ਜਾਵੇ, ਉਹਨੂੰ ਹੋਰ ਕੀ ਚਾਹੀਦਾ ਨਾ। ਉਹਨੇ ਨਾਲ ਦੇਖਿਆ ਕਿ ਮੇਰਾ ਦੋਸਤ ਵੀ ਆ ਰਿਹਾ, ਮੈਂ ਉਹਨੂੰ ਅੱਜ ਦੱਸਦਾ ਵੀ ਮੈਨੂੰ ਕੀ ਮਿਲਿਆ, ਦੇਖ। ਪਰ ਉਹਨੇ ਦੇਖਿਆ ਵੀ ਮੇਰਾ ਦੋਸਤ ਤਾਂ ਆ ਰਿਹਾ, ਪਰ ਇਹਦੇ ਕੋਲ ਤੁਰ ਨਹੀਂ ਹੋ ਰਿਹਾ। ਤੁਰ ਕਿਉਂ ਨਹੀਂ ਹੋ ਰਿਹਾ ਸੀ? ਕਿਉਂਕਿ ਪੈਰ 'ਚ ਕੰਡਾ ਲੱਗ ਗਿਆ ਸੀ ਨਾ, ਖੂਨ ਵੀ ਚੱਲ ਰਿਹਾ ਸੀ, ਦਰਦ ਵੀ ਹੋ ਰਹੀ ਸੀ। ਉਹ ਆ ਕੇ ਬੈਠ ਗਿਆ, ਪਰ ਉਹਦੇ ਮਨ 'ਚ ਕੋਈ ਤਕਲੀਫ ਨਹੀਂ ਸੀ ਵੀ ਮੈਨੂੰ ਕੰਡਾ ਲੱਗਿਆ। ਇਹ ਫਰਕ ਜ਼ਰੂਰ ਸੀ, ਦੇਖਣ ਵਾਲੇ ਨੂੰ ਜ਼ਰੂਰ ਲੱਗ ਰਿਹਾ ਸੀ ਵੀ ਇਹਨੂੰ ਕਸ਼ਟ ਹੈ, ਇਹਨੂੰ ਦੁੱਖ ਹੈ। ਉਹ ਕਹਿੰਦਾ ਅੱਛਾ ਬੈਠੀ ਆਪਾਂ ਵਿਚਾਰ ਕਰੀਏ। ਉਹਨੇ ਵਿਚਾਰ ਤਾਂ ਕੀਤੇ ਨਹੀਂ ਸੀ। ਉਹ ਕਹਿੰਦਾ ਦੇਖ ਤੂੰ ਰੋਜ਼ ਸੇਵਾ ਕਰਦਾ, ਤੈਨੂੰ ਕੀ ਮਿਲਿਆ? ਦੁੱਖ, ਕੰਡਾ। ਕਹਿੰਦਾ ਆ ਦੇਖ ਮੈਨੂੰ ਕੀ ਮਿਲਿਆ, ਕੋਈ ਫਰਕ ਨਹੀਂ ਪੈਂਦਾ। ਕਹਿੰਦਾ ਇੰਜੋਏ ਯੂਰ ਲਾਈਫ। ਪਰ ਕਹਿੰਦਾ ਉੱਦਾਂ ਮੇਰੇ ਮਨ 'ਚ ਸਵਾਲ ਜ਼ਰੂਰ ਹੈਗਾ ਵੀ ਇੱਦਾਂ ਹੀ ਹੁੰਦਾ, ਫਿਰ ਲੋਕੀ ਕਿਉਂ ਗੁਰੂਆਂ ਪੀਰਾਂ ਕੋਲ ਜਾਂਦੇ ਨੇ। ਉਹ ਕਹਿੰਦਾ ਮੈਨੂੰ ਤਾਂ ਕੋਈ ਸਵਾਲ ਨਹੀਂ, ਮੈਨੂੰ ਤਾਂ ਇਹ ਕੰਡਾ ਵੀ ਮਿੱਠਾ ਲੱਗ ਰਿਹਾ, ਮੈਨੂੰ ਇਹਦਾ ਕੋਈ ਦੁੱਖ ਨਹੀਂ ਲੱਗ ਰਿਹਾ, ਕਿਉਂਕਿ ਆਤਮ ਸ਼ਕਤੀ ਜਾਗਦੀ ਸੀ। ਪਰ ਜਿਹੜਾ ਕਹਿ ਲਓ ਕਰਮੀ ਹੋ ਗਿਆ ਸੀ ਮਨ, ਉਹ ਕਹਿੰਦਾ ਨਹੀਂ, ਤੇਰੇ ਗੁਰੂ ਕੋਲੋਂ ਜਾ ਕੇ ਪੁੱਛਦੇ ਆ ਇੱਦਾਂ ਕਿਉਂ ਹੋਇਆ। ਉਹ ਕਹਿੰਦਾ ਮੈਨੂੰ ਸਵਾਲ ਹੀ ਨਹੀਂ ਹੈਗਾ ਗੁਰੂ ਤੇ, ਪਰ ਉਹ ਮੰਨਿਆ ਨਹੀਂ। ਕਹਿੰਦਾ ਨਹੀਂ, ਮੈਂ ਤੇਰੇ ਗੁਰੂ ਕੋਲੋਂ ਜਾ ਕੇ ਪੁੱਛਣਾ। ਕਹਿੰਦਾ ਚੱਲ ਫਿਰ ਗੁਰੂ ਕੋਲ ਚੱਲ ਜਾਂਦੇ ਹਾਂ। ਵਾਪਸ ਧੰਨ ਗੁਰੂ ਨਾਨਕ ਸਾਹਿਬ ਕੋਲ ਜਾਂਦੇ ਨੇ। ਗੁਰੂ ਨਾਨਕ ਸਾਹਿਬ ਦਾ ਆਪਣਾ ਹੀ ਢੰਗ ਸੀ, ਕੋਈ ਆਪਣੀ ਮਸਤੀ 'ਚ। ਜਦੋਂ ਬਾਰ-ਬਾਰ ਪੁੱਛਣ ਤੇ ਪਹਿਲਾਂ ਤਾਂ ਜਵਾਬ ਨਹੀਂ ਮਿਲਿਆ, ਬਾਰ-ਬਾਰ ਜਦੋਂ ਪੁੱਛਣ ਤੇ
फिर उन्होंने कहा कि जे तुसीं जानना ही चाहते हो ना फिर मैं तुहानूं दसदा। कहंदे ये जिहड़ा सी ना जिहड़ा जिन्हों एक गोल्ड कॉइन लभ्या हैगा, इन्हें कोई दान किया सी अपने पिछले समय एक निष्काम भावना दे नाल किसी नूं दान दिता सी, कोई सेवा की सी, ते ओहदे बदले इन्हूं इन्ने टाइम्स कहंदे मल्टीप्लाई होकर तुहानूं वापस चीज़ मिलदी है। कभी भी कोई सेवा की व्यर्थ नहीं जाती। कहंदे इन्हूं तां करके वो कॉइन मिलिया वड्डी मात्रा दे विच, पर कहंदे इन्हूं मिलना कुछ होर सी। कहंदे की मिलना सी? इन्हूं सारा ही घड़ा ही इन्हूं मिलना सी गोल्ड कॉइन का। मिलिया क्यों नहीं? हर बिसरत तेरे गुण करिया। कहंदे वो जिहड़े गुणा करके इन्हूं मिलना सी वो गुण ही इहदे सड़ गए, क्योंकि इन्हें काम किहड़े कीते? पुट्ठे काम कितों शुरू होए सी? भैड़ी सोच तो। सोच जिन्हों जो उत्थे रोक लैंदा तां की होना सी? काम गलत होने नहीं सी। सोच तो साडे सारिਆਂ ਦੇ मन च आ सकती है ना, गलत कभी भी आ सकती है, क्योंकि साडा मन है ही इदां फिरती हैगा। पर जे असीं सोच नूं उत्थे रोक लईए, उहनूं एक्शन ना बनन दईए, उहनूं अपना किरदार ना बनन दईए, ਇਹਦਾ मतलब असीं बच गए। पर उन्हें अपनी सोच नूं फीड करता गलत सोच नूं, और किरदार गलत बन गया, और सारा जिहड़ा कुछ मिलना सी खजाना नूं वो सड़ के सवाह हो गया। अच्छा वो बड़ा पछताया, पर कहंदा चलो फिर भी ਇਹਨੂੰ ਕਹਿੰਦੇ ਕੀ ਮਿਲਿਆ? ਇਹ ਤਾਂ ਤੁਹਾਡੇ ਕੋਲ ਰੋਜ਼ ਆਉਂਦਾ ਸੀ, ਸੇਵਾ ਵੀ ਕਰਦਾ ਸੀ ਹਰ ਤਰ੍ਹਾਂ ਦੀ, ਮਨ ਕਰਕੇ ਤਨ ਕਰਕੇ ਧਨ ਕਰਕੇ, ਇਹਨੂੰ ਤਾਂ ਦੁੱਖ ਹੋਇਆ ਸੀ। ਕਹਿੰਦੇ ਹਾਂ ਕਿਉਂ ਹੋਇਆ? ਕਹਿੰਦੇ ਇਹਨੇ ਕੁਛ ਇਦਾਂ ਦੇ ਕਰਮ ਕੀਤੇ ਸੀ ਪਿੱਛੇ ਵੀ ਇਹਨੂੰ ਸੂਲੀ ਦੀ ਸਜ਼ਾ ਮਿਲੀ ਸੀ। ਸੂਲੀ ਮਤਲਬ ਡੈਥ ਪੈਨਲਟੀ ਹੈ, ਕਿ ਇਹਨੂੰ ਮੌਤ ਦੀ ਸਜ਼ਾ ਮਿਲੀ ਸੀ, ਔਰ ਉਹ ਸਮਾਂ ਇਹਦਾ ਆ ਗਿਆ ਸੀ। पर कहते इन्हें अपनी चंगी सोच नूं वरत के अपने चंगे कर्म सेवा दे विच ला दिते, ते उस सूली तो की रह गया? सूली सी जिहड़ी कंडियां दे उत्ते कह लो भी सोयां दे उत्ते डैथ पेनल्टी उहनूं मौत दी सज़ा मिलनी सी, उस सूली तो की रह गया? सूल मतलब एक कंडा। हुण एक कंडे दी पेन देख लो ते मौत दी पेन देख लो, किदां कट दिता। पर कहना ना लेख ना मिटी हे सखी जो लिखिया करतार। आप ये भी कहते ना मेरे तो किस्मत च इदा, मेरे तो लेखा च ये लिखा है, फिर गुरुद्वारे आने का भी की फायदा, फिर बाणी पढ़ने का भी की फायदा? क्यों मैं पढ़ा? इस करके लेखा तो देना ही पैना। इसे करके अज तो ये सोच लिया कि मैं होर धुंध नहीं इकट्ठी करनी, होर लेखे नहीं इकट्ठे करने अपनी लाइफ च। और ये लेखे सिर्फ वही नहीं है जो कुछ असीं कर रहे हैं, सोच तो ही लेखे शुरू हो जाते। आप हुण ही गल कर ली किवें, सोच तो लेखा शुरू हो गया ना। पहला सोचा, मन च विचार आ गया किसी का माड़ा करना, किसी का पराया तकना, किसी का नुकसान करना, जे उत्थे उहनूं रोक लिया तो छोटा ही रह जाएगा काम, नहीं तो फिर वड्डे वड्डे अकाउंट जिन्हां दा लेखा देना पेगा। लेट्स बी रियली केयरफुल कि असीं अपनी लाइफ च धुंध नहीं इकट्ठी करना है। गुरु नानक का प्रकाश, गुरु नानक का चैनल लैके उस धुंध नूं खत्म करन आए हैं। एंड अज ही शुरू करिए, इट्स नेवर टू लेट। जे असीं लग जावांगे तो गुरु मेहर करेगा, गुरु मेहर करके साडे जीवन चो चानण भी आएगा, जिहदे नाल सानूं ज्ञान मिल के असीं गुरु नानक वर्गे मिठे ते प्यारे बन सकांगे। घर तो शुरू करिए। जे लगता है अंदर कि हाँ गुरु नानक नाल प्यार है, जे लगता है कि मैं वाकई गुरपुरब मनाउणा है, अदरवाइज इट्स जस्ट अनदर डे। एक होर वेखा दिन आ गया, की फर्क पिया? लंगर थोड़ा वधिया बन गया या थोड़ा ज़्यादा लोग आ गए, वो संगत थोड़ी है। माफ करना पर मैंने हुण गुरु नानक वर्गे बोल बोलने पैने ना। गुरु नानक साहब भी इदां ही करते सी, सीधी गल मारते सी। जे हुण उन्हां दा दिन मना रहे तो उन्हां वर्गा ही बोलना पेगा। बस वो संगत उही बनेगी जदों ਆਪਾਂ संगत नूं किड्डा वड्डा रुतबा दे दित्ता, विच संगत हर प्रभ वसै जीओ। साडे च वसणगे जे असीं वाकई संगत रूप उत्थे बैठ के। इदां ना होई कि असीं गुरुद्वारा साहब ठंड पाण आए सी ते ठंड लैण आए सी, पर असीं होर फुल करके होर सड़ के चल गए, किसी नूं दुखी करके भी चल गए। अपनी जबान ते कंट्रोल करिए, अपनी अखां ते कंट्रोल करिए। मैं की बोल रहा, मेरे बोलां करके किसी को दुख तो नहीं लग रहा संगत च, मेरे एक्शनस करके किसी का दिल तो नहीं दुख रहा। ये सोचिए, जे इस तरह है तो मैनूं अपने आप नूं चेंज करना पड़ेगा, क्योंकि असीं जिहड़ी ठंड देण आए सी वो ठंड दे नहीं सके आपां। जिहड़ी सानूं फिर किद्दां ठंड मिलेगी जे असीं पार्टिसिपेट नहीं कीता ते। एक एक सोच, एक एक बोल, एक एक कर्म ते पैरा देइए,
फिर होएगा मिटी धुंध जग चानण होया। आ जिहड़ा मेरा जग है मेरा जीवन, ਇਹਦੇ 'ਚ ਜਿਹੜੀ ਧੁੰਦ ਪਈ ਹੈ ਹੁਣ ਅੱਜ ਤੋਂ ਬਾਅਦ ਇਹਦੇ ਵਿੱਚ ਮੈਂ ਗੁਰੂ ਨਾਨਕ ਦਾ ਚਾਨਣ ਲੈ ਆਉਣਾ। ਅਸੀਂ ਕਿਸ ਤਰ੍ਹਾਂ ਦੇ ਸਿੱਖ ਗੁਰੂ ਨਾਨਕ ਦੇ ਤਾਂ ਸਾਰੀ ਕਹਿ ਲਓ ਮਾਨਵਤਾ ਨੂੰ ਕੱਲ ਤਾਰਨ ਗੁਰੂ ਨਾਨਕ ਆਇਆ, ਸਾਰੇ ਕਲਯੁਗ ਨੂੰ। ਤੇ ਸਿੱਖਾਂ ਨੇ ਵੀ ਗੁਰੂ ਨਾਨਕ ਨੂੰ ਜਾਣਿਆ, ਸਿੱਖਾਂ ਨੇ ਵੀ ਗੁਰੂ ਨਾਨਕ ਦਾ ਚਾਨਣ ਲੈ ਕੇ ਆਪਣੇ ਵਿੱਚੋਂ ਧੁੰਦ ਹਟਾਈ ਤੇ ਅਸੀਂ ਆਪਣੇ ਚੋਂ ਹਟਾ ਕੇ ਫਿਰ ਮਾਨਵਤਾ ਦੀ ਹੈਲਪ ਕਰਨੀ ਸੀ, ਜਿੱਦਾਂ ਗੁਰੂ ਨਾਨਕ ਸਾਹਿਬ ਨੇ ਕੀਤੀ। ਗੁਰੂ ਨਾਨਕ ਸਾਹਿਬ ਨੇ ਤਾਂ ਨਹੀਂ ਕਿਹਾ ਵੀ ਮੈਂ ਸਿਰਫ ਆ ਮੇਰੇ ਇੰਨੇ ਕੁ ਸਿੱਖ ਨੇ ਆ ਇੱਦਾਂ ਮੈਂ ਇਹਨਾਂ, ਤਾਂ ਸਾਰੀ ਦੁਨੀਆ ਨੂੰ ਠੰਡ ਪਾਉਣ ਚੱਲ ਗਏ, ਆਪ ਤੁਰ ਤੁਰ ਕੇ, ਆਪ ਚੱਲ ਚੱਲ ਕੇ ਗਏ ਔਰ ਸਾਰੇ ਸਰੀਰਕ ਦੁੱਖ ਸਹਿੰਦੇ ਹੋਏ ਗਏ। ਉਹਨਾਂ ਨੇ ਦੁੱਖ ਦੀ ਕਦੀ ਗੱਲ ਵੀ ਨਹੀਂ ਕੀਤੀ। ਆਪਾਂ ਮਰਦਾਨਾ ਜੀ ਨੂੰ ਬੜਾ ਕਹਿੰਦੇ ਨਾ, ਮਰਦਾਨਾ ਜੀ ਦਾ ਮਖੌਲ ਵੀ ਬਣਾਉਂਦੇ ਆਪਾਂ। ਉਹ ਮਰਦਾਨਾ ਜੀ ਨੂੰ ਤਾਂ ਭੁੱਖ ਹੀ ਲੱਗੀ ਰਹਿੰਦੀ ਸੀ। ਜੇ ਕਿਸੇ ਨੇ ਪਿਆਰ ਕਰਨਾ ਸਿੱਖਣਾ ਨਾ ਗੁਰੂ ਨਾਨਕ ਨੂੰ, ਤਾਂ ਭਾਈ ਮਰਦਾਨਾ ਜੀ ਕੋਲ ਸਿੱਖੇ ਕਿ ਦੁੱਖ ਸਹਿ ਕੇ ਵੀ, ਭੁੱਖ ਸਹਿ ਕੇ ਵੀ, ਜੇ 4-4 ਦਿਨ ਭੁੱਖੇ ਰਹਿ ਕੇ 5ਵੇਂ ਦਿਨ ਉਹਨਾਂ ਨੇ ਕਹਿ ਵੀ ਦਿੱਤਾ ਕਿ ਮੈਨੂੰ ਭੁੱਖ ਲੱਗੀ ਹੈ, ਤੇ ਉਹ ਕੋਈ ਮਾੜੀ ਗੱਲ ਤੇ ਨਹੀਂ। ਉਹ ਵੀ ਕਿਉਂ ਕੀਤਾ? ਸਾਡੇ ਲਈ, ਕਿਉਂਕਿ ਸਾਡੇ ਲਈ ਉਹ ਸਾਰੇ ਕੌਤਕ ਰਚਨੇ ਸੀ ਤਾਂ ਕਿ ਸਾਨੂੰ ਅਕਲ ਆ ਜਾਂਦੀ, ਸਾਨੂੰ ਇੱਕ ਜੀਵਨ ਸੇਧ ਮਿਲ ਜਾਂਦੀ। ਨੇ ਤੇ ਕਿਉਂ ਕੀਤਾ ਇਹ ਸਾਰਾ ਕੁਝ? ਸਾਨੂੰ ਮੈਂ ਨਹੀਂ ਕਰੀ, ਸਿਰਫ ਸਾਡੇ ਅਸੀਂ ਜਿਹੜੇ ਇੱਥੇ ਬੈਠੇ ਹਾਂ, ਸਾਰੀ ਮਨੁੱਖਤਾ ਨੂੰ, ਸਾਰੀ ਮਾਨਵਤਾ ਨੂੰ। ਕਿਆ ਦੁੱਖ ਸਹਿ ਕੇ ਵੀ ਮਰਦਾਨਾ ਜੀ ਉੱਥੇ ਰਹੇ ਔਰ ਮਰਦਾਨਾ ਜੀ ਨੂੰ ਵੀ ਉਦਾਂ ਹੀ ਗੁਰੂ ਨਾਨਕ ਨਾਲ ਇਸ਼ਕ ਹੋ ਗਿਆ। ਔਰ ਸਿਰਫ ਇੱਕ ਪਾਸਾ ਨਹੀਂ ਸੀ, ਗੁਰੂ ਨਾਨਕ ਸਾਹਿਬ ਵੀ ਉਹਨਾਂ ਪਿਆਰ ਕਰਦੇ ਸੀ ਭਾਈ ਮਰਦਾਨਾ ਜੀ ਨੂੰ। ਦੋਨੋਂ ਪਾਸੇ ਨਾ ਕਹਿੰਦੇ ਜਿਹੜੀ ਤੁਹਾਡੀ ਸੋਚ ਹੈ ਨਾ, ਇਟਸ ਲਾਈਕ SMS ਸਮਝ ਸਕਦੇ ਨਾ, ਟੈਕਸਟ ਮੈਸੇਜ। ਕਿਵੇਂ? ਬਸ ਇਹ ਕਹਿ ਕੇ ਆਪਾਂ ਸਮਾਪਤੀ ਕਰ ਦਿੰਦੇ ਹਾਂ, ਬਸ ਸਮਾਂ ਹੋ ਗਿਆ। ਕਿਵੇਂ ਆਪਣਾ ਸੋਚ ਇੱਕ SMS ਕਿਵੇਂ? ਤੁਸੀਂ ਇਹਨੂੰ ਥੋੜਾ ਜਿਹੇ ਪਿੱਛੇ ਸਾਇੰਸ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਕਹਿੰਦੇ ਜਦੋਂ ਅਸੀਂ ਕਿਸੇ ਬਾਰੇ ਕੋਈ ਬੁਰਾ ਸੋਚਦੇ ਹਾਂ ਨਾ, ਕਿਸੇ ਬਾਰੇ ਹਲੇ ਅਸੀਂ ਬੁਰਾ ਸੋਚਦੇ ਹਾਂ, ਹਲੇ ਬੁਰਾ ਕੀਤਾ ਨਹੀਂ, ਉਹ ਮੈਸੇਜ ਬੁਰੇ ਦਾ ਉਹਦੇ ਕੋਲ ਪਹਿਲਾਂ ਹੀ ਪਹੁੰਚ ਗਿਆ। ਤੁਸੀਂ ਕਰਕੇ ਦੇਖਿਓ ਕਿਸੇ ਨਾਲ, ਤੇ ਨਾਲ ਕੀ ਹੋ ਜਾਏਗਾ, ਉਹ ਜਿਹੜਾ ਬੰਦਾ ਜਿਹਦੇ ਬਾਰੇ ਤੁਸੀਂ ਬੁਰਾ ਸੋਚਿਆ ਸੀ ਨਾ, ਉਹ ਪਹਿਲਾਂ ਹੀ ਤੁਹਾਡੇ ਨਾਲ ਬੁਰਾ ਬਿਹੇਵ ਕਰਨਾ ਸ਼ੁਰੂ ਕਰ ਦੇਗਾ ਬਿਫੋਰ ਯੂ ਇਵਨ ਡੂ ਦੈਟ। ਇਹਨੂੰ ਸਿਮਿਲਰਲੀ ਦੂਜੇ ਤਰੀਕੇ ਨਾਲ ਸਮਝ ਲਓ। ਜੇ ਤੁਸੀਂ ਕਿਸੇ ਨਾਲ ਤੁਹਾਡੀ ਗੜਬੜ ਹੈ, ਪਰ ਤੁਸੀਂ ਉਹਦੇ ਬਾਰੇ ਅੱਜ ਚੰਗਾ ਸੋਚਣਾ ਸ਼ੁਰੂ ਕਰ ਦੋਗੇ, ਇਟਸ ਓਕੇ, ਮੈਂ ਤੈਨੂੰ ਮਾਫ ਕਰ ਸਕਦਾ। ਇਸ ਤੋਂ ਪਹਿਲਾਂ ਕਿ ਤੁਸੀਂ ਜਾ ਕੇ ਹਾਲੇ ਆਪਣੇ ਮੂੰਹ ਤੋਂ ਕਹੋ ਕਿ ਵੀ ਤੂੰ ਚੰਗਾ ਹੈ, ਤੁਸੀਂ ਆਪੇ ਹੀ ਦੇਖ ਲੈਣਾ ਕਿ ਉਹ ਬੰਦੇ ਨੇ ਪਹਿਲੇ ਤੁਹਾਨੂੰ ਸਮਾਈਲ ਦੇਣੀ ਸ਼ੁਰੂ ਕਰ ਦੇਣੀ ਹੈ। ਇਟਸ ਏ ਲਾਅ ਆਫ ਨੇਚਰ। ਜੋ ਅਸੀਂ ਭੇਜਾਂਗੇ ਉਹ ਕਈ ਗੁਣਾ ਹੋ ਕੇ ਵਾਪਸ ਆ ਜਾਣਾ। ਚੰਗਾ ਸੋਚਾਂਗੇ, ਉਹਦੇ ਨਾਲ ਚੰਗਾ, ਤੁਹਾਡੇ ਨਾਲ ਚੰਗਾ ਹੋ ਜਾਏਗਾ। ਘਰ 'ਚ ਵੀ ਇਹੀ ਨੇ ਜਿਹੜੇ ਨਿੱਕੇ ਨਿੱਕੇ ਪ੍ਰੋਬਲਮਸ ਨੇ, ਜੇ ਅਸੀਂ ਮਾਫ ਕਰਨਾ ਸ਼ੁਰੂ ਕਰ ਦਈਏ, ਚੰਗਾ ਸੋਚਣਾ ਸ਼ੁਰੂ ਕਰ ਦਈਏ, ਤੇ ਅੱਗੋਂ ਆਪੇ ਸਾਰਾ ਕੁਝ ਪੋਜ਼ਿਟਿਵ ਹੋ ਜਾਏਗਾ। ਇਹ ਨਿੱਕੀਆਂ ਨਿੱਕੀਆਂ ਧੁੰਦਾਂ ਜਿਹੜੀਆਂ ਅਸੀਂ ਆਪਣੀ ਲਾਈਫ 'ਚ ਇਕੱਠੀਆਂ ਕੀਤੀਆਂ ਨੇ, ਇਹਨਾਂ ਨੂੰ ਕਲੀਅਰ ਕਰ ਦੇਣਾ ਆਪਾਂ, ਕਲੀਅਰ ਕਰਕੇ ਗੁਰੂ ਨਾਨਕ ਦੇ ਸਿੱਖ। ਹੁਣ ਆਪਾਂ ਸਮਾਪਤੀ ਤੋਂ ਪਹਿਲਾਂ ਫਿਰ ਗੁਰੂ ਨਾਨਕ ਨੂੰ ਯਾਦ ਕਰੀਏ ਕੀਰਤਨ ਰੂਪ ਦੇ ਵਿੱਚ, ਔਰ ਜਿਹੜੇ ਸਾਡੇ ਅੰਦਰ ਹੈ ਨੇ ਬੇਨਤੀ ਕਰੀਏ ਨਾਲ ਦੇ ਨਾਲ ਕਿ ਇਹ ਮੈਨੂੰ ਗੁਰਪੁਰਬ ਯਾਦ ਰਵੇ। ਕਿਉਂ? ਕਿਉਂਕਿ ਮੈਨੂੰ ਤੁਹਾਡਾ ਚਾਨਣ ਮਿਲ ਗਿਆ। ਮੈਂ ਵਾਕਈ ਗੁਰੂ ਨਾਨਕ ਦਾ ਸਿੱਖ ਆਪਣੇ ਆਪ ਨੂੰ ਕਹਿ ਸਕਦਾ, ਮੈਂ ਗੁਰੂ ਨਾਨਕ ਵਰਗਾ ਹੁਣ ਬਣਨਾ। ਇੰਨਾ ਪਿਆਰਾ ਗੁਰੂ ਸਾਨੂੰ ਮਿਲਿਆ ਕਿ ਸਾਨੂੰ ਬਹੁਤ ਵੱਡੇ ਭਾਗਾਂ ਵਾਲਾ ਸਾਨੂੰ ਮਹਿਸੂਸ ਕਰਨਾ ਚਾਹੀਦਾ ਆਪਣੇ ਆਪ ਨੂੰ, ਬਹੁਤ ਵੱਡਾ ਪ੍ਰੈਕਟੀਕਲ ਤੌਰ ਤੇ। ਸਾਰਾ ਕੁਝ ਠੀਕ ਹੈ ਜਿਹੜਾ ਅਸੀਂ ਆਪਣਾ ਲਾਈਫ ਨੂੰ ਇੰਜੋਏ ਕਰ ਰਹੇ ਹਾਂ, ਖਾਣਾ ਪੀਣਾ ਘਰ-ਬਾਰ, ਉਹ ਤਾਂ ਕਰ ਹੀ ਰਹੇ ਹਾਂ, ਪਰ ਜੇ ਸਾਡਾ ਇੱਕ ਸੈਂਟਰਲ ਪੁਆਇੰਟ ਗੁਰੂ ਨਾਨਕ ਹੋ ਜਾਵੇ, ਸਾਡਾ ਗੁਰੂ ਹੋ ਜਾਵੇ, ਤੇ ਸਾਰਾ ਕੁਝ ਉਹਦੇ ਆਲੇ ਦੁਆਲੇ ਚੱਲੇਗਾ। ਸਾਡੀ ਜੀਵਨ 'ਚ ਇੱਕ ਹੋਰ ਹੀ ਤਰ੍ਹਾਂ ਦਾ ਖੇੜਾ ਆ ਜਾਵੇਗਾ। ਕਰਕੇ ਦੇਖੀਏ, ਇੱਕ ਚੀਜ਼ ਸ਼ੁਰੂ ਕਰ ਲਈਏ, ਇੱਕ ਚੀਜ਼ ਸ਼ੁਰੂ ਕਰ ਲਈਏ, ਗੁਰੂ ਨਾਨਕ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ। ਜਿੱਥੇ ਵੀ ਜਾਈਏ ਸਾਡੇ ਕੰਮ ਆਪੇ ਹੀ ਗੁਰੂ ਨਾਨਕ ਵਰਗੇ ਹੋ ਜਾਣਗੇ। ਫਿਰ ਸਾਡੇ ਗੁਰਪੁਰਬ ਮਨਾਏ, ਮਹਾਰਾਜ ਕਿਰਪਾ ਕਰਨ, ਜ਼ਰੂਰ ਸਫਲ ਹੋਣਗੇ। ਆਓ ਹੁਣ 5-10 ਮਿੰਟ ਸਿਮਰਨ, ਪਿੱਠ ਸਿੱਧੀ ਕਰਕੇ ਸਿੱਧੇ ਬੈਠ ਕੇ ਕੋਸ਼ਿਸ਼ ਕਰਨੀ ਆਪਣੇ ਆਪ ਨਾਲ ਗੁਰੂ ਦੀ ਹਜ਼ੂਰੀ ਨੂੰ ਮਹਿਸੂਸ ਕਰਨਾ। ਗੁਰੂ ਨਾਨਕ ਤਨ ਗੁਰੂ ਨਾਨਕ, ਤਨ ਗੁਰੂ ਨਾਨਕ, ਤਨ ਗੁਰੂ ਨਾਨਕ, ਤਨ
जिन
सत्संग जी आप जी का कोटान को शुकराना जो आप जी ने अपनी संगत दी जिस वे को कुछ कहद्या गांदिया किसी का हिरदा दुखिया कोई गलत बोल बोले गए और क्षमा दे जा चुका और उम्मीद करते हैं माफ़ी देवांगे भुलना चुका क्षमा वाहिगुरू जी का